ਪਿੰਡਾਂ ਦੇ ਮੈਚ ਮੇਰੇ ਗੁਲਜ਼ਾਰ ਬਾਈ ਸਿੱਧਮਾਲੇ ਨਾਲ ਬਹੁਤ ਵਧੀਆ ਮੱਲੇ ਮੈਚ ਲੱਗਾ ਸੀ। ਅਸੀਂ ਜਿੱਤ ਗਏ ਸੀ ਅੱਧੇ ਨੰਬਰ ਤੇ। ਦੋਵੇਂ ਪਾਸੇ ਆਣੀ ਸੀ ਜੱਫਾ, ਮੈਂ ਇਕੱਲਾ ਪਾਉਂਦਾ ਸੀ ਕਬੱਡੀਆਂ। ਮੈਚ ਵੀ ਸੀਰੇ ਪਿੱਥੋਂ ਵਾਲੇ ਨਾਲ ਮਲੂਕੇ ਮੇਰਾ ਬੜਾ ਤਗੜਾ ਲੱਗਾ। ਮੈਂ ਤੇ ਪੀਤ ਦਦਾਰੇ ਦਾ ਕੌਡੀਆਂ ਪਾਉਂਦੇ ਸੀ, ਦਦਾਰੇ ਵਾਲਾ ਪੀਤ। ਇੱਧਰ ਘੋਨੀ ਤੇ ਸੁਖਵੀਰ ਸੀ ਤੇ ਇੱਕ ਜੱਫਾ ਘੋਨੀ ਨੂੰ ਸੀ ਤੇ ਇੱਕ ਮਤਲਬ ਕਿ ਪੀਤ ਨੂੰ ਸੀ। ਮੈਨੂੰ ਤੇ ਸੁਖਵੀਰ ਨੂੰ ਜੱਫਾ ਨਹੀਂ ਸੀ ਉਹ ਮੈਚ ਕੋਈ। ਤੇ ਮਾੜੀ ਸੰਗ ਦਾ ਸ਼ਿਕਾਰ ਕਿਵੇਂ ਪੈ ਗਏ ਤੁਸੀਂ ਹਨਾ, ਤੇ ਇੱਧਰ ਪਾਸੇ ਕਿਵੇਂ ਲੱਗ ਗਏ? ਉਹਨੇ ਮੈਨੂੰ 3-4 ਦਿਨ ਮਤਲਬ ਚਿੱਟਾ ਪਿਆ ਤਾ। ਜਦੋਂ ਪਿਆ ਤਾ ਬਈ ਮੈਨੂੰ ਥੋੜਾ ਜਿਹਾ ਉਹ ਪੀ ਕੇ ਟੈਕਰੇ ਜਿਹੇ 'ਚ ਆ ਜਾ ਕਰਾਂ, ਮੇਰਾ ਸਾਈਡ ਮੂਡ ਪਾਸੇ ਹੋ ਗਿਆ। ਕਰਦੇ ਕਰਦੇ ਹਫ਼ਤਾ ਖੰਡ ਲੰਘ ਗਿਆ ਤੇ ਮੈਂ ਬਈ ਪੱਕੇ ਪੈ ਗਿਆ। ਸੁਣਿਆ ਤੁਸੀਂ ਇੱਕ ਟਾਈਮ ਕਿਤੇ ਮਤਲਬ ਖਾਤਮੇ ਦੀ ਗੱਲ ਵੀ ਕਰ ਲਈ, ਫਾਹਾ ਵੀ ਲੈਣ ਲੱਗੇ ਸੀਗੇ। ਫਿਰ ਬਈ ਜਦੋਂ ਮੈਂ ਉੱਠ ਕੇ ਰੱਸਾ ਚੱਕ ਕੇ ਫਾਹਾ ਲੈਣ ਲਈ ਤੁਰਿਆ ਨਾ, ਮੇਰੀ ਬੇਟੀ ਸੀ 3.5 ਸਾਲਾਂ ਦੀ ਤੇ ਬੇਟਾ ਛੋਟਾ ਸੀ, ਸਾਲ 1.5 ਸਾਲ ਦਾ ਉਹ ਸੀਗਾ। ਤੇ ਮਿਸੀ ਜੇ ਤਿੰਨੇ ਪਏ ਤੇ ਬੇਟੀ ਨੇ ਲੱਤ ਮਾਰ ਕੇ ਰਜਾਈ ਮੂੰਹ ਤੋਂ ਲਾਤੀ। 3 ਸਾਲ ਤੱਕ ਸੁਸਾਇਟੀ ਨੇ ਮੈਨੂੰ ਮਾਫ ਨਹੀਂ ਕੀਤਾ। ਮੈਨੂੰ ਇਸੇ ਅੱਖ ਨਾਲ ਵੇਂਦੇ ਰਹੇ। ਮੈਂ ਮਤਲਬ ਇਹ ਚੀਜ਼ ਨਾਲ ਇਸ਼ਕ ਪਾਲਿਆ ਬਈ, ਤੇ ਮੈਂ ਇਹ ਚੀਜ਼ ਦਾ ਜਨੂੰਨ ਮੈਨੂੰ ਇੰਨਾ ਜ਼ਿਆਦਾ ਆ। 10 ਘੰਟੇ ਮੈਂ ਪ੍ਰੈਕਟਿਸ ਕਰਦਾ, ਮੇਰੇ 'ਚ ਹੋਰ ਐਨਰਜੀ ਹੁੰਦੀ ਆ ਹਲੇ ਵੀ ਮੈਂ 2-2.5 ਘੰਟੇ ਲਾ ਜਾ। ਪਰ ਕਈ ਪਲੇਅਰ ਤਾਂ ਕਹਿੰਦੇ ਡੀਪ ਸਾਹਿਬ ਆਪ ਨਸ਼ੇ ਦਿੰਦੇ ਹਨ। ਜਿਹੜਾ ਸੀਜ਼ਨ ਆ ਰਿਹਾ ਫੁੱਲ ਤਿਆਰੀ ਖੇਡਣ ਦੀ। ਕੋਈ ਚਲੋ ਮੰਨ ਗਿਆ ਵੀ ਮੈਂ ਚਿੱਟਾ ਕਰਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜਗਦੇਵ ਬਰਾੜ, ਤੁਸੀਂ ਵੇਖ ਰਹੇ ਹੋ ਪੰਜਾਬ ਲਾਈਵ 1। ਦੋਸਤੋ ਅੱਜ ਅਸੀਂ ਮੋਗੇ ਜ਼ਿਲ੍ਹੇ ਦੇ ਪਿੰਡ ਚੜੈਕ ਵਿਖੇ ਪਹੁੰਚੇ ਹੋਏ ਹਾਂ। ਚੜੈਕ ਪਿੰਡ ਨੂੰ ਜੇ ਕਬੱਡੀ ਖਿਡਾਰੀਆਂ ਨਰਸਰੀ ਵੱਲੋਂ ਜਾਣਿਆ ਜਾਂਦਾ ਕਹਿ ਲਈਏ ਤਾਂ ਕੋਈ ਅੱਤ ਖਤਰੀ ਨਹੀਂ ਹੋਵੇਗੀ। ਜਿਹੜੇ ਪਲੇਅਰ ਨਾਲ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਦਾ ਨਾਂ ਹੈ ਕਰਨੈਲ ਸਿੰਘ ਕੈਲਾ। ਬੜੀ ਤਗੜੀ ਕਬੱਡੀ ਖੇਡਿਆ, ਕੁਝ ਦੌਰ ਮਾੜੇ ਵੀ ਪਰਿਵਾਰ ਤੇ ਆਏ ਨੇ। ਬਾਈ ਨਾਲ ਗੱਲਾਂ ਬਾਤਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਬਾਈ ਜੀ। ਪੰਜਾਬ ਲਾਈਵ 1 ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਬਾਈ ਪਹਿਲਾਂ ਥੋੜ੍ਹਾ ਜਿਹਾ ਪਿਛੋਕੜ ਦੱਸ ਦਿਓ ਆਪਣੇ ਦਰਸ਼ਕਾਂ ਨੂੰ, ਕਿਵੇਂ ਖੇਡਣ ਲੱਗੇ, ਪਰਿਵਾਰ ਵਿੱਚ ਕੌਣ ਕੌਣ ਨੇ? ਹਾਂਜੀ ਬਾਈ ਜੀ, ਮੇਰੇ ਮਤਲਬ ਕਿ ਪਰਿਵਾਰ ਦੇ ਵਿੱਚ ਅਸੀਂ 4 ਮਤਲਬ ਭੈਣਾਂ ਸੀ ਮੇਰੇ, ਇੱਕ ਭਾਈ ਹੈ ਛੋਟਾ ਤੇ ਮੇਰੇ ਮੰਮੀ ਡੈਡੀ ਸੀ। ਤੇ ਕਬੱਡੀ ਦਾ ਸ਼ੌਂਕ ਮੈਨੂੰ ਇੱਥੇ ਸਾਡੇ ਪਲੇਅਰ ਮਤਲਬ ਬਹੁਤ ਜ਼ਿਆਦਾ ਤਕੜੇ ਵੱਡੇ ਬਾਈ ਹੁਣੀ ਹੋਏ, ਜਿਵੇਂ ਡੀਪੀ ਸਾਹਿਬ ਹੋ ਗਏ, ਬਾਈ ਮੇਜਰ ਹੋ ਗਿਆ, ਬਾਈ ਬਬਲੀ, ਬਿੱਲਾ ਬਾਈ, ਗੁਰਦੇਵ, ਹਾਕਮ ਸਿਉਂ, ਮਤਲਬ ਚੋਟੀ ਦੇ ਪਲੇਅਰ ਹੋਏ। ਇਹਨਾਂ ਨੂੰ ਵੇਖ ਕੇ ਮੈਨੂੰ ਜਾਗ ਲੱਗੀ ਸੀ ਤੇ ਮੈਂ ਸਰੀਰਕ ਤੌਰ ਤੇ ਬਹੁਤ ਮਜ਼ਬੂਤ ਸੀ ਛੋਟਾ ਹੁੰਦਾ ਜਾਣੀ ਦੀ। ਫਿਰ ਮਤਲਬ ਡੀਪੀ ਸਾਹਿਬ ਦੀ ਰਹਿਨੁਮਾਈ ਹੇਠ ਅਸੀਂ ਐਕਸਰਸਾਈਜ਼ ਕਰਨੀ ਸ਼ੁਰੂ ਕਰਤੀ ਤੇ ਵਧੀਆ ਮਤਲਬ ਜਿਸ ਸਾਲ ਮੋਗਾ ਅਕੈਡਮੀ ਬਣਾਈ ਹੈਗੀ ਆ, ਉਸ ਸਾਲ ਮੈਂ ਜਸ ਗਗੜੇ ਹੋਣਾ ਨਾ ਸੀ, ਰੈਂਪਾ ਬਾਈ ਸੀ, ਰਾਜਾਂ ਵਾਲਾ, ਸੀਰਾ ਬੁੱਗੀਪੁਰਗਾ ਪੜ੍ਹਾਣੇ ਵਾਲੇ ਸੀ ਸਾਰੇ ਬਾਈ, ਕੰਤੇ ਵਰਗੇ, ਭੁੱਟੋ ਵਰਗੇ ਤੇ ਬੱਬੂ ਪੜ੍ਹਾਣਾ। ਉਹਨਾਂ ਦਿਨਾਂ 'ਚ ਮੈਂ ਮਤਲਬ ਵਧੀਆ ਜਦੋਂ ਨਿਖਰਦਾ ਟਾਈਮ ਆਇਆ ਤੇ ਮੇਰੇ ਸੱਟ ਲੱਗ ਗਈ ਬਾਈ। ਜਦੋਂ ਸੱਟ ਲੱਗ ਗਈ ਫਿਰ ਮੈਂ 8-10 ਸਾਲ ਘਰੇ ਸਾਡੇ ਥੋੜ੍ਹੀਆਂ ਜਿਹੀਆਂ ਮਜਬੂਰੀਆਂ ਸੀ, ਭੈਣਾਂ ਵਿਆਹੁਣ ਵਾਲੀਆਂ ਸੀ, ਮੈਨੂੰ ਬਿਜ਼ਨਸ ਦੇ ਵਿੱਚ ਪੈਣਾ ਪਿਆ। 8-10 ਸਾਲ ਮੈਂ ਕਬੱਡੀ ਤੋਂ ਦੂਰ ਰਿਹਾ। ਬਾਅਦ ਵਿੱਚ ਮੈਂ ਆਪਦਾ ਸਾਰਾ ਜਦੋਂ ਕੰਮ ਆਪਣਾ ਪਰਮਾਤਮਾ ਦੀ ਕਿਰਪਾ ਨਾਲ ਸੈੱਟ ਹੋ ਗਿਆ, ਭੈਣਾਂ ਵਿਆਹੀਆਂ ਗਈਆਂ, ਮੈਂ ਦੁਬਾਰੇ ਕਬੱਡੀ ਫੇਰ ਖੇਡਣੀ ਸ਼ੁਰੂ ਕਰਤੀ। ਜਿਹੜਾ ਬਾਈ ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਕਬੱਡੀ ਖੇਡਣ ਦੀ ਮੱਖਣ ਡੀਪ ਦੇ ਕਲੱਬ ਵੱਲੋਂ ਖੇਡੇ ਨਾ, ਹਾਂਜੀ। ਉਦੋਂ ਤੁਹਾਡੇ ਮੈਚ ਕਿੱਥੇ ਕਿੱਥੇ ਵਧੀਆ ਜਿਹੜੇ ਥੋੜੀ ਯਾਦਗਾਰੀ ਹੋਣਗੇ? ਸਾਡੇ ਬਾਈ ਜੀ ਇੱਕ ਤਾਂ ਮੈਚ ਗਗੜੇ ਹੋਇਆ ਸੀ, ਅਸੀਂ ਸਾਈਕਲਾਂ 'ਤੇ ਗਏ, ਵਧੀਆ ਮੈਚ ਖੇਡੇ, ਸਾਰੇ ਨਵੇਂ ਮੁੰਡੇ ਸੀ। ਉਦੋਂ ਸਾਡੇ 'ਚੋਂ ਸਾਰਿਆਂ 'ਚੋਂ ਵਧੀਆ ਸਰਬੋਤਮ ਜੱਸ ਸੀ, ਬਾਕੀ ਅਸੀਂ ਤਕਰੀਬਨ ਇੱਕੋ ਜਿਹੇ ਰਹੇ। ਸੰਤਾਂ ਦੇ ਉੱਥੇ ਹੋਇਆ ਸੀਗਾ ਜਿਹੜਾ ਓਵਰਲੇ ਪਾਸੇ ਆ, ਤੇ ਉਹ ਮੈਚ ਮੇਰਾ ਪੂਰਾ ਵਧੀਆ। ਇੱਕ ਉਹਨਾਂ ਦਿਨਾਂ ਦੇ ਵਿੱਚ ਬਾਈ ਜੀ ਪਿੰਡਾਂ ਦੇ ਮੈਚ ਮੇਰੇ ਗੁਲਜ਼ਾਰ ਬਾਈ ਸਿੱਧਮਾਲੇ ਨਾਲ ਬਹੁਤ ਵਧੀਆ ਮੱਲੇ ਮੈਚ ਲੱਗਾ ਸੀ। ਅਸੀਂ ਜਿੱਤ ਗਏ ਸੀ ਅੱਧੇ ਨੰਬਰ ਤੇ। ਦੋਵੇਂ ਪਾਸੇ ਆਣੀ ਸੀ ਜੱਫਾ, ਮੈਂ ਇਕੱਲਾ ਪਾਉਂਦਾ ਸੀ ਕਬੱਡੀਆਂ। ਇੱਕ ਮੈਚ ਸਾਡਾ ਬਹੁਤ ਯਾਦਗਾਰੀ ਇਹਦੇ ਨਾਲ ਬੁੱਗੀਪੁਰਿਆਂ ਨਾਲ ਲੱਗਾ ਸੀ, ਸੀਰੇ ਹੋਣਾ ਨਾਲ ਪਿੰਡਰੀ। ਉਹਦੇ 'ਚ ਬਾਈ ਕਾਕਾ ਸੀ ਫਤਿਹਗੜ੍ਹ, ਤੁਹਾਨੂੰ ਪਤਾ ਪੂਰਾ ਟੌਪ ਦਾ ਜਾਫੀ ਸੀ। ਉਸ ਦਿਨ ਵੀ ਮੈਨੂੰ ਜੱਫਾ ਹੈ ਨਹੀਂ ਸੀ ਕੋਈ, ਪੂਰਾ ਵਧੀਆ ਮੈਚ ਸਾਡਾ ਪੂਰਾ ਖੜਕ ਕੇ ਲੱਗਾ। ਤੇ ਉਦੋਂ ਬਾਅਦ ਮਤਲਬ ਹੋਰ ਕਈ ਮੈਚ ਇਸ ਤਰ੍ਹਾਂ ਟਾਈਮ ਜ਼ਿਆਦਾ ਹੋ ਗਿਆ ਤੇ ਫਿਰ ਮੇਰੇ ਸੱਟ ਲੱਗ ਗਈ, ਮੈਂ ਬਿਜ਼ਨਸ ਦੇ ਵਿੱਚ ਪੈ ਗਿਆ। ਮੇਰੇ ਮਤਲਬ ਟਸਕ ਸੀ ਦੁਬਾਰੇ ਫਿਰ ਕਬੱਡੀ ਦੀ। ਮੈਂ ਉਹਦਾ ਸੱਟ ਕਿੱਥੇ ਵੱਜੀ, ਕਿਹੜੇ ਟੂਰਨਾਮੈਂਟ ਵੱਜੀ ਸੀ? ਸੱਟ ਭਾਜੀ ਮੇਰੇ ਇੱਥੇ ਪਿੰਡ ਹੀ ਐਕਸਰਸਾਈਜ਼ ਕਰਦਿਆਂ ਲੱਗੀ ਸੀ, ਗੋਡੇ ਦੇ ਲਿਗਾਮੈਂਟ ਟੁੱਟ ਗਏ ਸੀ ਤੇ ਉਹਨਾਂ ਵੇਲਿਆਂ 'ਚ ਜ਼ਿਆਦਾ ਪਤਾ ਨਹੀਂ ਸੀ, ਗੋਡਾ ਮੈਂ ਜ਼ਿਆਦਾ ਖਰਾਬ ਕਰ ਲਿਆ ਅਣਜਾਣਪੁਣੇ 'ਚ। ਤੇ ਉਦੋਂ ਬਾਅਦ ਫਿਰ ਮੈਂ ਚਲੋ ਉਹਦਾ ਬਿਜ਼ਨਸ ਦੇ ਵਿੱਚ ਪੈ ਗਿਆ, ਮੇਰੀ ਮੈਰਿਜ ਹੋ ਗਈ, ਭੈਣਾਂ ਵਿਆਹੀਆਂ। ਫਿਰ ਮੈਂ ਦੁਬਾਰੇ ਤਿਆਰੀ ਲਾਈ ਆਪਰੇਸ਼ਨ ਕਰਾ ਕੇ ਗੋਡੇ ਦਾ। ਫਿਰ ਉਦੋਂ ਪੂਰਾ ਮਤਲਬ ਵਧੀਆ ਨੰਬਰਾਂ ਦੇ ਵਿੱਚ, ਜਿਵੇਂ ਮਤਲਬ ਪਿੱਥੋਂ ਵਾਲੇ ਸੀਰੇ ਹੋਣਾ ਨਾਲ ਮੈਂ ਬਾਜਾਖਾਨਾ ਅਕੈਡਮੀ 'ਚ ਖੇਡਿਆ। ਮੈਚ ਵੀ ਸੀਰੇ ਪਿੱਥੋਂ ਵਾਲੇ ਨਾਲ ਮਲੂਕੇ ਮੇਰਾ ਬੜਾ ਤਗੜਾ ਲੱਗਾ। ਮੈਂ ਤੇ ਪੀਤ ਦਦਾਰੇ ਦਾ ਕੌਡੀਆਂ ਪਾਉਂਦੇ ਸੀ, ਦਦਾਰੇ ਵਾਲਾ ਪੀਤ। ਇੱਧਰ ਘੋਨੀ ਤੇ ਸੁਖਵੀਰ ਸੀ ਤੇ ਇੱਕ ਜੱਫਾ ਘੋਨੀ ਨੂੰ ਸੀ ਤੇ ਇੱਕ ਮਤਲਬ ਕਿ ਪੀਤ ਨੂੰ ਸੀ। ਮੈਨੂੰ ਤੇ ਸੁਖਵੀਰ ਨੂੰ ਜੱਫਾ ਹੈ ਨਹੀਂ ਸੀ ਉਹ ਮੈਚ ਕੋਈ। ਉਹ ਮੈਚ ਸਾਡਾ ਬਹੁਤ ਜ਼ਿਆਦਾ ਵਧੀਆ। ਇੱਕ ਸਾਡੇ ਰੌਲੀ ਮੈਚ ਬੜੇ ਯਾਦਗਾਰ ਲੱਗੇ। ਮੇਰੇ ਨਾਲ ਜਾਫੀ ਰਾਣਾ ਸੀ, ਮੈਂ ਉਸ ਦਿਨ ਇਕੱਲਾ ਰੇਡਰ ਸੀਗਾ। ਇੱਥੇ ਮਤਲਬ ਕਿ ਉਸ ਦਿਨ ਮੈਂ ਮੰਨਦਾ ਵੀ ਆਤੀ ਕੌਡੀਆਂ ਪਈਆਂ, 12-12, 13-13 ਹਰੇਕ ਮੈਚ ਕੌਡੀਆਂ ਸੀ। ਐਵੇਂ ਇੱਕ ਅੱਧਾ ਮੈਚ ਜੱਫਾ ਸੀ ਤੇ ਜਿੱਤਿਆ ਇੱਥੇ ਅਸੀਂ। ਤੇ ਉਦੋਂ ਬਾਅਦ ਫਿਰ ਬਾਈ ਬਾਹਰ ਦੀ ਵੀ ਚਲੋ ਗੱਲ ਹੋਣ ਲੱਗੀ, ਬਾਜਾਖਾਨਾ ਕੱਢੀ ਜੂਈ ਖੇਡਿਆ ਤੇ ਇੱਥੇ ਸ਼ੋਅ ਮੈਚ ਹੋਇਆ ਕਾਲੀ ਕਿਉਂ, ਮੇਰਾ ਬੜਾ ਯਾਦਗਾਰੀ ਸ਼ੋਅ ਮੈਚ। ਮਿੰਦੂ ਗੁਰਦਾਸਪੁਰੇ ਗਏ ਹੋਣਾ ਨਾ, ਮੈਂ ਤੇ ਭੀਮ ਕੌਡੀਆਂ ਪਾਉਂਦੇ ਸੀ ਮਾਨੂਕੇ ਵਾਲਾ। ਇੱਥੇ ਵੀ ਮੈਨੂੰ ਤੇ ਭੀਮ ਨੂੰ ਤਾਂ ਐਵੇਂ ਇੱਕ ਅੱਧਾ ਜੱਫਾ ਕੌਡੀਆਂ ਸੀ ਬਹੁਤ ਜ਼ਿਆਦਾ ਪਈਆਂ। ਇੱਥੇ ਸਾਡਾ ਬਾਈ ਗੁਲਜ਼ਾਰ ਸੀ, ਬਾਈ ਗੱਗੀ ਹੋਣਾ ਦੇ ਉਲਟ ਚੈਣੇ ਵਾਲੀ ਦਾ ਮੈਚ ਸੀ, ਬਹੁਤ ਸੋਹਣੀਆਂ ਕੌਡੀਆਂ ਪਈਆਂ, ਐਵੇਂ ਇੱਕ ਅੱਧਾ ਜੱਫਾ ਮਸਾਂ ਹੀ ਸੀਗਾ।
ਫਿਰ ਬਾਈ ਚਲੋ ਵਧੀਆ ਨਾਮੀਚ ਹੋ ਗਏ। ਫਿਰ ਮੇਰਾ ਇੱਧਰਲਾ ਜਿਹੜਾ ਦੂਜਾ ਲੋਪੋ ਮੈਚ ਸੀਗਾ ਬਹੁਤ ਵਧੀਆ, ਇੱਥੇ ਵੀ ਐਨੇ ਇੱਕ ਅੱਧਾ ਜੱਫਾ ਹੀ ਸੀ ਤੇ ਮੇਰਾ ਗੋਡਾ ਖਰਾਬ ਹੋ ਗਿਆ। ਫਿਰ ਚਲੋ ਮੈਂ ਆਪਦਾ ਟਰਾਲਿਆਂ ਟਰੂਲਿਆਂ 'ਚ ਵੜ ਗਿਆ, ਆਪਦਾ ਬਿਜ਼ਨਸ ਚਲਾ ਲਿਆ। ਮੈਂ ਕਿਹਾ ਛੱਡੋ ਖੜਾ। ਉਹਨਾਂ ਦਿਨਾਂ 'ਚ ਤਾਂ ਮੈਨੂੰ ਮਤਲਬ ਬਾਹਰ ਦਾ ਵੀ ਮੇਰੇ ਚਾਂਸ ਹੋ ਗਏ ਸੀ ਵੀ ਮੈਂ ਜਾਊਂਗਾ, ਇੰਨਾ ਵਧੀਆ ਮਤਲਬ ਮੈਚ ਖੇਡੇ, ਘੋਲ ਕੇ ਵੀ ਜਿੱਤਿਆ। ਫੂਲੇ ਵਾਲੇ ਬਹੁਤ ਬੈਸਟ ਕੌਡੀਆਂ ਪਾਈਆਂ ਮੈਂ ਤੇ ਪੀਤ ਨੇ। ਇੱਥੇ ਵੀ ਸਾਡਾ ਫਾਈਨਲ ਮੈਚ ਸੁਖਵੀਰ ਹੋਣਾ ਨਾਲ ਸੀ, ਮੈਂ ਇੱਥੇ ਸੈਦੋ 'ਚ ਖੇਡਿਆ ਬਾਈ। ਤੇ ਇੱਕ ਸਾਡੇ ਬੱਲੋਵਾਲ ਮੈਚ ਬੜੇ ਤਕੜੇ ਲੱਗੇ ਉਦੋਂ, ਮੈਂ ਭਿੱਡਰਾਂ ਵਾਲੇ ਖੰਨੇ ਹੋਣਾ ਨਾਲ, ਖੰਨੇ ਦੇ 6 ਵਜੇ ਸੀ, ਮੈਂ ਤੇ ਕੇਵਲ ਸੀ ਕੌਡੀਆਂ ਪਾਉਂਦੇ। ਉੱਥੇ ਵੀ ਅਸੀਂ ਫਸਟ ਆ ਬਾਈ ਬੱਲੋਵਾਲ। ਉਹ ਮੈਚ ਮੇਰੇ ਯਾਦਗਾਰੀ ਮੈਚ ਆ ਪੂਰੇ ਤਕੜੇ। ਹੋਰ ਬਹੁਤ ਅਨੇਕਾਂ ਮੀਤ ਮੈਂ ਤੇ ਪੀਤ ਦਦਾਰੇ ਵਾਲੇ ਦੇ ਮੈਚ ਬਹੁਤ ਜਿੱਤੇ ਰਲ ਕੇ। ਨੱਥੂ ਵਾਲੇ ਰਾਣੇ ਨਾਲ ਵੀ ਤਕਰੀਬਨ ਮੈਂ ਰੋਜ਼ ਵਾਂਗੂ ਅਸੀਂ ਜਿੱਤਦੇ ਹੀ ਸੀ ਮੈਚ। ਤੇ ਬਾਜਾਖਾਨਾ ਅਕੈਡਮੀ 'ਚ ਵੀ ਮੈਂ ਚੰਗੇ ਮੈਚ ਖੇਡਿਆ ਬਾਬੇ ਦੀ ਰਹਿਨਮਾਈ ਹੇਠ। ਤੇ ਕਿੰਨਾ ਟਾਈਮ ਖੇਡੇ ਬਾਜਾਖਾਨੇ? ਬਾਜਾਖਾਨਾ 'ਚ ਬਾਈ ਮੈਂ 2 ਸਾਲ ਖੇਡਿਆ। ਤੁਸੀਂ ਬਾਈ ਬਾਹਰ ਦੀ ਗੱਲ ਕੀਤੀ ਹੈ ਵੀ ਸੀਜ਼ਨ ਲਾਉਣਾ ਸੀਗਾ, ਕਿਹੜੀ ਕਲੱਬ ਵੱਲੋਂ ਬਾਹਰ ਖੇਡਣ ਜਾਣਾ ਸੀ, ਕਿੱਥੇ ਜਾਣਾ ਸੀ? ਬਾਈ ਜੀ ਬਾਹਰ ਚੱਲੀ ਸੀ ਇਹ ਬਾਈ ਹਰਪ੍ਰੀਤ ਹੋਣਾ ਨੇ, ਬਾਬੇ ਹੋਣਾ ਦੀ ਗੱਲ ਚਲਾਈ ਸੀ, ਪਿੱਥੋਂ ਵਾਲੇ ਸੀਰੇ ਹੋਣਾ ਨੇ। ਉਹ ਫਿਰ ਮੇਰੇ ਇੱਥੇ ਲੋਪੋ 6 ਵੱਜ ਗਏ, ਉਹ ਵਿੱਚ ਹੀ ਰਹਿ ਗਿਆ ਕੰਮ। ਤੇ ਇਹਨਾਂ ਦਾ ਮੈਂ ਜ਼ਿਆਦਾ ਤਾਂ ਨਹੀਂ ਇਹਨਾਂ ਨੂੰ ਪੁੱਛਿਆ, ਮੇਰੇ ਹਿਸਾਬ ਨਾਲ ਸਾਡੇ ਸ਼ਾਇਦ ਉਹ ਪ੍ਰਧਾਨ ਸੁੱਖੇ ਵਾਲੀ ਕਲੱਬ 'ਚ ਹੀ ਚਲਾਈ ਸੀ ਗੱਲ ਇਹਨਾਂ ਨੇ। ਉਹ 6 ਵਜੇ ਨਹੀਂ ਕਰਕੇ ਵਿੱਚ ਹੀ ਰਹਿ ਗਏ। ਫਿਰ ਨਾ ਹੀ ਮੈਨੂੰ ਜ਼ਿਆਦਾ ਨੌਬਤ ਆਈ, ਮੇਰਾ ਕੰਮ ਘਰੋਂ ਬਹੁਤ ਵਧੀਆ ਸੌਖਾ ਸੀ ਮੈਂ। ਤੇ ਜਦੋਂ ਫਿਰ ਤੁਹਾਨੂੰ ਪਤਾ ਬੰਦਾ ਸੌਖਾ ਹੋਵੇ ਫਿਰ ਜ਼ਿਆਦਾ ਹੱਥ ਪੈਰ ਨਹੀਂ ਮਾਰਦਾ। ਇੱਥੇ ਮੈਨੂੰ ਬਹੁਤ ਵਧੀਆ ਚੰਗੀ ਕਮਾਈ ਸੀਗੀ। ਤੇ ਫਿਰ ਮੈਂ ਆਪਦੇ ਜਾਣੀ ਡੈਰੀ ਸੀ ਮੇਰੀ ਬਹੁਤ ਜ਼ਿਆਦਾ, ਪਿੰਡ ਦੇ ਵਿੱਚ ਪੂਰਾ ਹੀ ਸੀ, ਮੇਰੇ ਕੋਲ 4000 ਲੀਟਰ ਦੁੱਧ ਸੀ। ਤੇ ਡੈਰੀ ਫਿਰ ਮੈਂ ਛੱਡ ਕੇ ਚਲੋ ਉਹਦਾ ਟਰਾਲੇ ਪਾਲੇ 2 ਟਰਾਲਿਆਂ ਦੇ ਵਿੱਚ ਫਿਰ ਮੈਂ ਉਦੋਂ ਬਾਅਦ ਕਬੱਡੀ ਤੋਂ ਦੂਰ ਹੋ ਗਿਆ ਬਾਈ। ਤੇ ਕਿੱਥੇ ਕਿੱਥੇ ਤੁਸੀਂ ਬੈਸਟ ਚੁਣੇਗੇ? ਮੈਂ ਬਾਈ ਜੀ ਇੱਕ ਤਾਂ ਇੱਥੇ ਫੂਲੇ ਵਾਲੇ ਅਸੀਂ 3 ਬੈਸਟ ਨਿਕਲ ਗਏ ਸੀਗੇ। ਇੱਕ ਜੱਫਾ ਹੀ ਮੈਨੂੰ ਸੀ ਫਾਈਨਲ 'ਚ, ਇੱਕ ਹੀ ਵੀ ਸੀਗਾ ਇਹਨੂੰ ਆਪਣੇ ਨੂੰ ਸੁਖਵੀਰ ਨੂੰ, ਤੇ ਫਾਈਨਲ ਸੈਮੀਫਾਈਨਲ 'ਚੋਂ ਕੱਢਦੇ ਹੁੰਦੇ ਸੀ। ਇੱਕ ਹੀ ਸੀ ਆਪਣੇ ਨੂੰ ਪੀਤ ਨੂੰ, ਉਹਨੂੰ ਫਿਰ ਸੁਖਵੀਰ ਨੂੰ ਬੈਸਟ ਕੱਢਦਾ। ਇੱਥੇ ਬੁਲਟ ਮੋਟਰਸਾਈਕਲ ਸੀ ਨਾਮ ਦਾ, ਲੰਬਰਦਾਰਾਂ ਟੂਰਨਾਮੈਂਟ ਕਰਾਈ, ਸਾਨੂੰ ਦੋਵਾਂ ਨੂੰ ਮਤਲਬ ਕੱਪ ਦੇ ਨਾਲ ਸਨਮਾਨਿਤ ਕਰਤਾ ਸੀ। ਅਸੀਂ 3 ਮਤਲਬ ਬੈਸਟ ਹੀ ਇੱਥੇ। ਹਾਂ ਬਾਈ, ਤੁਸੀਂ ਦੱਸਿਆ ਵੀ ਸੁਣਿਆ ਵੀ ਆ, ਤੁਹਾਨੂੰ ਵੇਖਿਆ ਵੀ ਖੇਡਦੇ ਨੂੰ ਨਾਮੀ ਪਲੇਅਰ ਸੀ ਤੁਸੀਂ, ਹੈ ਨਾ? ਤੇ ਮਾੜੀ ਸੰਗ ਦਾ ਸ਼ਿਕਾਰ ਕਿਵੇਂ ਪੈ ਗਏ ਤੁਸੀਂ, ਹੈ ਨਾ? ਤੇ ਇਧਰ ਪਾਸੇ ਕਿਵੇਂ ਲੱਗ ਗਏ? ਇਹ ਬਾਈ ਜੀ ਐਕਚੁਅਲੀ ਜ਼ਿਆਦਾ ਪਲੇਅਰ ਤਾਂ ਹੁਣ ਕਬੱਡੀ ਦੇ ਵਿੱਚ ਪੈਂਦੇ ਆ। ਕਬੱਡੀ ਖੇਡਦੇ ਨੇ, ਮੈਂ ਕੋਈ ਨਸ਼ਾ ਨਹੀਂ ਕੀਤਾ। ਡੀਪੀ ਸਾਹਿਬ ਦੀ ਸਾਨੂੰ ਇਹੀ ਸਿੱਖਿਆ ਸੀ ਵੀ ਨਸ਼ਾ ਨਹੀਂ ਕਰਨਾ, ਜਿਹੜਾ ਫੜ ਲਿਆ ਹੱਡੀਆਂ ਤੋੜ ਦਿਆਂਗੇ। ਨਸ਼ਾ ਮੈਂ ਕਿੱਥੋਂ ਲੱਗਾ, ਮੈਂ ਨਾ ਜਦੋਂ ਮੈਂ ਕਾਰੋਬਾਰ ਆਪਦਾ ਟਰਾਲਿਆਂ ਦਾ ਚਲਾਇਆ, ਮੇਰਾ ਅਸਲ ਮੈਂ ਇੱਕ ਸੱਟ ਵੱਜਣ ਨਾਲ ਮੇਰਾ ਇੱਕ ਪਾਸਾ ਹੀ ਸਾਰਾ ਸੱਜਾ ਡੈਮੇਜ ਹੋ ਗਿਆ ਸੀਗਾ। ਜਿਵੇਂ ਦਰੰਗ ਹੁੰਦਾ ਉਸ ਤਰ੍ਹਾਂ ਬਾਈ ਮੇਜਰ ਦਾ ਵੀ ਹੋਇਆ ਵਾ, ਜਿਵੇਂ ਗ੍ਰੇਟ ਖਲੀ ਪਹਿਲਵਾਨ ਦਾ ਹੋਇਆ ਉਸ ਤਰ੍ਹਾਂ ਹੋ ਗਿਆ ਸੀ ਬਾਈ ਮੈਂ। ਤੇ ਮੈਥੋਂ ਕੰਮਕਾਰ ਹੁੰਦਾ ਨਹੀਂ ਸੀ। ਚਲੋ ਮੈਂ ਉੱਥੋਂ ਤੁਹਾਨੂੰ ਪਤਾ ਰਾਜਸਥਾਨ ਵਗੈਰਾ ਭੁੱਕੀ ਭੱਕੀ ਆਮ ਉੱਥੇ ਠੇਕੇ ਆ, ਉੱਥੋਂ ਲੈ ਕੇ ਮੈਂ ਭੁੱਕੀ ਭੱਕੀ ਖਾਣ ਲੱਗ ਗਿਆ ਬਾਈ ਟਰਾਲਿਆਂ ਦੇ ਵੀ, ਕਿਉਂਕਿ ਕਬੱਡੀ ਤੋਂ ਤਾਂ ਦੂਰ ਹੋ ਚੁੱਕੇ ਸੀ। ਕਬੱਡੀ ਖੇਡਣ ਦਾ ਸੁਪਨਾ ਤਿਆਗ ਹੀ ਦਿੱਤਾ ਸੀ ਜਦੋਂ ਸਰੀਰ ਹੀ ਡੈਮੇਜ ਹੋ ਗਿਆ। ਉਹ ਹੁੰਦੀ ਜਦੋਂ ਮੇਰੇ ਚੱਲ ਟਰਾਲਿਆਂ 'ਚੋਂ ਮੈਨੂੰ ਕਾਫੀ ਤਕੜਾ ਘਾਟਾ ਪਿਆ। ਟਰਾਲੇ ਸਾਡੇ ਵਹਿ ਗਏ ਬਾਈ, ਕੰਮ ਵੀ ਸਾਡਾ ਡਿੱਗ ਪਿਆ। ਤੇ ਮੈਂ ਘਰ ਦੇ ਅੱਡ ਹੋ ਗਏ, ਭਰਾ ਮੇਰਾ ਅੱਡ ਹੋ ਗਿਆ ਵੀ ਜਦੋਂ ਕੰਮ ਡਿੱਗ ਪਿਆ ਮੈਂ ਇਕੱਲਾ ਰਹਿ ਗਿਆ। ਇੱਕ ਤਾਂ ਮੇਰਾ ਮਨ ਟੁੱਟਿਆ ਹੋਇਆ ਸੀ, ਇੱਕ ਮੈਂ ਡੋਡੇ ਛੱਡਿਆਂ ਨੂੰ ਸਾਰੇ 15 ਦਿਨ ਹੀ ਹੋਏ ਸੀ ਬਾਈ। 50-50 ਹੁੰਦਾ, ਤੁਹਾਨੂੰ ਪਤਾ ਬੰਦਾ ਦਿਮਾਗ ਇੱਧਰ ਨੂੰ ਵੀ ਘੁੰਮ ਸਕਦਾ ਇੱਧਰ ਨੂੰ ਵੀ। ਤੇ ਕੁਛ ਕੁ ਬੰਦੇ ਮੈਨੂੰ ਇਸ ਤਰ੍ਹਾਂ ਦੇ ਮਿਲ ਗਏ, ਉਹ ਨਾ ਮੈਂ ਉੱਥੇ ਸਾਡੇ ਜਗ੍ਹਾ ਬਣੀ ਬਾਬਾ ਪੀਰ ਦੀ, ਉੱਥੇ ਮੈਂ ਬੜਾ ਦਾਸ ਬੈਠਾ। ਮੈਂ ਕਿਹਾ ਯਾਰ ਵੀ ਪੈਸਾ ਵੀ ਹੱਥੋਂ ਗਿਆ, ਭੈਣ ਭਰਾ ਵੀ ਛੱਡ ਕੇ ਭੱਜ ਗਏ, ਹੁਣ ਮੈਂ ਤਾਂ ਪਾਜ ਹੋ ਗਿਆ, ਦਿਹਾੜੀ ਕਰਨ ਜੋਗਾ ਨਹੀਂ, ਮੈਂ ਜਵਾਕ ਕਿਵੇਂ ਪਾਲੂ। ਇਹ ਟੈਨਸ਼ਨ ਦੇ ਵਿੱਚ ਮੈਂ ਉੱਥੇ ਬੜਾ ਹੀ ਮਤਲਬ ਸੈਡ ਮੂਡ ਦੇ ਵਿੱਚ, ਉਹ ਮੁੰਡਾ ਆਇਆ ਕੋਈ, ਮੈਨੂੰ ਉਹਦਾ ਉਸਤਾਦ ਕਿਵੇਂ ਦਾਸ ਜਾ ਬੈਠਾ। ਮੈਂ ਉਹਦੇ ਕੋਲੇ ਮਨ ਜਾ ਖਰਾਬ ਕੀਤਾ। ਮੈਂ ਕਿਹਾ ਯਾਰ ਕਿੰਨਾ ਕੰਮ ਸੀ ਵੀ ਤੱਪੜ ਰੁਲ ਗਿਆ, ਐਡਾ ਘਾਟਾ ਪਿਆ। ਬਾਈ ਨਸ਼ੇ ਦਾ ਹੱਲ ਨਹੀਂ ਹੈਗਾ ਇਹ ਚੀਜ਼ ਦਾ, ਸਮੱਸਿਆ ਦਾ? ਮੈਂ ਤੁਹਾਨੂੰ ਦੱਸਦਾ ਨਾ, ਉਹਨੇ ਮੈਨੂੰ 3-4 ਦਿਨ ਮਤਲਬ ਚਿੱਟਾ ਪਿਆ ਤਾ। ਜਦੋਂ ਪਿਆ ਤਾ ਬਈ ਮੈਨੂੰ ਥੋੜ੍ਹਾ ਜਿਹਾ ਉਹ ਪੀ ਕੇ ਟੈਕਰੇ ਜਿਹੇ 'ਚ ਆ ਜਾ ਕਰਾਂ, ਮੇਰਾ ਸਾਈਡ ਮੂਡ ਪਾਸੇ ਹੋ ਗਿਆ। ਕਰਦੇ ਹਫ਼ਤਾ ਖੰਡ ਲੰਘ ਗਿਆ ਤੇ ਮੈਂ ਬਾਈ ਪੱਕੇ ਪੈ ਗਿਆ। ਪੱਕੇ ਫਿਰ ਇਹੋ ਜਿਹਾ ਪਿਆ ਬਾਈ ਪਿੰਡ ਦੇ ਵਿੱਚ, ਨਾਲੇ ਤਾਂ ਅਖਲਾਕ ਡਿੱਗ ਪਿਆ। ਕਿੱਥੇ ਲੋਕ ਤੁਹਾਨੂੰ ਪਤਾ ਗੱਲਾਂ ਕਰਦੇ ਹੁੰਦੇ ਸੀ, ਚੰਗੇ ਚੁਣਵੇਂ ਪਲੇਅਰਾਂ 'ਚ ਤੇ ਚੰਗੇ ਚੁਣਵੇਂ ਘਰਾਂ 'ਚ ਮੇਰਾ ਨਾਂ ਆਉਂਦਾ ਸੀਗਾ, ਠੀਕ ਆ। ਉਦੋਂ ਬਾਅਦ ਫਿਰ ਬਾਈ ਮੈਂ ਵੱਧਦਾ ਕੰਮ ਜ਼ਿਆਦਾ ਵੱਧ ਗਿਆ ਵੀ ਮੈਂ ਤਕਰੀਬਨ 20-25 ਹਜ਼ਾਰ ਦਾ ਵੀ ਦਿਹਾੜੀ ਦਾ ਪੀਣ ਲੱਗ ਗਿਆ। ਸੰਗਤ ਉਹ ਜੀ ਹੋ ਗਈ। ਨਹੀਂ ਬਾਈ, ਕਿੱਥੋਂ ਤੁਸੀਂ ਦੱਸਿਆ ਵੀ ਘਰ ਡਾਊਨ ਹੋ ਗਿਆ, ਕੰਮ ਕਰ ਖੜ ਗਿਆ, ਫਿਰ ਇਹ ਪੈਸੇ ਕਿੱਥੋਂ ਆਉਂਦੇ ਸੀ? ਪੈਸੇ ਬਾਈ ਆਈ ਜਦੋਂ ਤੁਹਾਨੂੰ ਪਤਾ ਬੰਦਾ ਚਿੱਟਾ ਪੀਣ ਲੱਗਦਾ, ਉਹ ਆਸਾ ਪਾਸਾ ਵੀ ਕਰ ਜਾਂਦਾ, ਜਿਵੇਂ ਹੋਰ ਪੀਣ ਵਾਲਿਆਂ ਨੂੰ ਦੇਤਾ, ਉਹ ਕਰ ਲਿਆ, ਜਿਵੇਂ ਸੁਸਾਇਟੀ ਹੁੰਦੀ ਤੁਹਾਨੂੰ ਪਤਾ ਬਣ ਜਾਂਦੀ ਉਸ ਹਿਸਾਬ ਦੀ। ਤੇ ਫਿਰ ਬਾਈ ਇਹਨਾਂ ਨੇ ਜਦੋਂ ਪਤਾ ਲੱਗ ਗਿਆ ਵੀ ਕੰਮ ਗਿਆ, ਅਸੀਂ ਇਕੱਠੇ ਝੁੰਡ ਬਣਾ ਕੇ 4-5 ਜਣੇ ਬਾਈ, ਉਹ ਵੀ ਮੇਰੇ ਨਾਲ ਪਲੇਅਰ ਸੀ, ਅਸੀਂ ਪੀਣ ਲੱਗ ਗਏ। ਮੈਂ ਹੁਣ ਸੀਨੀਅਰ ਪਲੇਅਰ ਸੀ, ਉਹਨਾਂ ਨੂੰ ਉਹ ਜੂਨੀਅਰ ਸੀ। ਜਿਹੜੇ ਮੈਥੋਂ ਸੀਨੀਅਰ ਸੀ ਉਹਨਾਂ ਨੇ ਡਾਂਗ ਖਿੱਚ ਲਈ ਮੇਰੇ ਮਗਰ, ਜਿਵੇਂ ਬਾਈ ਮੇਜਰ ਹੋ ਗਿਆ, ਬਾਈ ਬਬਲੀ ਹੋ ਗਿਆ, ਤੇ ਪਿੰਡ ਦੇ ਹੋਰ ਉਹ ਮੈਨੂੰ ਕਹਿੰਦੇ ਵੀ ਤੈਨੂੰ ਹੁਣ ਅਸੀਂ ਪੁਲਿਸ ਨੂੰ ਫੜਾਉਣਾ ਨਹੀਂ, ਸੁਧਰ ਜਾ, ਕਿ ਤੂੰ ਐਡਾ ਵਧੀਆ ਪਲੇਅਰ ਸੀ ਯਾਰ, ਇੰਨੀ ਤੇਰੇ ਜਾਣ ਸੀ, ਆ ਤੂੰ ਕਿਹੜੇ ਕੰਮਾਂ 'ਚ ਪੈ ਗਿਆ। ਫਿਰ ਬਾਈ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਸਾਡੇ ਇੱਥੇ ਬਾਈ ਗਰਦੌਰ ਸਰਪੰਚ ਆ, ਉਹਨੇ ਮੇਰੀ ਜ਼ਿੰਮੇਵਾਰੀ ਲਈ, ਸਾਡੇ ਨਾਲ ਕਬੱਡੀ ਖੇਡਦਾ ਰਿਹਾ ਭਰਾ ਸਾਡਾ ਵੱਡਾ। ਉਹ ਕਹਿੰਦਾ ਯਾਰ ਵੀ ਚਲੋ ਮਾੜੀ ਸੰਗਤ ਜੋਗੀ ਆਪਾਂ ਨੂੰ ਪੁਲਿਸ ਨੂੰ ਨਹੀਂ ਫੜਾਉਣਾ, ਇਹ ਅੱਜ ਤੋਂ ਬਾਅਦ ਇਹ ਨਹੀਂ ਕੰਮ ਕਰੂਗਾ। ਤੇ ਫਿਰ ਚਲੋ ਮੈਂ ਉਹ ਦਿਨ ਕਮਿਟਮੈਂਟ ਕਰ ਲਈ। ਕੁਛ ਉਦੋਂ ਦੂਜੇ ਤੀਜੇ ਦਿਨ ਹੀ ਮੈਂ ਹੌਲੀ ਛੱਡਣਾ ਸ਼ੁਰੂ ਕਰਤਾ। ਮੈਂ ਕਿਹਾ ਵੀ ਹੌਲੀ ਘਟਾ ਦਿੰਦੇ ਆ। ਉਦੋਂ ਦੂਜੇ ਤੀਜੇ ਦਿਨ ਹੀ ਮੈਂ ਸਮਾਨ 5 ਗ੍ਰਾਮ ਕਿਤੋਂ ਪੀਣ ਵਾਸਤੇ ਲੈ ਕੇ ਆਇਆ ਬਾਈ। ਇਹ ਜਾਣੀ 13-14 ਦੀ ਗੱਲ ਆ।
ਤੇ ਲੈ ਕੇ ਆਇਆ ਤੇ ਸੀਏ ਸਟਾਫ ਵਾਲੇ ਆ ਗਏ ਮਗਰੀ ਬਾਈ। ਜਦੋਂ ਆ ਗਏ ਉਹਨਾਂ ਨੇ ਮੈਨੂੰ ਫੜ ਲਿਆ ਤੇ ਜਦੋਂ ਐਸਐਚਓ ਸਾਹਿਬ ਨੇ ਕਿਤੇ ਵਧੀਆ ਮੇਰੀ ਗੇਮ ਦੇਖੀ ਸੀ, ਉਹਨਾਂ ਨੇ ਵੀ ਇਹ ਪਲੇਅਰ ਵਧੀਆ ਰਿਹਾ। ਉਹਨਾਂ ਨੇ ਜਦੋਂ ਵੇਖਿਆ ਮੈਨੂੰ ਆਦੇ ਯਾਰ ਕਹਿ ਲਿਆ ਤੂੰ ਤੇਰੇ ਹੱਥੇ ਬਹੁਤ ਮਾੜੀ ਗੱਲ। ਉਹਨਾਂ ਨੇ ਮੈਨੂੰ ਬਹੁਤ ਤੋ ਲਾਂਤਾਂ ਪਾਈਆਂ ਤੇ ਅੱਜ ਅਸੀਂ ਤੇਰੇ ਤੇ ਪਾਉਣਾ ਸੀ ਪਾਊਡਰ। ਹੁਣ ਤੇਰੀ ਗੇਮ ਵਧੀਆ ਰਹੀ ਆ, ਤੈਨੂੰ ਇੱਕ ਮੈਂ ਮੌਕਾ ਦਿੰਦਾ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ, ਮੈਂ ਕਿਹਾ ਵੀ ਸਾਰਾ ਐਂ ਕਰਕੇ ਮੈਂ ਛੱਡਦਾ ਜਾਂਦਾ, ਮੈਂ ਜ਼ਿਆਦਾ ਪੀਣ ਲੱਗ ਗਿਆ ਸੀ, ਆਹ ਗੱਲ ਆ ਮੇਰੀ, ਮੈਨੂੰ ਟਾਈਮ ਦੀ। ਉਹਨਾਂ ਨੇ ਮੈਨੂੰ ਮਤਲਬ ਕਿ 1.5 ਮਹੀਨੇ ਦਾ ਟਾਈਮ ਦੇਤਾ। ਫਿਰ ਬਸ ਬਾਈ ਉਸ ਟਾਈਮ ਤੋਂ ਮੈਂ ਜਿਹੜਾ ਮੇਰੇ ਕੋਲੇ ਸੀਗਾ ਕੁਛ ਤਾਂ ਉਹ ਖੋ ਕੇ ਲੈ ਕੇ ਥੋੜ੍ਹਾ ਜਿਹਾ ਮੈਨੂੰ ਉਹ ਦੇ ਗਏ ਸੀ ਵੀ ਲੈ ਦੇਣਾ, ਥੋੜ੍ਹਾ ਥੋੜ੍ਹਾ ਕਰਕੇ ਘਟਾ ਦੇ, ਇੱਕਦਮ ਨਹੀਂ ਤੈਨੂੰ ਕਹਿੰਦੇ ਚਾਹੇ ਦਾਖਲ ਹੋ ਜਾ ਜਾਂ ਕੁਛ ਹੋ ਜਾ। ਮੈਂ ਉਹ ਵੀ ਬਾਈ ਨਾਲ ਹੀ ਛੱਡਤਾ। ਫਿਰ ਮੈਂ ਕਮਿਟਮੈਂਟ ਹੀ ਕਰ ਲਈ। ਮੈਂ ਕਿਹਾ ਵੀ ਹੁਣ ਜਾਂ ਤਾਂ ਮੈਂ ਸਰੀਰ ਬਣਾ ਕੇ ਜਾਊਂਗਾ, ਨਹੀਂ ਮੈਂ ਜਾਣਾ ਹੀ ਹੈ। ਤੇ ਬਸ ਉਦੋਂ ਬਾਅਦ ਮੈਂ ਛੱਡਤਾ ਚਿੱਟਾ ਬਾਈ ਹੌਲੀ ਹੌਲੀ। ਫਿਰ ਬਈ ਇੱਕ ਤੁਹਾਡੇ ਦੌਰ ਉਹ ਵੀ ਆਇਆ ਵੀ ਚਲੋ ਜਦੋਂ ਬੰਦਾ ਨਸ਼ੇ 'ਚ ਪੈ ਜਾਂਦਾ ਉਹਨੂੰ ਨਸ਼ੇੜੀ ਵੀ ਕਹਿੰਦੇ ਆ, ਕਿਤੇ ਤੁਹਾਡਾ ਮਾਣ ਸਨਮਾਨ ਸੀਗਾ ਪਿੰਡ ਦੇ ਵਿੱਚ, ਇੱਜ਼ਤ ਸੀਗੀ। ਸੁਣਿਆ ਤੁਸੀਂ ਇੱਕ ਟਾਈਮ ਕਿਤੇ ਮਤਲਬ ਖਾਤਮੇ ਦੀ ਗੱਲ ਵੀ ਕਰ ਲਈ, ਫਾਹਾ ਵੀ ਲੈਣ ਲੱਗੇ ਸੀਗੇ, ਉਹ ਦੌਰ ਕਿੱਦਾਂ ਦਾ ਸੀਗਾ ਦੱਸੋਗੇ ਮੁੰਡੇ? ਉਹ ਬਾਈ ਜੀ ਇਉਂ ਹੋਈ, ਮੈਨੂੰ ਨਾ ਬਹੁਤ ਦਿਨ ਤੋੜ ਨਾ ਹਟੀ, ਮਤਲਬ ਤਕਰੀਬਨ 1.5-2 ਹਫ਼ਤੇ ਲੰਘ ਗਏ, ਤੋੜ ਨਹੀਂ ਸੀ ਹਟਦੀ। ਮੈਂ ਬੜਾ ਔਖਾ ਤੇ ਖਾਣਾ ਪੀਂਦਾ ਵੀ ਮੰਜੇ ਜੀ ਪਿਆ ਸੀ। ਇੱਕ ਮੇਰੇ ਤੁਹਾਨੂੰ ਪਤਾ ਵੀ ਘਰ ਉਜੜ ਗਿਆ, ਸਾਰਾ ਕੁਝ ਹੋ ਗਿਆ। ਇੱਕ ਘਰੇ ਤੁਹਾਨੂੰ ਪਤਾ ਵੀ ਫਿਰ ਜਦੋਂ ਬੰਦਾ ਕਮਾਉਣ ਵਾਲਾ ਹੀ ਇਸ ਤਰ੍ਹਾਂ ਹੋ ਜੇ ਫਿਰ ਘਰ ਦੇ ਹਾਲਾਤ ਤਾਂ ਫਿਰ ਰੱਬ ਹੀ ਰਾਖਾ ਹੁੰਦਾ, ਤੁਹਾਨੂੰ ਪਤਾ ਹੀ ਆ। ਤੇ ਮੇਰੇ ਇੱਕ ਦਿਨ ਮਨ ਚ ਆਈ, ਮੈਂ ਕਿਹਾ ਯਾਰ ਭਲਵਾਨਾ ਐਵੇਂ ਤੜਫੀ ਜਾਂਦਾ, ਮਰਤਾ ਤੂੰ ਜਾਣਾ ਹੀ ਆ, ਨਾ ਤੇਰੇ ਕੋਲ ਕੁਛ ਰਿਹਾ, ਨਾ ਇੱਜ਼ਤ ਰਹੀ ਆ, ਨਾ ਪੈਸਾ ਰਿਹਾ, ਨਾ ਕੋਈ ਗੱਡੀਆਂ ਰਹੀਆਂ। ਮੈਂ ਬਹੁਤ ਲਗਜ਼ਰੀ ਜ਼ਿੰਦਗੀ ਜੋਈ ਆ ਬਈ, ਚੰਗੀ ਗੱਡੀ ਹੁੰਦੀ ਸੀ ਮੇਰੇ ਕੋਲ, ਚੰਗਾ ਮੋਟਰਸਾਈਕਲ, ਤੁਹਾਨੂੰ ਪਤਾ 6 ਮਹੀਨੇ ਬਦਲ ਦਿੰਦਾ। ਪਰ ਮਰਨਾ ਤਾਂ ਬੜੀ ਦਿਲੀ ਹੈ ਨਾ। ਮਰਨ ਦਾ ਤੁਹਾਨੂੰ ਦੱਸਦਾ ਕਿਵੇਂ ਜਾਗਿਆ। ਜਦੋਂ ਮੇਰੇ ਮਨ ਚ ਆਈ ਮੈਂ ਕਿਹਾ ਯਾਰ ਤੋੜ ਤਾਂ ਹਟਦੀ ਨਹੀਂ ਗੀ, ਵੀ ਡੋਡੇ ਫੀਮ ਦੀ ਤੋੜ ਤਾਂ ਯਾਰ ਜਦੋਂ ਟਰੱਕ ਤੋਂ ਉਤਰ ਕੇ ਛੱਡਾਈ ਤੀਜੇ ਦਿਨ ਮੁੜ ਗਈ ਸੀ, ਇਹ ਤਾਂ ਜਾਂਦੀ ਨਹੀਂ। ਇਹ ਸਾਈਕੋਜੀ ਤੌਰ ਤੇ ਹੁੰਦੀ ਭਾਜੀ, ਸਰੀਰਕ ਤੌਰ ਤੇ ਘੱਟ ਆ, ਸਾਈਕੋਜੀ ਤੌਰ ਤੇ ਇੰਨੀ ਜ਼ਿਆਦਾ ਤੋੜ ਹੈ ਇਹਦੀ ਜਿੰਨੀ ਤੁਸੀਂ ਕਹਿ ਲਓ। ਫਿਰ ਮੇਰੇ ਮਨ ਚ ਆਈ, ਮੈਂ ਕਿਹਾ ਯਾਰ ਭਲਵਾਨਾ 2 ਮਿੰਟਾਂ ਦੀ ਜਾਨ ਯਾਰ ਕੱਢ ਕੇ ਪਰੇ ਮਾਰਿਆ, ਮੈਂ ਤੜਫੀ ਜਾਂਦਾ। ਇਸ ਤਰ੍ਹਾਂ ਦੇ ਮੈਂ ਮਤਲਬ ਕਿ ਡੋਲ ਗਿਆ ਬਾਈ ਜ਼ਿੰਦਗੀ, ਮੈਨੂੰ ਐਂ ਲੱਗਣ ਲੱਗੀ ਬੇਰੰਗ ਹੋ ਗਈ ਵੀ ਕੁਛ ਵੀ ਨਹੀਂ ਹੈਗਾ ਇਹਦੇ 'ਚ। ਫਿਰ ਬਾਈ ਜਦੋਂ ਮੈਂ ਉੱਠ ਕੇ ਰੱਸਾ ਚੱਕ ਕੇ ਫਾਹਾ ਲੈਣ ਲਈ ਤੁਰਿਆ ਨਾ, ਮੇਰੀ ਬੇਟੀ ਸੀ 3.5 ਸਾਲਾਂ ਦੀ ਤੇ ਬੇਟਾ ਛੋਟਾ ਸੀ, 1.5 ਸਾਲ ਦਾ ਉਹ ਸੀਗਾ। ਤੇ ਮਿਸੀ ਜੇ ਤਿੰਨੇ ਪਏ ਤੇ ਬੇਟੀ ਨੇ ਲੱਤ ਮਾਰ ਕੇ ਰਜਾਈ ਮੂੰਹ ਤੋਂ ਲਾਤੀ। ਫਿਰ ਬਾਈ ਮੈਂ ਮਤਲਬ ਕਿ ਭਾਵੁਕ ਹੋ ਗਿਆ। ਮੈਂ ਕਿਹਾ ਯਾਰ ਵੀ ਇਹ ਤੈਨੂੰ ਛੱਡ ਕੇ ਨਹੀਂ ਇਹ ਕਿਤੇ ਵੀ ਹਿੱਲੀ, ਤੇਰੀ ਇੰਨੀ ਇਹਨੇ ਮਦਦ ਕੀਤੀ, ਸਭ ਕੁਛ ਤੇਰੀਆਂ ਮਾਲਸਾਂ ਕਰ ਬੁਰੇ ਹਾਲ, ਹੁਣ ਤੂੰ ਇਹਨੂੰ ਛੱਡ ਕੇ ਮਰ ਲੱਗਾ ਯਾਰ, ਕੀ ਕਰੂ ਵਿਚਾਰੀ ਭਲੀ ਮਾਂ ਤੋਂ ਬੁੜੀ ਆ। ਲਾਹਨਤਾਂ ਪਾਈਆਂ ਆਪਦੇ ਆਪ ਨੂੰ ਬੜੀਆਂ ਲਾਹਨਤਾਂ ਪਾਈਆਂ ਬਾਈ ਬੜਾ। ਮੈਂ ਉੱਥੋਂ ਰੱਸਾ ਸੱਟ ਕੇ ਇੱਕ ਸਾਡੇ ਭਗਤੀ ਰੂਮ ਬਣਿਆ ਘਰ 'ਚ, ਤੁਹਾਨੂੰ ਵੇਖਿਆ, ਉਹਦੇ 'ਚ ਬਾਬੇ ਨਾਨਕ ਦੀ ਫੋਟੋ ਮੂਹਰੇ ਮੈਂ ਜਾ ਕੇ ਰੋਣ ਲੱਗ ਗਿਆ। ਬੜੀ ਪਹਿਲੀ ਵਾਰ ਰੋਇਆ ਜ਼ਿੰਦਗੀ, ਮੈਂ ਛੇਤੀ ਕਿਤੇ ਰੋਂਦਾ ਨਹੀਂ, ਸਟਰੋਂਗ ਬਹੁਤ ਆ ਮੈਂ। ਇੰਨਾ ਕੁ ਮੈਂ ਰੋਇਆ, ਮਤਲਬ ਮੈਂ ਕਿਹਾ ਬਾਬਾ ਵੀ ਮੈਂ ਮੁੜਨਾ ਚਾਹੁੰਦਾ, ਠੀਕ ਆ ਮੈਥੋਂ ਗਲਤੀ ਹੋ ਗਈ, ਤੁਹਾਨੂੰ ਪਤਾ ਪਰਮਾਤਮਾ ਨੂੰ। ਮੈਂ ਕਿਹਾ ਤੂੰ ਜਾਣਦਾ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ ਅੱਜ ਤੱਕ, ਤੇ ਮੈਨੂੰ ਕੋਈ ਰਸਤਾ ਵਿਖਾ ਵੀ ਮੈਂ ਇਹਨਾਂ ਦੀ ਖਾਤਰ ਜਿਉਣਾ ਚਾਹੁੰਦਾ, ਚਾਹੇ ਹੁਣ ਮੈਨੂੰ ਕੁਛ ਵੀ ਮੁਸੀਬਤਾਂ ਝੱਲਣ, ਮੈਂ ਮਰਨਾ ਨਹੀਂ। ਫਿਰ ਬਾਈ ਬਸ ਪਰਮਾਤਮਾ ਦੀ ਕਿਰਪਾ ਹੋ ਗਈ, ਉਹ ਤਾਂ ਬਰੂਫਨ ਦੀ ਗੋਲੀ ਪਈ ਸੀ, ਉਹ ਖਾਲੀ ਮੈਂ ਇੱਕ ਡੋਲੋ ਨੈਸ ਦੀ, ਤੇ ਤੋੜ ਮੇਰੀ ਹਟ ਗਈ ਬਾਈ, ਮੈਂ ਖਾ ਪੀ ਵੀ ਲਿਆ। ਉਦੋਂ ਬਾਅਦ ਫਿਰ ਹੌਲੀ ਹੌਲੀ ਮੈਂ ਗਰਾਊਂਡ ਨਾਲ ਜੁੜਨਾ ਸ਼ੁਰੂ ਕਰਤਾ। 3 ਸਾਲ ਤੱਕ ਸੁਸਾਇਟੀ ਨੇ ਮੈਨੂੰ ਮਾਫ ਨਹੀਂ ਕੀਤਾ, ਮੈਨੂੰ ਇਸੇ ਅੱਖ ਨਾਲ ਵੇਂਦੇ ਰਹੇ। ਇਹ ਤਾਂ ਵੈਸੇ ਬੜੀ ਮਾੜੀ ਗੱਲ ਹੈ, ਆਪਾਂ ਨਸ਼ਾ ਛੱਡਦਾ ਇਨਸਾਨ ਪਰ ਫਿਰ ਵੀ ਉਹਨੂੰ ਉਸੇ ਤੋਮਤਾਂ ਨਾਲ ਉਸੇ ਨਿਗਾਹ ਨਾਲ ਦੇਖਿਆ ਜਾਂਦਾ। ਬਾਈ ਇਦਾਂ ਗੱਲ ਹੁੰਦੀ, ਚਿੱਟੇ ਵਾਲੇ ਦਾ ਅਖਲਾਕ ਹੀ ਬਹੁਤ ਡਿੱਗ ਪੈਂਦਾ, ਚਾਹੇ ਜਿੱਡਾ ਮਰਜ਼ੀ ਬੰਦਾ ਹੋਵੇ। ਤੁਸੀਂ ਵੇਖਿਆ ਹੁਣ ਬਾਈ ਗੁਰਜੀਤ ਤੂੰ ਦੀਆਂ ਇੰਟਰਵਿਊਆਂ ਵੇਖੀਆਂ, ਕਿੱਡੇ ਬੰਦੇ ਸੀਗੇ, ਕੀ ਕੁਛ ਸੀ। ਚਲੋ ਫਿਰ ਵੀ ਮੈਂ ਉਹਨਾਂ ਕਲੱਬਾਂ ਵਾਲਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਦੀ ਬੱਚੀ ਆ ਨਿੱਕੀ ਜਿਹੀ, ਮੈਨੂੰ ਵੀ ਬੜਾ ਤਰਸ ਆਇਆ ਵੇਖ ਕੇ, ਕਿਉਂਕਿ ਮੈਂ ਇਹ ਚੀਜ਼ 'ਚੋਂ ਪਹਿਲਾਂ ਨਿਕਲ ਚੁੱਕਿਆ 7-8 ਸਾਲ। ਫਿਰ ਬਾਈ 3 ਸਾਲਾਂ ਬਾਅਦ ਹੌਲੀ ਹੌਲੀ ਮੈਨੂੰ ਰਾਜ ਵੀ ਪੁੱਛਦੇ ਰਹੇ ਆ ਰੋਕ ਕੇ ਵੀ ਬਾਈ ਤੈਨੂੰ ਯਾਰ ਦਾਖਲ ਦੂਖਲ ਕਰਾਉਂਦੇ, ਤੂੰ ਭੱਜਦਾ ਬਹੁਤ ਜ਼ਿਆਦਾ ਮੈਂ ਡੈਗਣਾ ਪਈ। ਮੈਂ ਉਹਨਾਂ ਨੂੰ ਕਿਹਾ ਬਾਈ ਤੁਸੀਂ ਮੇਰੇ ਤੇ ਭਰੋਸਾ ਰੱਖੋ, ਮੈਂ ਨਸ਼ਾ ਨਹੀਂ ਕਰਦਾ। ਬਸ ਫਿਰ 3 ਸਾਲਾਂ ਬਾਅਦ ਮੇਰੇ ਸਰੀਰ ਨੇ ਦੱਸਣਾ ਸ਼ੁਰੂ ਕਰਤਾ ਵੀ ਵਾਕਈ ਹਟ ਗਿਆ। ਤੇ ਹੁਣ ਤਾਂ ਤੁਹਾਡੇ ਸਾਹਮਣੇ ਮੇਰਾ 8-10 ਘੰਟੇ ਦਾ ਸਟੈਮਿਨਾ ਪ੍ਰੈਕਟਿਸ ਦਾ 2000 ਤਾਂ ਮੈਂ ਛਪਾਟਾ ਮਾਰ ਜਾਂਦਾ, ਤੇ ਤਕਰੀਬਨ 2.5-3 ਕੁਆਂਟਲ ਦੀ ਮੈਂ ਡੈੱਡ ਲਿਫਟ ਲਾ ਜਾਂਦਾ, 1.25 ਕੁਆਂਟਲ ਦੇ ਨੇੜੇ ਬੈਂਚ ਪ੍ਰੈਸ। ਆਪਦਾ ਭਾਰ ਵੀ ਮੇਰਾ 95 ਕਿਲੋ, ਤਾਂ ਮੇਰਾ ਭਾਰ ਹੀ ਸਾਰਾ 87-88 ਕਿਲੋ ਤੋਂ ਵੀ ਘੱਟ ਰਹਿ ਗਿਆ ਸੀ। ਤੁਸੀਂ ਬੱਚਿਆਂ ਦੀ ਗੱਲ ਕੀਤੀ ਆ ਵੀ ਉਹਨਾਂ ਦੇ ਬੱਚੇ ਆਏ ਹਨਾ, ਜਿੱਦਾਂ ਤੁਹਾਡੇ 2 ਬੱਚੇ ਨੇ ਤੇ ਤੁਹਾਡਾ ਧਿਆਨ ਸਾਰਾ ਉੱਧਰ ਲੱਗਿਆ ਹੋਇਆ ਸੀ, ਜਾਂ ਤੁਸੀਂ ਹੁਣ ਮਿਹਨਤ ਵਾਲੇ ਪਾਸੇ ਲਾਇਆ, ਤੇ ਬੱਚਿਆਂ ਦਾ ਫਿਰ ਕਿਵੇਂ ਚੱਲਦਾ, ਪੜ੍ਹਾਈ ਦਾ ਖਰਚਾ ਕਿੱਥੋਂ ਆਉਂਦਾ? ਬੱਚਿਆਂ ਦਾ ਬਾਈ ਜੀ ਮੇਰੇ ਨਾਲ ਸੱਜਣ ਮਿੱਤਰ ਆ, ਜਿਵੇਂ ਪਹਿਲਾਂ ਤਾਂ ਸਲੀਣਾ ਜਿਮ 'ਚ ਮੈਂ ਟ੍ਰੇਨਰ ਸੀਗਾ, ਬਾਈ ਸਲੀਣੇ ਨੇ 1 ਸਾਲ। ਮੇਰੇ ਬੱਚੇ ਪਹਿਲਾਂ ਜਦੋਂ ਮੇਰੇ ਤੇ ਚੰਗਾ ਟਾਈਮ ਸੀ ਨਾ, ਕੈਂਬਰੇ ਸਕੂਲ 'ਚ ਪੜ੍ਹਦੇ ਹੁੰਦੇ ਸੀ, ਕਿਉਂਕਿ ਮੈਂ ਆਪ ਵੀ ਮੇਰੀ BA ਕੀਤੀ ਵੀ ਆ, ਮੈਨੂੰ ਬੱਚਿਆਂ ਦੀ ਤਾਲੀਮ ਦਾ ਜ਼ਿਆਦਾ ਫਿਕਰ ਸੀ। ਉੱਥੇ ਪੜ੍ਹਦੇ ਹੁੰਦੇ ਸੀ ਚੰਗੇ ਦੌਰ 'ਚ। ਜਦੋਂ ਦੌਰ ਮਾੜਾ ਆ ਗਿਆ, ਮੇਰੇ ਕੋਲ ਕੋਈ ਪੈਸਾ ਨਾ ਆਇਆ, 1 ਸਾਲ ਸਲੀਣੇ ਨੇ ਮਤਲਬ ਬਾਈ ਨੂੰ ਕਹਿ ਕੇ, ਕੁਲਵੰਤ ਸਿੰਘ ਮਲੂਕਾ ਕਲੇਰ ਸਕੂਲ ਵਾਲਾ, ਉਹਨਾਂ ਨੇ ਵੇਖਿਆ ਵੀ ਭਲਵਾਨ ਮਿਹਨਤੀ ਬਹੁਤ ਆ ਯਾਰ, ਦੁਬਾਰੇ ਲੀਹ ਤੇ ਆ ਗਿਆ। ਸਲੀਣੇ ਬਾਈ ਨੇ ਆਖਿਆ ਵੀ ਆਪਾਂ ਇਹਦੀ ਮਦਦ ਕਰਨੀ। ਉਹਨਾਂ ਨੇ ਮੇਰੇ ਦੋਨੇ ਬੱਚੇ 1 ਸਾਲ ਫ੍ਰੀ ਪੜ੍ਹਾਏ। ਫਿਰ ਉੱਥੇ ਸਲੀਣੇ ਨੇ ਮੇਰੀ ਮਦਦ ਕੀਤੀ ਪੂਰੀ, ਸਪਲੀਮੈਂਟ ਵੀ ਮੈਨੂੰ ਲੈ ਕੇ ਦਿੰਦਾ ਰਿਹਾ। ਮੈਂ ਐਵੇਂ ਆਖਾਂ, ਲੜਦਾ ਵੀ ਮੇਰੇ ਨਾਲ ਬਹੁਤ ਸੀ, ਗਾਲਾਂ ਕੱਢਦਾ ਸੀ, ਤੂੰ ਕਿਹੜੇ ਕੰਮ 'ਚ ਪੈ ਗਿਆ, ਵੱਡਾ ਭਰਾ ਆਪਣਾ, ਉਹਦਾ ਹੱਕ ਵੀ ਆ। ਤੇ ਉੱਥੇ ਮੈਂ ਟ੍ਰੇਨਰ ਵੀ ਸੀ, ਮੇਰੀ ਉੱਥੇ ਜੂਸ ਦੀ ਦੁਕਾਨ ਵੀ ਮੈਂ ਕਰ ਲਈ ਵੀ ਮੇਰਾ ਖੁਰਾਕ ਰੂਕ ਨਿਕਲੀ ਜਾਵੇ ਉੱਥੇ। ਫਿਰ ਮੇਰਾ ਬਾਈ ਜਿੰਨੀ ਮੈਂ ਐਕਸਰਸਾਈਜ਼ ਕਰਨੀ ਚਾਹੁੰਦਾ ਸੀ, ਉਹਨਾਂ ਮੇਰੇ ਕੋਲ ਉੱਥੇ ਟਾਈਮ ਨਹੀਂ ਲੱਗਦਾ ਸੀ। ਉੱਥੋਂ ਫਿਰ ਮੈਂ ਆ ਗਿਆ।
ਫਿਰ ਚਲੋ ਮੈਂ ਜ਼ਿਆਦਾਤਰ ਫਿਰ ਮੈਂ ਵੀ ਸ਼ਰਮ ਖਾਦੀ। ਮੈਂ ਕਿਹਾ ਯਾਰ ਬਈ ਸਾਰੀ ਉਮਰ ਬੱਚੇ ਮੈਂ ਇੱਥੇ ਫ੍ਰੀ ਨਹੀਂ ਪੜ੍ਹਾ ਸਕਦਾ, ਹਲੇ ਮੇਰੇ ਨੌਕਸ ਜ਼ਿਆਦੇ ਆ, ਟਾਈਮ ਲੱਗਣਾ 6-7 ਸਾਲ ਮੈਨੂੰ ਲੱਗ ਜਾਣੇ। ਮੈਨੂੰ ਪਤਾ ਸੀਗਾ ਵੀ ਲੱਤ ਮੇਰੀ ਜ਼ਿਆਦਾ ਵਿੰਗੀ ਹੋਈ ਆ, ਗ੍ਰੇਡ ਖਲੀ ਵਾਂਗੂ ਹੋਈ ਵੀ ਸੀਗੀ। ਫਿਰ ਮੈਂ ਇੱਥੇ ਸਾਡੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸਕੂਲ ਆ, ਉਹਨਾਂ ਦੀ ਕਮੇਟੀ ਦਾ ਵੀ ਮੈਂ ਬਹੁਤ ਧੰਨਵਾਦ ਤੁਹਾਡੇ ਮਾਧਿਅਮ ਨਾਲ ਕਰਨਾ ਚਾਹੁੰਦਾ। ਮੈਥੋਂ ਬਹੁਤ ਵਾਰੀ ਫੀਸ ਭਰੀ ਨਹੀਂ ਜਾਂਦੀ, ਪਰ ਉਹਨਾਂ ਨੇ ਮੇਰੇ ਬੱਚਿਆਂ ਦਾ ਕਦੇ ਰਿਜ਼ਲਟ ਨਹੀਂ ਰੋਕਿਆ, ਕਦੇ ਮੈਨੂੰ ਫਾਲਤੂ ਫੋਨ ਲਾ ਕੇ ਸਤਾਇਆ ਨਹੀਂ। ਬਾਈ ਧਰਮਿੰਦਰ ਭੋਲਾ ਇੱਥੇ ਸਾਡਾ ਵੱਡਾ ਭਰਾ, ਇੱਥੇ ਫੁੱਟਬਾਲ ਵੀ ਖੇਡਦਾ, ਉਹਨੇ ਮੇਰਾ ਬੜਾ ਸਾਥ ਦਿੱਤਾ। ਉਹ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ। ਫਿਰ ਸਾਡਾ ਇੱਥੇ ਬਾਈ ਦਵਿੰਦਰ ਸਿੰਘ ਭੋਲਾ ਸਰਪੰਚ ਗਰਜੰਟ ਸਿੰਘ ਦਾ ਬੇਟਾ, ਉਹ ਮੇਰੇ ਬੱਚਿਆਂ ਦੀ ਬੜੇ ਵਾਰੀ ਫੀਸ ਭਰੀ। ਉਹਨੇ ਵੀ ਮੈਨੂੰ ਆਂਦਾ ਭਲਵਾਨ ਤੂੰ ਪੁੱਠਾ ਰਾਹ ਨਾ ਚੁਣੀ, ਮੈਂ ਬੈਠਾ ਬੱਚਿਆਂ ਤੇਰਾਂ ਦਾ ਆਪੇ। ਮੈਂ ਉਹਨੂੰ ਇੱਕ ਵਾਰੀ ਮੈਨੂੰ ਕਹਿਣ ਦੀ ਲੋੜ ਵੀ ਨਹੀਂ ਕਈ ਵਾਰੀ ਪੈਂਦੀ, ਜੇ ਮੈਂ ਮਾੜਾ ਜਾ ਕੇ ਉਹਨੇ ਦੂਜਾ ਸਵਾਲ ਨਹੀਂ ਕਰਨਾ, ਮੈਨੂੰ ਖੁਰਾਕ ਖਾਣ ਨੂੰ ਵੀ ਪੈਸੇ ਦੇ ਕੇ ਅੰਦਰ। ਇਸੇ ਤਰ੍ਹਾਂ ਬਾਈ ਇੱਥੇ ਕੀਲਾ ਸਰਪੰਚ ਆ, ਉਹਨੇ ਵੀ ਮੇਰੀ ਬੜੀ ਮਦਦ ਕਰੀ। ਮੈਨੂੰ ਆਦਾ ਵੀ ਤੂੰ ਜਦੋਂ ਵੀ ਤੈਨੂੰ ਕਿਸੇ ਪੈਸੇ ਦੀ ਲੋੜ ਆ ਤੂੰ ਕਿਸੇ ਮੂਹਰੇ ਹੱਥ ਨਹੀਂ ਛੱਡਣਾ, ਤੂੰ ਮੇਰੇ ਕੋਲੇ ਆਉਣਾ। ਮੈਂ ਉਹਦੇ ਕੋਲੇ ਲਾਸਟ ਤੇ ਜਾਂਦਾ ਸ਼ਰਮ 'ਚ ਵੀ, ਉਹਦੇ ਤਾਂ ਮੈਂ ਪਹਿਲਾਂ ਹੀ 35-40 ਹਜ਼ਾਰ ਰੁਪਏ ਤੋਂ ਵੀ ਬੜੇ ਮੈਂ ਮਤਲਬ ਖੁਰਾਕ ਖਾਈ ਬੈਠਾ ਲੈ ਕੇ। ਫਿਰ ਦਵਾਈ ਬੂਟੀ ਦਾ ਕਦੇ ਉਹਨੇ ਪੈਸਾ ਨਹੀਂ ਲਿਆ, ਮੈਨੂੰ ਨਹੀਂ ਪਤਾ 10,000 ਬਣਿਆ ਗਏ। ਮੈਨੂੰ ਆਦਾ ਵੀ ਤੂੰ ਗਲਤ ਰਾਹ ਨਹੀਂ ਚੁਣਨਾ, ਮੈਂ ਹਮੇਸ਼ਾ ਤੇਰੇ ਨਾਲ ਆ। ਇਸੇ ਤਰ੍ਹਾਂ ਹੀ ਬਾਈ ਫਿਰ ਮੋਗੇ ਮੁੰਡਾ ਗਗਨ ਜਿਮ ਵਾਲਾ, ਉਹਨੇ ਮੇਰੀ ਬੜੀ ਪ੍ਰੈਕਟਿਸ ਕਰਾਈ, ਕਦੇ ਕੋਈ ਪੈਸਾ ਨਹੀਂ ਮੈਥੋਂ ਜਿਮ ਦਾ ਚਾਰਜ ਕੀਤਾ। ਸਮਾਂ ਸਪਲੀਮੈਂਟ ਆ, ਇੱਕ ਮੁੰਡਾ ਇੱਥੇ ਕਮਲ ਸਪਲੀਮੈਂਟ ਵਾਲਾ, ਤੇ ਉਹ ਮੇਰਾ ਬੜਾ ਖਿਆਲ ਰੱਖਦਾ। ਸਪਲੀਮੈਂਟ ਮੈਨੂੰ ਉਹ ਘਰੇ ਆ ਕੇ ਮਹੀਨੇ ਦੇ ਮਹੀਨੇ ਉਹਨੇ ਦੇ ਦੇਣਾ ਵੀ ਬਾਈ ਤੂੰ ਖਾ, ਕੋਈ ਪੈਸਾ ਨਹੀਂ, ਜੋ ਮੈਂ ਇਹਨੂੰ ਮਰਜ਼ੀ ਕਹਾਂ। ਉਹ ਬੰਦੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਮੇਰੀ ਅੱਜ ਵੱਡੀ ਬਣੀ ਆ, ਉਹ ਵੀ ਬਹੁਤ ਵੱਡਾ ਜ਼ਿੰਮੇਵਾਰ ਆ। ਫਿਰ ਬਾਈ ਜੀ ਇੱਥੇ ਫਿਰ ਰਹਿੰਦਾ ਆਪਾਂ ਨੂੰ ਫਿਕਰ ਆਉਂਦਾ ਆਟੇ ਕੋਟੇ ਦਾ। ਇੱਥੇ ਮੁੰਡੇ ਆ ਸਰਦਾਰਾ ਸਿੰਘ ਮੈਸਤਰੀ ਦੇ ਪੋਤੇ ਆ, ਰਣਜੀਤ ਤੇ ਗੋਲਡੀ, ਉਹ ਇੰਨੇ ਬੰਦੇ ਮਤਲਬ ਧਾਕੜਾ। ਮੈਨੂੰ ਉਹਨਾਂ ਨੇ ਇੱਕੋ ਗੱਲ ਕਹਿਤੀ ਸੀ ਜਦੋਂ ਮੈਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਲਵਾਨ ਬਿਲਕੁਲ ਲੀਹ ਤੇ ਆ, ਛੱਡ ਗਿਆ ਨਸ਼ਾ। ਉਹ ਮੈਨੂੰ ਆਂਦੇ ਵੀ ਗੱਲ ਸੁਣ, ਜਿੰਨਾ ਚਿਰ ਸਾਡੀ ਚੱਕੀ ਚੱਲੂਗੀ ਤੇਰੇ ਜਵਾਕ ਭੁੱਖੇ ਨਹੀਂ ਬਹਿਣਗੇ, ਤੂੰ ਕਿਤੋਂ ਆਟਾ ਨਹੀਂ ਮੁੱਲ ਲਏਗਾ, ਜਦੋਂ ਤੇਰੇ ਕਿਤੇ ਚੜ ਗਿਆ ਕੰਮ ਉਦੋਂ ਦੇ ਦੀ, ਨਹੀਂ ਤੈਨੂੰ ਛੱਡੇ। ਪਰ ਤੂੰ ਪੁੱਠਾ ਰਾਹ ਨਾ ਚੁਣੀ ਯਾਰ, ਤੇਰਾ ਇਹ ਸਾਨੂੰ ਕੰਮ ਬਹੁਤ ਪਸੰਦ ਆ, ਤੂੰ ਆਪਦੀ ਤਰੱਕੀ ਕਰ, ਸਾਨੂੰ ਪਤਾ ਤੂੰ ਕਰ ਜਾਣਾ। ਤੇ ਮੈਨੂੰ ਨਹੀਂ ਪਤਾ ਕਿੰਨੇ ਪੈਸੇ ਬਣੇ ਪਏ, ਉਹਨਾਂ ਨੇ ਅੱਜ ਤੱਕ ਆਟੇ ਦੇ ਪੈਸੇ ਨਹੀਂ ਮੰਗੇ। ਪਿਛਲੇ 7 ਸਾਲ ਤੋਂ ਮੈਂ ਉਹਨਾਂ ਦੀ, ਮੈਂ ਹਾਲਾਂਕਿ ਜਦੋਂ ਮੇਰੇ ਕੋਲ ਕੋਈ 5-10 ਹਜ਼ਾਰ ਹੈ ਜੇ ਮੈਂ ਦੇ ਆਉਣਾ ਹੁੰਦਾ ਉਹਨਾਂ ਨੂੰ, ਬਹੁਤ ਵਾਰੀ ਦੇ ਵੀ ਆਉਣਾ, ਪਰ ਉਹਨਾਂ ਬੰਦਿਆਂ ਨੇ ਬਾਈ ਮੰਗੇ ਨਹੀਂ ਪੈਸੇ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੇ ਮੈਨੂੰ ਬਚਾਉਣ 'ਚ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ। ਫਿਰ ਬਾਈ ਮੁੰਡਾ ਇੱਥੇ ਭਿੰਦਰ ਭਿੰਡੀ ਆ, ਕਬੱਡੀ ਦਾ ਜਾਫੀ ਹੁੰਦਾ ਸੀ ਸਾਡਾ। ਮੇਰੇ ਕੋਲ ਆਪਦਾ ਮੋਟਰਸਾਈਕਲ ਹੈ ਨਹੀਂ ਸੀ, ਤੁਹਾਨੂੰ ਪਤਾ ਮੈਂ ਬੁਲਟ ਵੇਚ ਕੇ ਤੇ ਗੱਡੀ ਵੇਚ ਕੇ ਆਪਦੀ ਮੈਂ ਸਪਲੀਮੈਂਟ ਦੀ ਦੁਕਾਨ ਕਰ ਲਈ ਸੀ। ਉਦੋਂ ਮੋਦੀ ਦੇ ਨੋਟਬੰਦੀ ਮੌਕੇ ਖਤਮ ਹੋ ਗਈ ਕਹਾਣੀ ਉਹਦੀ। ਉਹ ਮੁੰਡੇ ਨੇ ਕਦੇ ਮੈਨੂੰ, ਫਿਰ ਇਹ ਮੁੰਡਾ ਤੀਰਥ ਚੜੈਕਾ ਸਾਡੇ ਇੱਥੇ ਸ਼ਹੀਦ ਭਗਤ ਸਿੰਘ ਮੰਚ ਕਲਾ ਵਾਲਾ, ਜਿਹਦਾ ਨਾਟਕ ਦਿੱਲੀ ਤੋਂ ਦੁੱਲਾ ਬੋਲਦਾ ਕਾਫੀ ਮਸ਼ਹੂਰ ਹੋਇਆ, ਉਹ ਮੁੰਡਾ ਹੋਇਆ। ਉਹ ਮੁੰਡੇ ਨੇ ਵੀ ਮੈਨੂੰ ਬਾਈ ਮੋਢੇ ਨਾਲ ਮੋਢਾ ਬੜਾ ਲਾਇਆ ਯਾਰ, ਕਦੇ ਮੈਨੂੰ ਉਸਤਾਦ ਮੰਨਦਾ, ਜਾਣੀ ਪੈਰੀਂ ਹੱਥ ਲਾਉਂਦਾ ਵਿਚਾਰਾ, ਬਹੁਤ ਇੱਜ਼ਤ ਦਿੰਦਾ। ਉਹੋ ਜਿਹੇ ਬੰਦਿਆਂ ਦੇ ਪੈਰੋਂ ਹੀ ਮੈਂ ਦੁਬਾਰੇ ਮਤਲਬ ਕਿ ਆਪਦੇ ਅੱਜ ਮੇਰਾ ਜੇ ਥੋੜ੍ਹਾ ਬਹੁਤ ਮੈਨੂੰ ਆਪਦੇ ਤੇ ਥੋੜ੍ਹਾ ਬਹੁਤ ਵੀ ਆਪਦੇ ਤੇ ਹੁੰਦਾ ਵੀ ਮੈਂ ਕਰ ਲਿਆ ਕੁਛ, ਇਹ ਬੰਦੇ ਜ਼ਿੰਮੇਵਾਰ ਆ, ਪੂਰੇ ਇਹਨਾਂ ਦੇ ਮਤਲਬ ਸਹਿਯੋਗ ਆ ਮੈਨੂੰ। ਤੇ ਬੰਦੇ ਮੇਰੇ ਨਾਲ ਪੈਰ ਤੇ ਮਤਲਬ ਕਿ ਖੜੇ ਆ ਇਹ, ਠੀਕ ਆ। ਇਹਨਾਂ ਬੰਦਿਆਂ ਦੀ ਬਦੌਲਤ ਹੀ ਮੈਂ ਇਹਨਾਂ ਦਾ ਖਾਸ ਤਾਂ ਸੁੱਖਾ ਪ੍ਰਧਾਨ ਕੈਨੇਡਾ ਵਾਲਾ ਸਾਡਾ, ਉਹ ਬੰਦੇ ਨੇ ਵੀ ਮੈਨੂੰ 2-3 ਵਾਰੀ ਪੈਸੇ ਖਰਾਬ ਖਾਣ ਨੂੰ ਦਿੱਤੇ, ਇੱਥੇ ਆਉਂਦਾ ਰਹਿੰਦਾ। ਤੇ ਨਾਲ ਮੈਨੂੰ ਉਹਨੇ ਇਹ ਵੀ ਕਿਹਾ ਵੀ ਦੁਆਰੇ ਨਾ ਭਟਕੀ, ਕੋਈ ਨਹੀਂ ਮੈਨੂੰ ਕੋ ਕਰਨਾ ਪੈਣਾ ਮੈਂ ਤੇਰਾ ਕਰੂੰਗਾ। ਚੰਗੀ ਗੱਲ ਆ ਕਿ ਯਾਰ ਦੋਸਤ ਨੂੰ ਇਹ ਦੱਸਦਾ ਜੋ ਕੱਢਣ ਵਿੱਚ ਕਾਮਯਾਬ ਹੋਏ ਨੇ। ਬਿਲਕੁਲ ਇਹਨਾਂ ਬੰਦਿਆਂ ਦੀ ਬਦੌਲਤ ਮੈਂ ਨਸ਼ੇ ਦੀ ਮਾਰ ਚੋਂ ਨਿਕਲ ਚੁੱਕਿਆ ਬਾਈ, ਠੀਕ ਆ। ਇਹ ਬੰਦੇ ਮਤਲਬ ਸਭ ਤੋਂ ਮਤਲਬ ਮੇਰਾ ਇਹਨਾਂ ਨੇ ਸਹਿਯੋਗ ਜ਼ਿਆਦਾ ਦਿੱਤਾ, ਇਸ ਕਰਕੇ ਡੀਬੀ ਸਾਹਿਬ ਆ ਬਾਈ ਬਬਲੀ ਆ, ਇਹਨਾਂ ਨੇ ਵੀ ਮੇਰਾ ਪੂਰਾ ਸਹਿਯੋਗ ਦਿੱਤਾ। ਬਾਈ ਮੇਜਰ ਵੀ ਸਾਡਾ ਬੜਾ ਚੰਗਾ, ਮੈਨੂੰ ਬਹੁਤ ਸਮਝਾਉਂਦਾ। ਬਾਈ ਡੀਪੀ ਸਾਹਿਬ ਸੀਨੀਅਰ ਪਲੇਅਰ ਆ, ਪੁਰਾਣੇ ਪਲੇਅਰ ਆ, ਸਾਬਕਾ ਪਲੇਅਰ ਨੇ, ਕੋਚ ਵੀ ਪ੍ਰਸਿੱਧ ਕੋਚ ਵੀ ਨੇ। ਤੁਸੀਂ ਉਹਨਾਂ ਜ਼ਿਕਰ ਕੀਤਾ ਤੇ ਸਿੱਖਦੇ ਵੀ ਉਹਨਾਂ ਤੋਂ ਰਹੇ, ਤੁਸੀਂ ਪਹਿਲਾਂ ਸ਼ੁਰੂਆਤੀ ਕਬੱਡੀ ਹੈ, ਮੈਨੂੰ ਇਸ ਕਾਬਲ ਬਣਾਇਆ। ਮਤਲਬ ਤੁਸੀਂ ਕਹਿ ਰਹੇ ਆ ਵੀ ਨਸ਼ਿਆਂ ਤੇ ਮੈਨੂੰ ਉਹ ਆ ਕੇ ਝੜਕਦੇ ਰਹੇ, ਨਸ਼ੇ ਕਿਉਂ ਕਰਦਾ, ਪਰ ਕਈ ਪਲੇਅਰ ਤਾਂ ਕਹਿੰਦੇ ਡੀਪੀ ਸਾਹਿਬ ਆਪ ਨਸ਼ੇ ਦਿੰਦੇ ਸਾਨੂੰ। ਬਾਈ ਇਹ ਬਕਵਾਸ ਆ ਗੱਲਾਂ ਸਾਰੀਆਂ ਬਾਈ, ਹੋਰ ਤਾਂ ਪਲੇਅਰ ਦੇ ਮੂੰਹ ਮੈਂ ਕਿਤੇ ਸੁਣਿਆ ਨਹੀਂ। ਮੰਦਰ ਬਾਈ ਨੇ ਕੋਟ ਕਰੋੜ ਵਾਲੇ ਨੇ ਕਿਹਾ ਸੀ ਚਲੋ ਮੈਥੋਂ ਵੀ ਸੀਨੀਅਰ ਪਲੇਅਰ ਆ, ਮੈਂ ਉਹਦੀ ਵੀ ਇੱਜ਼ਤ ਕਰਦਾ। ਮੈਨੂੰ ਨਹੀਂ ਸਮਝ ਆਉਂਦੀ, ਮੈਂ ਵੀ 1 ਸਾਲ ਖੇਡਿਆ ਮੰਦਰ ਜੈਸਲ ਅਕੈਡਮੀ 'ਚ ਖੇਡਦਾ ਬਾਈ ਉਹਨਾਂ ਨਾਲ, ਡੀਬੀ ਸਾਹਿਬ ਉਹਨਾਂ ਨਾਲ। ਤੇ ਇਹ ਗੱਲ ਬਾਈ ਝੂਠ ਆ। ਵੇਖੋ ਮੈਂ ਤੁਹਾਨੂੰ ਪਤਾ ਵੀ ਆਪਾਂ ਗਰਾਊਂਡ ਤੇ ਬੈਠੇ ਆ, ਇਸ ਗੱਲ ਪਿੱਛੇ ਬਾਈ ਵਿਧੀ ਸਾਡਾ ਜਾਫੀ ਹੋਇਆ ਜਿਹਨੇ ਹਰਜੀਤ ਨੂੰ ਜੱਫੇ ਲਾਏ, ਸੋਹਾਨੰਦ। ਉਹ ਬੰਦੇ ਨੇ 1 ਕਰੋੜ ਰੁਪਈਆ ਨਾਮ ਰੱਖਿਆ ਸੀ ਵੀ ਜੇ ਕੋਈ ਡੀਪੀ ਸਾਹਿਬ ਨੂੰ ਸਾਬਤ ਕਰ ਦੇਵੇ, ਸਬੂਤ ਦੇ ਦੇਵੇ ਵੀ ਡੀਪੀ ਸਾਹਿਬ ਨਸ਼ੇ ਕਰਾਉਂਦੇ ਆ ਜਾਂ ਕਰਦੇ ਆ, ਮੈਥੋਂ ਕਰੋੜ ਰੁਪਈਆ ਚੱਕੂ। ਮੰਦਰ ਹੁਣੀ ਸਬੂਤ ਦੇਣ ਦੇ ਕਰੋੜ ਰੁਪਈਆ ਲੈ ਲੈਂਦੇ ਬਾਈ, ਠੀਕ ਆ। ਮੰਦਰ ਹੁਣੀ ਕੀ ਜੇ ਕਰਦੇ ਹੁੰਦੇ, ਮੈਨੂੰ ਪੈਸਿਆਂ ਦੀ ਫੁੱਲ ਲੋੜ ਆ, ਮੈਂ ਹੀ ਕਰੋ ਸਬੂਤ ਦੇ ਦੇਣਾ ਸੀਗਾ, ਕਰੋੜ ਰੁਪਈਆ ਲੈ ਲੈਂਦਾ ਮੈਂ ਬਾਈ ਵਿਧੀ ਤੋਂ। ਭੁੱਖਾ ਥੋੜੀ ਮਰਦਾ, ਤੁਸੀਂ ਆਪ ਸੋਚੋ। ਰੌਲਾ ਇਹ ਗੱਲ ਦਾ ਨਹੀਂਗਾ, ਇਹ ਤਾਂ ਪਤਾ ਨਹੀਂ ਉਹਨੇ ਬਾਈ ਮੰਦਰ ਨੇ ਕੀ ਸਮਝ ਕੇ ਕਿਹਦੇ ਮਗਰ ਲੱਗ ਕੇ ਕਹਿਤਾ, ਇਹ ਗੱਲ ਨਹੀਂ ਹੈਗੀ। ਹਾਂ ਜਿਹੜਾ ਉਹ 3-3 ਹਜ਼ਾਰ ਖਰਚਾ ਕਹਿੰਦੇ ਆ, ਉਹ ਖਰਚਾ ਦਿੰਦੇ ਰਹੇ ਬਾਈ ਜੀ, ਮੱਛੀ ਲੈਂਦੇ ਰਹੇ 5-6 ਕਿਲੋ ਸਾਡੇ ਹੱਥ ਵੀ ਖਾਓ, ਜਿਹੜੀ ਵੱਧ ਜਾਂਦੀ ਸੀ ਘਰੇ ਦੇ ਦੇਣੀ, ਜੂਸ ਫਿਰ ਸਾਨੂੰ ਪੀਣ ਨੂੰ ਵਾਧੂ। ਹਾਂ ਪੱਟੀਆਂ ਪੁੱਟੀਆਂ ਟੇਪਾਂ ਟੂਪਾਂ ਤਾਂ ਆਪਾਂ ਪਲੇਅਰ ਲੈਂਦੇ ਹੀ ਆ, ਤੁਹਾਨੂੰ ਪਤਾ ਉਹਦਾ ਖਰਚਾ ਤਾਂ ਪੈਣਾ ਹੀ ਆ। ਪਰ ਜਿਹੜੀ ਗੱਲ ਟੀਕਿਆਂ ਟੱਪਲਿਆਂ ਦੇ ਨਸ਼ਿਆਂ ਵਾਲੀ ਆ, ਇਹ ਬਾਈ ਜੀ ਮੈਂ ਧੌਣ ਵੜਾ ਦੂੰਗਾ ਜੀ ਡੀਪੀ ਸਾਹਿਬ 'ਚ, ਮਤਲਬ ਹੀ ਕੋਈ ਨਹੀਂ। ਜਦੋਂ ਮੈਂ ਨਸ਼ਾ ਛੱਡਿਆ ਨਾ, ਮੈਨੂੰ ਘਰੇ ਆ ਕੇ ਨਾਲ ਤਾਂ ਬਹੁਤ ਜ਼ਿਆਦਾ ਜਦੋਂ ਉਹਨੂੰ ਪਤਾ ਲੱਗਾ ਡੀਪੀ ਸਾਹਿਬ ਨੂੰ ਵੀ ਕੈਲਾ ਨਸ਼ੇ ਲੱਗ ਗਿਆ ਯਾਰ, ਨਾਲੇ ਤਾਂ ਮੈਨੂੰ ਪੂਰਾ ਗਾਲਾ ਭਰਾਈ ਉਹਨੇ, ਨਾਲੇ 10,000 ਰੁਪਇਆ ਖੁਰਾਕ ਖਾਣ ਨੂੰ ਦੇ ਕੇ ਗਿਆ। 2 ਸਾਲ ਮੇਰੇ ਮਾਰੇ ਨੇ ਬਾਈ ਚੜੈਕ ਕੈਂਪ ਲਾਇਆ ਡੀਪੀ ਸਾਹਿਬ ਨੇ, ਪ੍ਰੈਕਟਿਸ ਕਰਾਈ, ਹੋਰ ਮੁੰਡਿਆਂ ਦੀ ਵੀ ਕਰਾਈ ਫ੍ਰੀ, ਬਿਲਕੁਲ ਆਪਦੇ ਕੋਲੋਂ ਗੱਡੀ ਤੇ ਤੇਲ ਫੂਕ ਕੇ ਆਉਂਦੇ ਰਹੇ ਆ। 2 ਸਾਲ ਸਾਡੀ ਫ੍ਰੀ ਪ੍ਰੈਕਟਿਸ ਕਰਾਈ। ਇਹ ਮੈਂ ਨਹੀਂ ਇਹ ਗੱਲ ਮੰਨ ਸਕਦਾ
ਬਾਕੀ ਰਹੀ ਗੱਲ ਆਪਦੇ ਵੇਲੇ ਦਾ ਗੋਲਾ ਵਾਲਾ ਗੋਰਾ ਟੌਪ ਦਾ ਜਾਫੀ ਰਿਹਾ। ਗੋਰਾ ਗੋਲੀ ਵਾਲੀ ਹਾਂ ਬਿਲਕੁਲ ਕਲੀਨ ਔਰ ਵਾਸ਼, ਕੋਈ ਮੈਡੀਸਨ ਨਹੀਂ ਸੀ ਉਹਦੇ ਅੰਦਰ, ਕੁਝ ਨਹੀਂ ਸੀ। ਉਹ ਬੰਦਾ ਕਹਿ ਦੇਵੇ ਵੀ ਡੀਪੀ ਸਾਹਿਬ ਨਾਲ, ਡੀਪੀ ਸਾਹਿਬ ਆਪਦੇ ਮੂੰਹੋਂ ਮੰਨਦੇ ਆ ਵੀ ਗੋਲੇ ਵਾਲਾ ਗੋਰਾ 1 ਨੰਬਰ ਜਾਫੀ ਆ। ਤੇ ਡੀਪੀ ਸਾਹਿਬ ਨੇ ਬਈ ਤੁਹਾਨੂੰ ਵੀ ਪਤਾ, ਸ਼ਾਇਦ ਤੁਸੀਂ ਸੁਣਿਆ ਹੋਵੇ, ਮੈਂ ਕੀ ਬੋਲਿਆ ਸੀ, ਮੈਂ ਕਿਤੇ ਬੋਲਤਾ ਸੀ ਵੀ ਗੋਰਾ ਸ਼ਰਾਬ ਪੀਂਦਾ ਇਹਨੂੰ ਰੋਕੋ। ਤੁਸੀਂ ਸੋਚ ਕੇ ਦੇਖੋ, ਜੇ ਉਹ ਨਸ਼ਿਆਂ ਨੂੰ ਪ੍ਰਮੋਟ ਕਰਦੇ ਹੁੰਦੇ, ਇੰਨੀ ਜ਼ਰੂਰਤ ਰੱਖਦੇ, ਉਹ ਏਡਾ ਵੱਡਾ ਜਾਫੀ ਦੇ ਮੂਹਰੋਂ ਕਹਿ ਸਕਦਾ ਵੀ ਨਸ਼ੇ ਤਾਂ ਤੁਸੀਂ ਆਪ ਖਵਾਉਂਦੇ ਆ। ਚਲੋ ਬਾਹਲੀ ਗੱਲ ਤੁਸੀਂ ਮੇਰੇ ਮਗਰ ਨਾ ਲੱਗੋ, ਬਾਈ ਗੋਰਾ ਹੀ ਕਹਿ ਦੇਵੇ ਵੀ ਡੀਪੀ ਸਾਹਿਬ ਨਸ਼ੇ ਕਰਾਉਂਦੇ, ਅਸੀਂ ਤਾਂ ਵੀ ਮੰਨਦੇ ਆ। ਇਹ ਗੱਲ ਝੂਠ ਆ। ਹਾਂਜੀ ਬਾਈ ਤੁਸੀਂ ਦੁਬਾਰਾ ਚਲੋ ਨਸ਼ਿਆਂ ਤੋਂ ਉੱਭਰ ਕੇ ਸਾਹਮਣੇ ਆਏ ਆ, ਹੁਣ ਤੁਹਾਡੀ ਕਿੰਨੇ ਦਿਨ 'ਚ ਕਿੰਨੀ ਪ੍ਰੈਕਟਿਸ ਕਰਦੇ ਤੁਸੀਂ? ਬਾਈ ਜੀ ਮੈਂ 5 ਘੰਟੇ ਸਵੇਰ ਤੇ 5 ਸ਼ਾਮ ਨੂੰ। ਇਹ ਵੀ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ, ਕੋਈ ਮੈਂ ਐਵੇਂ ਮਤਲਬ ਕਿ ਕੋਈ ਲਾ ਕੇ ਨਹੀਂ ਕਹਿਣਾ ਚਾਹੁੰਦਾ ਵੀ ਡੀਪੀ ਸਾਹਿਬ ਦੀ, ਮੈਂ ਇੱਥੋਂ ਹੀ ਸਿੱਖਿਆ ਮੈਂ ਆਉਂ 1 ਸਾਲ ਨਾ ਮੈਂ ਛੋਟਾ ਜਿਹਾ ਸੀ ਤੇ ਮੈਂ ਤੀਜੀ ਕੌਡੀ ਪਾਉਂਦਾ ਹੁੰਦਾ, ਕੋਰਟ ਛਾਪੇ ਵਾਲਾ ਫੌਜੀ ਸਾਨੂੰ ਇੱਥੇ ਘੋਲ ਗਿਆ ਕਿ ਹਰਾ ਗਿਆ। ਤੁਹਾਨੂੰ ਪਤਾ ਫੌਜੀ ਤੂਫਾਨ ਸੀ ਬਾਈ, ਬੜਾ ਜਾਫੀ ਵੱਡਾ ਰਿਹਾ ਫੌਜੀ ਆ, ਪਾਲੇ ਹੁਣਾਂ ਦੇ ਮੁਕਾਬਲੇ ਦਾ ਜਾਫੀ ਤੁਹਾਨੂੰ ਵੀ ਪਤਾ, ਇਦੋਂ ਵੀ ਜ਼ਿਆਦਾ ਨਾਂ ਸੀ ਉਹਨਾਂ ਦਿਨਾਂ 'ਚ ਉਹਦਾ। ਤੇ ਇੱਥੇ ਉਹ ਕੁੱਲ ਰੇਡਰ ਨੂੰ ਢਾਉਂਦਾ ਸੀ, ਮੇਰੇ ਹਿਸਾਬ ਨਾਲ ਸਾਰੇ ਰੇਡਰ ਹੀ ਫੜੇ ਉਹਨੇ, ਕੋਈ ਰੇਡਰ ਹੈ ਨਹੀਂ ਸੀ ਜਿਹੜਾ ਨਹੀਂ ਫੜਿਆ। ਤੇ ਡੀਪੀ ਸਾਹਿਬ ਮੇਰੇ ਹਿਸਾਬ ਨਾਲ 49 ਸਾਲ 50 ਸਾਲ ਦੇ ਕਰੀਬ ਉਮਰ ਸੀ ਉਦੋਂ ਦੀ। 2 ਮਹੀਨੇ ਫਿਰ ਸਾਨੂੰ ਪਤਾ ਇੱਥੇ ਨਾਲੇ ਤਾਂ ਡੀਪੀ ਸਾਹਿਬ ਨੇ ਸਾਡਾ ਖੂਨ ਨਿਚੋੜਿਆ, ਨਾਲੇ ਆਪਦਾ ਨਿਚੋੜਿਆ। 2 ਮਹੀਨੇ ਫਿਰ ਬਾਅਦ ਪਿੰਡ ਬਾਈ ਮੈਚ ਖੇਡੀ। ਕਿਹੜੇ ਪਿੰਡ? ਉਹਦੇ ਕੋਰੜ ਛਾਪੇ ਵਾਲੇ ਦੇ ਪਿੰਡ ਹੀ, ਕੋਰੜ। ਕਿਹੜੇ ਸਾਲ ਦੀ ਗੱਲ ਹੋਊਗੀ? ਕਾਫੀ ਪੁਰਾਣੀ ਗੱਲ ਆ ਬਾਈ, ਮੇਰੇ ਹਿਸਾਬ ਨਾਲ ਹੋਊਗੀ ਇਹ ਉਹਨਾਂ ਦਿਨਾਂ 'ਚ ਜੋਬਨ ਤੇ ਸੀ, ਇਹ ਹੋਊਗੀ 97 98 ਦੇ ਆਸ-ਪਾਸ, 2000 ਦੇ ਆਸ-ਪਾਸ ਗੱਲ ਹੋਊਗੀ ਮੇਰੇ ਹਿਸਾਬ ਨਾਲ। ਹੋ ਸਕਦਾ ਥੋੜੀ ਬਹੁਤ ਇੱਧਰ ਉੱਧਰ ਹੋਵੇ ਟਾਈਮ। ਫੌਜੀ ਯੰਗ ਸੀ ਡੀਪੀ ਸਾਹਿਬ ਤੋਂ? ਡੀਪੀ ਸਾਹਿਬ ਤਾਂ ਢਲਦੀ ਉਮਰ ਸੀ, ਮੇਰੀ ਉਮਰ ਹੁਣ 42ਵਾਂ ਸਾਲ ਲੱਗਾ। ਡੀਪੀ ਸਾਹਿਬ ਨੂੰ ਮੇਰੇ ਹਿਸਾਬ ਨਾਲ 49ਵਾਂ 50ਵਾਂ ਸਾਲ ਜਾਂਦਾ ਸੀ ਉਸ ਸਮੇਂ। ਅੱਛਾ ਜੀ। ਬਸ ਫਿਰ 15 ਕੌਡੀਆਂ ਪਾਈਆਂ, ਇੱਕ ਜੱਫਾ ਡੀਪੀ ਸਾਹਿਬ ਨੂੰ। ਉਹ ਵੀ 15 ਕੌਡੀਆਂ 'ਚ ਮੇਰੇ ਹਿਸਾਬ ਨਾਲ ਉਹਨਾਂ ਦਿਨਾਂ 'ਚ ਜੇ ਹਰਜੀਤ ਦੀਆਂ ਵੀ ਪਾਉਣੀਆਂ ਹੁੰਦੀਆਂ 4 ਵਾਰੀ ਫੜ ਲੈਂਦਾ ਬੰਦਾ, ਇੰਨਾ ਤਕੜਾ ਸੀ। ਮੈਂ ਆਮ ਹੀ ਵੇਖਿਆ ਗਾਗੋ ਹੁਣਾਂ ਨੂੰ ਆਰਾਮ ਨਾਲ ਹੀ ਫੜ ਲੈਂਦਾ ਬੰਦਾ। ਤੇ ਡੀਪੀ ਸਾਹਿਬ ਨੇ ਯਾਨੀ ਦੱਸਤਾ ਵੀ ਮਰਦ ਦੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ। ਇਸੇ ਚੀਜ਼ ਨੂੰ ਲੈ ਕੇ ਤਾਂ ਬਈ ਮੈਂ ਦੁਬਾਰੇ ਫਿੱਟ ਹੋ ਗਿਆ ਵੀ ਸਾਡਾ ਯਾਰ ਕੋਚ 50 ਸਾਲ ਦੀ ਉਮਰ 'ਚ ਸੁਪਰਸਟਾਰ ਬੰਦੇ ਨੂੰ ਕੁੱਟ ਸਕਦਾ ਤੇ ਅਸੀਂ ਮਰੇ ਆ। ਤੇ ਗੱਲ ਚੱਲੀ ਪ੍ਰੈਕਟਿਸ ਦੀ, ਕਿੰਨੇ ਟਾਈਮ ਕਰਦੇ? ਪ੍ਰੈਕਟਿਸ ਮੈਂ ਭਾਜੀ 5 ਘੰਟੇ ਮੇਰੀ ਸੁਬਾਹ, ਮੈਂ 3 ਵਜੇ ਉੱਠ ਖੜਦਾ। ਵੈਸੇ ਤਾਂ ਮੈਨੂੰ 2:30 ਵਜੇ ਤਕਰੀਬਨ ਜਾ, ਕਈ ਵਾਰੀ ਆਂਦੀ ਘੰਟਾ ਮੈਂ ਪ੍ਰਮਾਤਮਾ ਦਾ ਜਾਪ ਕਰਨਾ ਹੁੰਦਾ। ਫਿਰ ਮੈਂ 1 ਘੰਟਾ ਤੁਹਾਡੀ ਭਰਜਾਈ ਨੂੰ ਸ਼ੈਰ ਕਰਾ ਕੇ ਲਿਆਉਣਾ ਵੀ ਇਹ ਢਿੱਲੀ ਮਸੀਹ ਰਹਿੰਦੀ ਥੋੜੀ ਬਹੁਤ, ਇਹ ਵੀ ਮੇਰੀ ਜ਼ਿੰਮੇਵਾਰੀ ਆ, ਮੇਰਾ ਸਾਥ ਬਹੁਤ ਦਿੱਤਾ ਤੁਹਾਨੂੰ ਪਤਾ। ਫਿਰ ਮੈਂ ਆ ਜਾਂਦਾ 4:30 ਵਜੇ ਤਕਰੀਬਨ, 4:45 ਗਰਾਊਂਡ ਤੇ। ਇੱਥੇ ਬਾਈ ਜੀ ਫਿਰ ਮੈਂ ਮਤਲਬ ਕਿ 50-60 ਸਪ੍ਰਿੰਟਾਂ ਜਾਂ ਪੌੜੀਆਂ, ਰਨਿੰਗ ਆ ਮੇਰੀ ਘੱਟੋ ਘੱਟ 40 ਮਿੰਟ ਡੇਲੀ ਦੀ ਆ। ਤੇ ਕਰਕੇ ਰਨਿੰਗ ਡੰਡ ਮੈਂ ਮਾਰਦਾ ਹੈਗਾ 500 ਡੰਡ ਤਾਂ ਮੈਂ ਮਤਲਬ ਮਾਰਨਾ ਹੀ ਮਾਰਨਾ ਤੀਜੇ ਦਿਨ। ਜਿੱਦਣ ਕਿਤੇ ਸ਼ਨੀਵਾਰ ਹੁੰਦਾ ਫਿਰ ਮੈਂ ਛਪਾਟਾ, ਜਿੱਦਣ ਮੈਂ ਪੂਰਾ ਹੀ ਸਰੀਰ ਜੋਣਾ ਹੁੰਦਾ ਉਦੋਂ ਮੈਂ 2000 ਛਪਾਟਾ ਵੀ ਮਾਰ ਜਾਂਦਾ। ਉਹ ਮੈਂ ਰੈਗੂਲਰ 500-400 ਡੰਡ ਮੈਂ ਮਾਰਦਾ ਮਤਲਬ ਡੇਲੀ ਵਾਂਗੂ। ਤੇ 50-60 ਮੈਂ ਬੀਮ ਲਾਉਣਾ ਇੱਕ ਦਿਨ ਛੱਡ ਕੇ। ਫਿਰ ਇੱਕ ਦਿਨ ਸਪ੍ਰਿੰਟਾਂ ਹੁੰਦੀਆਂ ਮੇਰੀਆਂ, ਤੇ ਇੱਕ ਦਿਨ ਮੇਰੀ ਦੂਜੇ ਫੰਡਾਮੈਂਟਲ ਹੁੰਦੇ ਸਾਰੇ, ਜੰਪਿੰਗ ਵਗੈਰਾ, ਸਪੀਡ ਵਰਕ। ਫਿਰ ਹਫਤੇ ਦੇ ਲਾਸਟ 'ਚ ਵੀਕ ਦੇ ਮੈਂ ਮਤਲਬ ਪੌੜੀਆਂ ਲਾਉਣਾ। ਪੌੜੀਆਂ ਦੇ ਮੈਂ 12 ਸੈੱਟ ਉਹਨਾਂ ਦੇ ਲਾਉਣਾ ਬਾਈ ਰੈਗੂਲਰ, ਤੇ 50 ਸੈੱਟ ਇਹਨਾਂ ਪੌੜੀਆਂ ਦੇ। ਜਿਹੜਾ ਸੀਜ਼ਨ ਆ ਰਿਹਾ ਫੁੱਲ ਤਿਆਰੀ ਖੇਡਣ ਦੀ? ਬਾਈ ਪੂਰੀ ਤਿਆਰੀ ਹੈ। ਜੇ ਮੈਂ ਪਹਿਲੀ ਮੈਂ ਤਾਂ ਮੈਂ 8ਵੇਂ ਮਹੀਨੇ 'ਚ ਪ੍ਰਮਾਤਮਾ ਸੁੱਖ ਰੱਖੇ, ਤੁਹਾਡਾ ਆਸ਼ੀਰਵਾਦ ਭਰਾਵਾਂ ਦਾ ਸਾਰਿਆਂ ਦਾ ਚਾਹੀਦਾ। ਤੇ 8ਵੇਂ ਮਹੀਨੇ 'ਚ ਖੇਡੂੰਗਾ। ਜੇ ਮਾੜੀ ਮੋਟੀ ਕੱਚ ਰਹਿ ਗਈ ਸਿਆਲਾਂ ਵਾਲੇ ਸੀਜ਼ਨ 'ਚ ਮੈਨੂੰ ਲੱਗੀ ਕੋਈ ਹੈਗੀ ਆ, ਮੈਂ ਹੋਰ ਮਿਹਨਤ ਵਧਾ ਦੂੰਗਾ। ਕਿਹੜੀ ਕਲੱਬ ਵੱਲੋਂ, ਕਿਸੇ ਕਲੱਬ ਨੇ ਤੁਹਾਡੇ ਤੱਕ ਪਹੁੰਚ ਕੀਤੀ? ਕਲੱਬ ਬਾਈ ਜੀ ਆਉਂ ਕਲੱਬਾਂ ਮੇਰਾ ਪਹਿਲਾਂ ਮੈਂ ਖੇਡਦਾ ਰਿਹਾ, ਮੈਂ ਬਾਜਾਖਾਨਾ 'ਚ ਵੀ ਖੇਡ ਸਕਦਾ। ਪਿੱਥੋਂ ਵਾਲੇ ਹੁਣਾਂ ਨੂੰ ਵੀ ਮੈਂ ਕਹੂੰਗਾ, ਮੇਰੇ ਯਾਰ ਦੋਸਤ ਆ, ਕਾਲੂ ਹੁਣੀ ਸਾਰੇ ਚੰਗੇ, ਸੁਖਵੀਰ ਹੁਣੀ ਸਾਰੇ ਮੇਰੇ ਨਾਲ ਚੰਗਾ ਸਹਿਜਾਰ ਉਹਨਾਂ ਬੰਦਿਆਂ ਦਾ, ਵੀ ਮੈਨੂੰ ਕਿਸੇ ਕਲੱਬ 'ਚ ਐਡਜਸਟ ਕਰਨ। ਤੇ ਮੈਨੂੰ ਮੈਂ ਦਾ ਵੀ ਜੇ ਮੈਂ ਆਪ ਤਗੜਾ ਹੋ ਗਿਆ ਉਹ ਕਰਨਗੇ, ਪ੍ਰਮਾਤਮਾ ਕਿਰਪਾ। ਅਸੀਂ ਵੀ ਬੇਨਤੀ ਕਰਦੇ ਹਾਂ ਆਪਦੇ ਚੈਨਲ ਵੱਲੋਂ ਵੀ ਤੁਹਾਡੀ ਬਾਂਹ ਫੜਨ ਕਲੱਬਾਂ ਵਾਲੇ, ਕਿਸੇ ਕਲੱਬ 'ਚ ਤੁਸੀਂ ਖੇਡੋ, ਦੁਆਰਾ ਦਿਖਾਓ ਹਨਾ ਵੀ ਨਸ਼ਿਆਂ ਤੋਂ ਉੱਭਰ ਕੇ ਵੀ ਮਤਲਬ ਉੱਠਿਆ ਜਾ ਸਕਦਾ ਨਸ਼ਿਆਂ ਤੋਂ। ਇਹਦੇ ਨਾਲ ਹੋਰਾਂ ਨੂੰ ਵੀ ਪ੍ਰੇਰਨਾ ਮਿਲਦੀ ਆ। ਹਾਂ ਬਿਲਕੁਲ ਪ੍ਰੇਰਨਾ। ਮੈਂ ਇੱਕ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਵੀ ਸਰਕਾਰ ਨੂੰ ਵੀ ਕਰਨਾ ਚਾਹੂੰਗਾ ਤੇ ਡੀਜੀਪੀ ਸਾਹਿਬ ਨੂੰ, ਬਈ ਮਤਲਬ ਤੁਸੀਂ ਸੈਮੀਨਾਰ ਕਰਾਓ ਨਸ਼ੇ ਦੇ ਖਿਲਾਫ। ਮੈਨੂੰ ਤੁਸੀਂ ਜਿੱਥੇ ਮਰਜ਼ੀ ਸੱਦੋ, ਮੈਂ ਉੱਥੇ ਹੀ ਆ ਕੇ ਮਤਲਬ ਆਪਦਾ ਟਾਈਮ 'ਚੋਂ ਕੀਮਤੀ ਜੇ ਮੁੰਡੇ ਬਚ ਸਕਣ ਤਾਂ, ਕਿਉਂਕਿ ਮੈਂ ਉਮਰ ਦਰਾਜ਼ ਸੀ, ਮੈਂ ਤਾਂ ਸਮਝ ਗਿਆ, ਮੇਰੇ ਬੱਚੇ ਸੀ, ਮੈਨੂੰ ਉਹਨਾਂ ਦਾ ਇਸ਼ਕ ਬਚਾ ਗਿਆ। ਜਿਵੇਂ ਮੈਨੂੰ ਪਰਿਵਾਰ ਨਾਲ ਆਪਦੇ ਨਾਲ ਇਸ਼ਕ ਸੀ, ਮੈਨੂੰ ਕਬੱਡੀ ਨਾਲ ਇਸ਼ਕ ਸੀ। ਮੈਂ ਇਹਦੇ ਤੇ 2 ਲੈਣਾ ਵੀ ਬਾਈ ਤਿਆਰ ਕੀਤੀਆਂ ਵੀ ਜੇ ਇਸ਼ਕ ਨਾਲ ਰਹਿਮਤ ਕਰਦਾ ਕਿਹਨੇ ਸਰੀਰ ਬਣਾਉਣਾ ਸੀ, ਭਲਵਾਨ ਤੇਰਾ ਮਰ ਜਾਣਾ ਕਿਧਰੇ ਅਮਲੀ ਹੋਣਾ ਸੀ। ਮੈਂ ਮਤਲਬ ਇਹ ਚੀਜ਼ ਨਾਲ ਇਸ਼ਕ ਪਾਲਿਆ ਬਾਈ, ਤੇ ਮੈਂ ਇਹ ਚੀਜ਼ ਦਾ ਜਨੂਨ ਮੈਨੂੰ ਇੰਨਾ ਜ਼ਿਆਦਾ ਆ। 10 ਘੰਟੇ ਮੈਂ ਪ੍ਰੈਕਟਿਸ ਕਰਦਾ, ਮੇਰੇ 'ਚ ਹੋਰ એનર્ਜੀ ਹੁੰਦੀ ਆ ਹਲੇ ਵੀ ਮੈਂ 2-2.5 ਘੰਟੇ ਲਾ ਜਾਂ। ਉਹ ਫਿਰ ਮੁੰਡੇ ਕਹਿਣ ਲੱਗੇ ਬਸ ਕਰ ਉਸਤਾਦ ਬਹੁਤ, ਅਸੀਂ ਤਾਂ ਮਾਰੇ ਗਏ। ਮੇਰੇ ਨਾਲ 4 ਸ਼ਿਫਟਾਂ 'ਚ ਮੁੰਡੇ ਪ੍ਰੈਕਟਿਸ ਲਾ ਜਾਂਦੇ ਆ। ਇੱਕ ਮੇਰਾ ਨਵੇਂ ਮੁੰਡਿਆਂ ਨੂੰ ਹੋਰ ਸੰਦੇਸ਼ ਦੇਣਾ ਚਾਹੁੰਦਾ ਮੈਂ ਵੀ ਤੁਸੀਂ ਮੇਰੇ ਨਾਲੋਂ ਚੌਥਾ ਹਿੱਸਾ ਪ੍ਰੈਕਟਿਸ ਵੀ ਕਰੋ, ਤੁਸੀਂ ਬਹੁਤ ਜ਼ਿਆਦਾ ਤਕੜੇ ਪਲੇਅਰ ਬਣ ਸਕਦੇ ਹੋ। ਤੁਸੀਂ ਇਧਰਲੇ ਪਾਸੇ ਇਸ਼ਕ ਪਾ ਲਓ। ਜਿਹੜੇ ਬੰਦੇ ਮੇਰੇ ਭਰਾ ਨਸ਼ੇ ਦੀ ਦਲਦਲ 'ਚ ਘੁਸ ਚੁੱਕੇ ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਤੁਸੀਂ ਵਾਪਸ ਆ ਸਕਦੇ ਆ। ਸਾਰਾ ਕੁਝ ਇੱਥੋਂ ਹੀ ਆ, ਤੁਸੀਂ ਇੱਥੋਂ ਦੇ ਇੱਥੋਂ ਤਕੜੇ ਹੋਣਾ ਚਾਹੀਦਾ। ਤੀਜਾ ਤੁਹਾਨੂੰ ਪ੍ਰਮਾਤਮਾ ਦਾ ਸਹਿਯੋਗ ਹੋਣਾ ਚਾਹੀਦਾ। ਦੂਜੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਸੁਸਾਇਟੀ ਨੂੰ ਆ ਵੀ ਜਿਹੜੇ ਮੁੰਡੇ ਤੁਹਾਡੇ ਹੀ ਬੱਚੇ ਆ ਪਿੰਡਾਂ ਦੇ, ਅਸੀਂ ਹੁਣ ਮੈਂ ਮੇਰੇ ਕੈਲਾ ਤਾਂ ਬਾਅਦ 'ਚ ਲੱਗਦਾ, ਪਹਿਲਾਂ ਚੜਕ ਨਾਲ ਲੱਗਦਾ
ਭਲਵਾਨ ਸਾਰਿਆਂ ਦਾ ਸਾਂਝਾ ਹੁੰਦਾ। ਇੱਕ ਸਾਲ ਮੈਂ ਇੱਥੇ ਭਲਵਾਨ ਨੇ ਝੰਡੀ ਕਰਤੀ ਬਾਈ, ਬਹੁਤ ਸਾਲਾਂ ਦੀ ਗੱਲ ਆ, ਮੈਂ ਇੱਥੇ ਮੱਲ ਢਾਲਿਆ, ਸਾਰਾ ਪਿੰਡ ਮੈਨੂੰ ਘਿਓ ਪੈਸੇ ਘਰੇ ਇਕੱਠੇ ਕਰ ਦੇ ਕੇ ਗਿਆ। ਪਿੰਡ ਦਾ ਹੀ ਹੁੰਦਾ ਮੱਲ ਤਾਂ। ਅਸੀਂ ਤਾਂ ਸਿੱਧੀ ਜੀ ਗੱਲ ਆ, ਜਿਹੜਾ ਭਲਵਾਨ ਬੰਦਾ ਹੁੰਦਾ ਉਹ ਪਿੰਡ ਸਿਰ ਤੇ ਹੀ ਹੁੰਦਾ। ਤੇ ਮੈਂ ਵੀ ਬਾਈ ਪਿੰਡ ਦੇ ਸਿਰ ਤੇ ਹੀ ਦਿਨ ਕੱਢੇ ਆ। ਮੈਂ 8 ਸਾਲ 9 ਸਾਲ ਤੋਂ ਕੋਈ ਕੰਮ ਨਹੀਂ ਕੀਤਾ। ਮੈਂ ਤੁਹਾਨੂੰ ਦੱਸ ਕਟਿਆ ਆਹ ਬੰਦੇ ਬਾਈ ਦਵਿੰਦਰ ਭੋਲੇ ਹੋਣੀ ਆ, ਸੁੱਖੇ ਪ੍ਰਧਾਨ ਹੋਣੀ ਆ, ਚਾਚਾ ਜਗਤਾਰ ਆ, ਕੀਲਾ ਸਰਪੰਚ ਆ, ਤੇ ਇਹ ਬੰਦਿਆਂ ਨੇ ਮੇਰਾ ਸਪਲੀਮੈਂਟ ਵਾਲੇ ਮੋਗੇ ਆ, ਜਿੰਮਾਂ ਵਾਲੇ ਆ, ਇੰਨਾ ਕੁ ਬਾਈ ਜੀ ਸਾਥ ਦਿੱਤਾ। ਹਿੱਪੀ ਆ ਮੁੰਡਾ ਘੋਲਗੇ ਵਾਲਾ ਮੱਛਰ। ਇਸ ਤਰ੍ਹਾਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਜੋ ਮੈਥੋਂ ਬਣ ਪਾਇਆ ਮੈਂ ਵੀ ਕਰੂੰਗਾ। ਤੁਸੀਂ ਵੀ ਯਾਰ, ਸਾਡੇ ਕਈ ਐਸੇ ਪਲੇਅਰ ਆ ਮੇਰੀ ਨਿਗਾਹ 'ਚ ਨਵੇਂ ਮੁੰਡੇ ਆ, ਹੀਰੇ ਮੁੰਡੇ ਸੀ ਬਣਨ ਵਾਲੇ ਬਈ, ਦੁੱਲੇ ਉਹਨਾਂ ਦੇ ਲੈਵਲ ਦੇ ਰੇਡਰ ਬਣਨ ਵਾਲੇ ਸੀ, ਉਹ ਬੰਦੇ ਨਸ਼ੇ 'ਚ ਗਰਕ ਗਿਆ। ਵੈਸੇ ਮੇਰੀ ਕੋਸ਼ਿਸ਼ ਆ ਉਹਨਾਂ ਨੂੰ ਕੱਢਣ ਦੀ, ਮੇਰੇ ਕੋਲ ਪ੍ਰੈਕਟਿਸ ਵੀ 1-2 ਕਰਦੇ ਆ। ਮੈਂ ਆਉਣ ਵਾਲੇ ਦਿਨਾਂ 'ਚ ਜੇ ਉਹ ਤਕੜੇ ਹੋ ਗਏ ਤੁਹਾਡੇ ਸਾਹਮਣੇ ਉਜਾਗਰ ਕਰੂੰਗਾ। ਤੇ ਮੈਂ ਨਵੇਂ ਮੁੰਡਿਆਂ ਦਾ ਸਾਥ ਨਾ ਸੁਸਾਇਟੀ ਦੇਵੇ, ਉਹਨਾਂ ਨੂੰ ਤਾਨੇ ਮਿਹਣੇ ਨਾ ਮਾਰੇ। ਮੈਂ 3 ਸਾਲ ਤੱਕ ਤਾਨੇ ਮਿਹਣੇ ਝੱਲਿਆ, ਪਰ ਮੈਂ ਤਾਂ ਮੂਲੋਂ ਹੀ ਜ਼ਿਆਦਾ ਬਾਈ ਮੇਰਾ ਨਾ ਸਟਰੋਂਗ ਸੀ ਕੰਮ, ਵੀ ਮੈਂ ਮਤਲਬ ਕਮਿਟਮੈਂਟ ਕਰ ਹੀ ਲਈ ਸੀ ਵੀ ਚਾਹੇ ਇੱਧਰਲਾ ਪਾਸਾ ਇੱਧਰ ਹੋ ਜਾਏ, ਮੈਂ ਸਰੀਰ ਦੁਆਰੇ ਬਣਾਉਣਾ ਹੀ ਹੈ ਤੇ ਖੇਡਣਾ ਹੈ। ਸਰੀਰ ਤਾਂ ਚਲੋ ਤੁਹਾਡੇ ਸਾਹਮਣੇ ਆ ਵੀ ਬਣਿਆ, ਕਿਰਪਾ ਕੁਦਰਤ ਦੀ ਪੂਰੀ। ਤੇ ਚਲੋ ਜਿਹੜੀ ਗੇਮ ਆ, ਹੁਣ ਗੇਮ ਤਾਂ ਮੈਂ ਸਿੱਖਣੀ ਨਹੀਂ, ਪਹਿਲਾਂ ਵੀ ਬਾਈ ਰਿਕਾਰਡ ਰੱਖਿਆ। ਮਾਸਟਰ ਚਾਂਦੀ ਰਾਮ 42 ਸਾਲ ਦਾ ਹੋ ਗਏ, ਸ਼ੁਰੂ ਕੀਤੀ ਸੀ ਭਲਵਾਨੀ, ਰੁਸਤਮ ਹਿੰਦ ਬਣਿਆ। ਤੇ ਮੈਨੂੰ ਤਾਂ ਬਾਈ ਖਿਡਾਰੀਆਂ, ਮੈਨੂੰ ਤਾਂ ਕੁਛ ਨਹੀਂ, ਮੈਂ ਤਾਂ ਸਰੀਰ ਦੀ ਫਿਜ਼ੀਕਲ ਫਿਟਨੈਸ ਚਾਹੀਦੀ ਆ, ਸਰੀਰ ਤੰਦਰੁਸਤ ਚਾਹੀਦਾ, ਉਹ ਹੈਗਾ, ਖੇਡਿਆ ਜਾਊਗਾ, ਮੈਨੂੰ ਪੂਰੀ ਆਸ ਆ। ਹਾਂ ਬਾਈ, ਦੱਸਿਆ ਪ੍ਰੈਕਟਿਸ ਦੀ ਗੱਲ ਕੀਤੀ, 10 ਘੰਟੇ ਕੰਮ ਕਰਦੇ ਆ, ਪ੍ਰੈਕਟਿਸ ਕਰਦੇ ਹੋ ਤੁਸੀਂ ਸਾਈਕਲ ਵੀ ਬਹੁਤ ਚਲਾਉਂਦੇ ਹੋ? ਹਾਂ ਭਾਜੀ, ਸਾਈਕਲ ਮੈਂ ਤਕਰੀਬਨ 35-40 ਕਿਲੋਮੀਟਰ ਡੇਲੀ ਚਲਾ ਦਿੰਦਾ, ਕਿਉਂਕਿ ਮੇਰੀ ਉਹ ਲੱਤ ਨਾਲ ਮੈਨੂੰ ਐਂ ਸੀ ਵੀ ਪੱਟਾਂ 'ਚ ਹੁਣ ਜਾਣ ਦੀ ਕਮੀ ਨਾ ਰਹੇ। ਲੱਤਾਂ ਦੀ ਖੇਡ ਆ, ਤੁਹਾਨੂੰ ਪਤਾ, ਕਬੱਡੀ। ਤੇ ਇਸ ਕਰਕੇ 40 ਕਿਲੋਮੀਟਰ ਮੈਂ ਸਾਈਕਲ ਚਲਾ ਕੇ ਆ ਕੇ ਫਿਰ ਮੇਰਾ ਜਿੰਮ ਆ। ਸ਼ਾਮ ਨੂੰ ਮੈਂ ਇੱਥੇ ਤਕਰੀਬਨ 2.5 ਘੰਟੇ ਮੈਂ ਜਿੰਮ ਕਰਦਾ। ਫਿਰ ਨਾਲ ਮੁੰਡਿਆਂ ਦੀ ਹੋਰ ਵੀ ਬਹੁਤ ਮੇਰੇ ਕੋਲੇ ਲਾਉਂਦੇ ਆ, ਕੁੜੀਆਂ ਵੀ ਆਉਂਦੀਆਂ ਕੁਛ। ਤੇ ਪਹਿਲਾਂ ਵੀ ਮੈਂ ਮਤਲਬ 20-25 ਕੁੜੀਆਂ ਇੱਥੇ ਐਕਸਰਸਾਈਜ਼ ਕਰਾ ਕੇ, ਕੁਝ ਪੁਲਿਸ 'ਚ ਹੋ ਗਈ, ਮੁੰਡੇ ਵੀ ਕਰਾਏ ਆ। ਫਿਰ ਸਭ ਤੋਂ ਵੱਡੀ ਗੱਲ, ਮੈਂ ਪਿੰਡ ਦੇ ਜਵਾਕਾਂ ਤੋਂ ਕੋਈ ਫੀਸ ਨਹੀਂ ਚਾਰਜ ਕਰਦਾ। ਮੈਨੂੰ ਇਸੇ ਗੱਲ 'ਚ ਸੰਤੁਸ਼ਟੀ ਆ ਵੀ ਇਹ ਰੋਟੀ ਪੈ ਗਏ ਮੇਰੇ ਪੈਰੋਂ, ਇੰਨਾ ਹੀ ਬੜਾ। ਤੇ ਖੁਰਾਕ ਕੀ ਆ ਤੁਹਾਡੀ? ਖੁਰਾਕ ਭਾਜੀ ਬਸ ਆ ਚੁੱਲ੍ਹੇ ਬਾਗ ਦੀ ਰੋਟੀ ਕੋਈ ਆ, ਤੁਹਾਨੂੰ ਪਤਾ ਘਰ ਦਾ। ਜਾਂ ਹਾਂ ਇੰਨਾ ਜ਼ਰੂਰ ਆ ਵੀ ਮੇਰੇ ਜਿਹੜੇ ਆ ਦੱਸੇ ਤੁਹਾਨੂੰ ਮੈਂ ਬੰਦੇ, ਇਹਨਾਂ 'ਚੋਂ ਕਦੇ ਕੋਈ ਬਦਾਮ ਦੇ ਗਿਆ, ਕੋਈ ਪਿੱਛੇ ਜੇ ਮੇਰੇ ਕੋਲ ਘਿਓ ਮੁੱਕ ਗਿਆ, ਮੈਨੂੰ એનર્ਜੀ ਦੀ ਬਹੁਤ ਜ਼ਿਆਦਾ ਲੋੜ ਸੀ। ਤੇ ਮੈਂ ਬਾਈ ਜੀ ਮਤਲਬ ਕਿ ਦਸੌਰੀ ਘਿਓ ਹੀ 15 ਕਿਲੋ ਮਹੀਨੇ ਦੇ ਵਿੱਚ ਵੇਸਣ ਦਾ ਪ੍ਰਸ਼ਾਦ ਬਣਾ ਕੇ ਖਾ ਗਿਆ। ਲੋਕ ਕਹਿੰਦੇ ਫੈਟ ਚੜ੍ਹਦੀ, ਕਿਤੇ ਤੀਂਦੀ ਤੁਹਾਨੂੰ, ਕਿਤੇ ਨਹੀਂ ਫੈਟ ਚੜ੍ਹਦੀ। ਥੋੜ੍ਹੀ ਐਕਸਰਸਾਈਜ਼ ਹੋਣੀ ਚਾਹੀਦੀ ਹੈ, ਮਿਹਨਤ ਹੋਣੀ ਚਾਹੀਦੀ। ਹਾਂ ਮਿਹਨਤ ਹੋਣੀ ਚਾਹੀਦੀ, ਪ੍ਰਮਾਤਮਾ ਦਾ ਵਿਸ਼ਵਾਸ ਹੋਣਾ ਚਾਹੀਦਾ। ਸੁੱਕੀ ਰੋਟੀ ਵੀ ਖੁਸ਼ ਹੋ ਕੇ ਖਾ ਲਓ, ਤੁਹਾਨੂੰ ਬਦਾਮਾਂ ਵਾਂਗੂ ਲੱਗੂਗੀ, ਖਾਓ ਪਰ ਖੁਸ਼ ਹੋ ਕੇ। ਬਾਈ ਜਦੋਂ ਤਾਂ ਚਲੋ ਤੁਹਾਡਾ ਨਾਂ ਸੀ ਸਿਖਰਾਂ ਤੇ, ਉਦੋਂ ਘਰਾਂ ਦੇ ਵਿੱਚ ਮਾਹੌਲ ਖੁਸ਼ ਰਹਿੰਦਾ। ਹਾਂਜੀ ਪਰ ਜਦੋਂ ਤੁਸੀਂ ਇਧਰਲੇ ਪਾਸੇ ਆ ਗਏ, ਜਾਂ ਮੰਨ ਲਓ ਇੱਕ ਆਪਾਂ ਨਸ਼ੇੜੀ ਕਹਿੰਦੇ ਆਪਣੇ ਆਪ ਨੂੰ ਨਸ਼ੇੜੀ ਹੋ ਗਏ ਆ, ਹਾਂਜੀ। ਉਦੋਂ ਘਰ ਦੇ ਵਿੱਚ ਹੀ ਫਿਰ ਪੇਸ਼ ਪੈਂਦਾ ਰਹਿੰਦਾ। ਉਦੋਂ ਕੀ ਮਾਹੌਲ ਸੀ ਘਰ ਦਾ, ਤੇ ਕਿਵੇਂ ਉਹਨੂੰ ਹੈਂਡਲ ਕਰਦੇ ਸੀ? ਘਰ ਦੇ ਵਿੱਚ ਬਾਈ ਆਉਂ ਸੀ, ਮੇਰੀ ਮਿਸੇਜ ਬਹੁਤ ਜ਼ਿਆਦਾ ਭਲੀ ਮਾਸ ਤੇ ਸ਼ਰੀਫ ਆ, ਚੰਗੇ ਘਰ ਦੀ ਆ। ਉਹਨੇ ਮਤਲਬ ਮੇਰਾ ਇੰਨਾ ਕੁ ਸਾਥ ਦਿੱਤਾ ਮੈਨੂੰ ਨਸ਼ੇ 'ਚੋਂ ਬਾਹਰ ਕੱਢਣ ਨੂੰ। ਮੈਨੂੰ ਕਹਿੰਦੀ ਵੀ ਤੂੰ ਨਸ਼ੇ 'ਚੋਂ ਬਾਹਰ ਆ ਜਾ। 12-13 ਤੋਲੇ ਸੋਨੇ ਦੇ ਸੀ ਸਾਡੇ ਕੋਲ, ਚੰਗਾ ਸੀ ਕੰਮ ਪਹਿਲਾਂ। ਉਹ ਸਾਰੇ ਉਹਨੇ ਮੈਨੂੰ, ਜਦੋਂ ਮੈਂ ਨਸ਼ਾ ਛੱਡਿਆ ਉਹਨੂੰ ਪਤਾ ਲੱਗ ਗਿਆ, ਮੈਨੂੰ ਉਹਨੇ ਮਤਲਬ ਨਫ਼ਰਤ ਨਹੀਂ ਕੀਤੀ। ਮੇਰਾ ਇੰਨਾ ਕੁ ਸਾਥ ਦਿੱਤਾ, ਮੈਂ ਤਾਂ ਹੀ ਬਾਹਰ ਆ ਸਕਿਆ। ਤੇ ਮੇਰੀ ਇੱਕ ਉਹ ਗੱਲ ਹੋਰ ਵੀ, ਨਵੀਆਂ ਕੁੜੀਆਂ ਨੂੰ ਵੀ ਬੇਨਤੀ, ਮੇਰੀਆਂ ਭੈਣਾਂ ਨੂੰ, ਵੀ ਨਿੱਕੀ ਜਿਹੀ ਗੱਲ ਤੇ ਤੁਸੀਂ ਆਪਦਾ ਘਰ ਨਾ ਪੱਟਣ ਪੈ ਜਾ ਕਰੋ। ਕਈ ਮੈਂ ਵੇਖਿਆ ਬਹੁਤ ਛੇਤੀ ਘਰ ਖਰਾਬ ਕਰ ਲੈਂਦੇ ਆ। ਮੈਂ ਇੰਨੀ ਬੁਰੇ ਦੌਰ 'ਚ ਸੀ, ਮੇਰੇ ਘਰੇ ਵੀ ਕੁਛ ਨਹੀਂ ਰਿਹਾ ਸੀ, ਮਤਲਬ ਮੈਂ ਮਰਨ ਕੰਧਾਰੀ ਸੀਗਾ। ਮੇਰੇ ਘਰ ਵਾਲੀ ਨੇ ਤਾਂ ਵੀ, ਅੱਜ ਮੈਂ ਤੁਹਾਡੇ ਸਾਹਮਣੇ ਖੜਾ, ਦੇਖ ਲਓ। ਤੇ ਖੇਡੂੰਗਾ ਵੀ, ਪ੍ਰਮਾਤਮਾ ਸੁੱਖ ਰੱਖੇ। ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਸ਼ੀਰਵਾਦ ਚਾਹੀਦਾ, ਮੇਰੇ ਪਿੰਡ ਦਾ। ਭਲਵਾਨ ਤਾਂ ਪਿੰਡ ਦਾ ਹੀ ਹੁੰਦਾ, ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਠੀਕ ਆ। ਤੇ ਮੇਰਾ ਇੰਨਾ ਸਾਥ ਦਿੱਤਾ, ਮਤਲਬ 13 ਤੋਲੇ ਸੋਨੇ ਦੇ ਮੈਂ ਖੁਰਾਕ ਰਾਹੀਂ ਖਾ ਗਿਆ। ਕਿਤੇ ਬੰਗ ਵੇਚ ਆਉਣੀ, ਕਿਤੇ ਕੁਸ ਵੇਚ ਆਉਣੀ। ਅੱਜ ਤੱਕ ਵਿਚਾਰੀ ਨੇ ਮੱਥੇ ਵੱਟ ਨਹੀਂ ਪਾਇਆ। ਹੁਣ ਵੀ ਮੈਨੂੰ ਆਂਦੀ, ਮੈਨੂੰ ਤੇਰੇ ਤੇ ਪੂਰੀ ਆਸ ਆ, ਤੂੰ ਕਰੇਂਗਾ। ਜਦੋਂ ਐਡੇ ਵੱਡੇ ਬਾਹਰ ਆ ਗਿਆ ਤੂੰ ਸੰਕਟ ਦੇ ਵਿੱਚੋਂ, ਤੇ ਪੈਸਾ ਧੇਲਾ ਤਾਂ ਤੇਰੇ ਹੱਥੇ ਕਮਾਉਣਾ ਕੋਈ ਐਡੀ ਗੱਲ ਨਹੀਂ। ਬਾਕੀ ਤੁਹਾਡੇ ਵਰਗੇ ਸੱਜਣ ਮਿੱਤਰ ਹੈਗੇ ਆ, ਵਿਸ਼ਵਾਸ ਆ। ਜਿਵੇਂ ਬਾਈ ਦੱਸਿਆ ਤੁਸੀਂ ਵੀ ਸੱਜਣਾ ਮਿੱਤਰਾਂ ਸਹਿਯੋਗ ਨਾਲ ਹੀ ਘਰ ਚੱਲਦਾ। ਘਰ ਦੇ ਹਾਲਾਤ ਮਾੜੇ ਆ, ਹਨਾ, ਕਿਉਂਕਿ ਬੰਦਾ ਦੁਆਰਾ ਉੱਠਣਾ ਬਹੁਤ ਔਖਾ। ਤੁਸੀਂ ਉੱਠੇ ਹੋ, ਇੰਨਾ ਹੀ ਵੱਡੀ ਗੱਲ ਹੈ, ਹਨਾ, ਕਿਉਂਕਿ ਪ੍ਰੇਰਨਾ ਹੋਰਾਂ ਨੂੰ ਵੀ ਮਿਲੂਗੀ ਵੀ ਨਸ਼ੇ ਤੋਂ ਉੱਭਰਿਆ ਜਾ ਸਕਦਾ। ਤੇ ਬਾਈ ਘਰ ਦਾ ਫਿਰ ਹੁਣ ਗੁਜ਼ਾਰਾ ਕਿਵੇਂ ਚੱਲਦਾ, ਤੇ ਗਾਂ ਕੀ ਤੁਹਾਡਾ ਭਵਿੱਖ ਕੀ ਆ ਘਰ ਦਾ? ਘਰ ਦੇ ਬਾਈ ਜੀ ਇਉਂ ਹਾਲਾਤ ਆ, ਜਦੋਂ ਕਮਾਉਣ ਵਾਲਾ ਬੰਦਾ, ਤੁਹਾਨੂੰ ਪਤਾ ਵੀ ਕਿਸੇ ਵੀ, ਹਾਂ ਉਧਰੋਂ ਮੇਰਾ ਇਹ ਸਾਰਾ ਪਾਸਾ ਵੀ ਡੈਮੇਜ ਸੀ। ਨਹੀਂ ਤਾਂ ਮੈਂ ਤਾਂ ਤਕੜਾ ਤਾਂ 3 ਸਾਲਾਂ 'ਚ ਹੀ ਹੋ ਗਿਆ ਸੀ ਬਹੁਤ। ਮੇਰਾ ਇਹ ਸਾਰਾ ਪਾਸਾ ਡੈਮੇਜ ਕਰਕੇ ਦੁਬਾਰੇ ਸਾਰਾ ਰਿਪੇਅਰ ਕਰਨ 'ਚ ਨਾ ਇਹਨੂੰ ਬਹੁਤ ਟਾਈਮ ਲੱਗ ਗਿਆ। ਤੇ ਇਸ ਕਰਕੇ ਜਿਹੜੇ ਮੇਰੇ ਘਰ ਦੇ ਹਾਲਾਤ ਆ, ਮੇਰੇ ਆ ਸੱਜਣ ਮਿੱਤਰ ਆ ਜਿਹੜੇ ਪਿੰਡ ਦੇ, ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਇਹਨਾਂ ਬੰਦਿਆਂ ਨੇ ਮੈਨੂੰ ਕੋਈ ਕਮੀ ਨਹੀਂ ਆਉਣ ਦਿੱਤੀ। ਮੈਨੂੰ ਆਹ ਤੀਰਥਾ ਮੁੰਡਾ, ਇਹ ਪੂਰਾ ਵਧੀਆ ਸਾਡੇ ਪਿੰਡ ਦਾ, ਮਤਲਬ ਕਿ ਮਸ਼ਹੂਰ ਬੰਦਾ, ਤੁਹਾਨੂੰ ਪਤਾ ਵੀ ਇਹ ਨਾਟਕ ਨੂਟਕ ਖੇਡਦੇ ਆ, ਪੂਰਾ ਤਕੜਾ ਕੰਮ ਇਹਨਾਂ ਦਾ। ਇਹ ਬੰਦੇ ਨੇ ਵੀ ਮੇਰੇ ਇੰਨਾ ਮੋਢੇ ਨਾਲ ਮੋਢਾ ਲਾਇਆ ਬਾਈ। ਇਹ ਹੋਇਆ ਭਿੰਦਰ ਹੋਇਆ, ਮੋਟਰਸਾਈਕਲ ਵੀ ਮੇਰੇ ਇਹਨਾਂ ਦੇ ਘਰੇ ਖੜੇ ਰਹਿੰਦੇ ਵੀ ਤੂੰ ਕਿਸੇ ਤੋਂ ਮੰਗੀ ਨਾ। ਫਿਰ ਪੈਸੇ ਆ, ਜਿਵੇਂ ਜਿਹੜੇ ਬੰਦੇ ਮੈਂ ਤੁਹਾਨੂੰ ਦੱਸ ਕੇ ਹਟਿਆ, ਜੇ ਮੈਨੂੰ ਲੋੜ ਪੈਂਦੀ ਹੈ ਨਾ ਮਾੜੀ ਜੀ, ਮੈਨੂੰ ਉਹ ਗਾਲਾਂ ਕੱਢ ਕੇ ਕਹਿੰਦੇ ਵੀ ਹੋਰ ਕਿਸੇ ਤੋਂ ਨਾ ਮੰਗੀ, ਸਾਨੂੰ ਦੱਸ। ਪਰ ਭਾਈ ਫਿਰ ਵੀ ਤੁਸੀਂ ਕੀ ਰੁਜ਼ਗਾਰ ਕੋਈ ਇਹੋ ਜਿਹਾ ਚਲਾਓ ਜਿਹੜਾ ਤੁਹਾਨੂੰ ਮੈਂ ਚਾਹੁੰਦਾ ਬਾਈ ਸੱਜਣਾ ਤੋਂ ਹਨਾ ਨਾਮ ਮੰਗਣਾ ਪਵੇ, ਕਿਉਂਕਿ ਤੁਹਾਡੀ ਹੈਲਪ ਬਹੁਤ ਕਰਤੀ ਆ। ਹਾਂਜੀ ਬਾਈ, ਹੁਣ ਮੈਂ ਉਹਨਾਂ ਦੇ ਵੀ ਸਾਰੀ ਉਮਰ ਬੋਝ ਨਹੀਂ ਬਣਨਾ ਚਾਹੁੰਦਾ। ਉਹ ਬੰਦਿਆਂ ਦਾ ਮੈਂ ਸੋਚਿਆ ਹੈਗਾ, ਪਲੈਨਿੰਗ ਕੀ ਕੀਤੀ ਵੀ ਘਰ ਦਾ ਖਰਚ ਚੱਲੇ? ਪਲੈਨਿੰਗ ਮੈਂ ਇਹ ਕੀਤੀ ਆ ਵੀ ਜੇ ਮੈਂ ਖੇਡਣਾ ਤਾਂ ਹੈਗਾ, ਮੇਰੇ ਪ੍ਰੈਕਟਿਸ ਦਾ ਬਹੁਤ ਲੰਮਾ ਤਜਰਬਾ, ਕਿਉਂਕਿ ਡੀਵੀ ਸਾਹਿਬ ਨੇ ਸਾਨੂੰ ਕਿਹੜੇ ਵੇਲਿਆਂ ਦੇ ਅਸੀਂ, ਫਿਰ ਬਾਈ ਭਾਨਾ ਕੋਚ ਆ ਲੈ, ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ। ਉਹ ਬੰਦੇ ਨੇ ਮੈਨੂੰ ਇੰਨਾ ਮਤਲਬ ਮੋਟੀਵੇਟ ਕੀਤਾ
ਕਹਿੰਦਾ ਇਹ ਬੰਦੇ ਦੋ ਮੈਨੂੰ ਇੰਨਾ ਮੋਟੀਵੇਟ ਕਰਦੇ, ਹੋ ਸਕਦਾ ਮੈਂ ਪ੍ਰੈਕਟਿਸ ਛੱਡ ਜਾਂਦਾ, ਮੇਰੀ ਉਮਰ 40-42 ਸਾਲ ਦੀ ਹੋ ਗਈ। ਡੀਪੀ ਸਾਹਿਬ ਤੇ ਬਾਈ ਭਾਨਾ ਭਗਵਾਨ ਸਿੰਘ ਆ ਜਿਹੜੇ, ਇਹਨਾਂ ਨੇ ਮੈਨੂੰ ਇੰਨਾ ਮਤਲਬ ਮੋਟੀਵੇਟ ਕੀਤਾ, ਮੈਨੂੰ ਥਕੇਵਾ ਨਹੀਂ ਆਉਂਦਾ। ਇੱਕ ਤਾਂ ਮੈਂ ਆਪਦੇ ਆਪ ਨੂੰ ਹਲੇ ਵੀ ਜੰਗ ਫੀਲ ਕਰਦਾ, ਕਿਉਂਕਿ ਬਾਈ ਭਾਨਾ ਸਿੰਘ ਵੀ ਤੁਹਾਨੂੰ ਪਤਾ 57 ਸਾਲ ਦੀ ਉਮਰ ਆ, 2025 ਸਪਾਟਾ ਮੇਰੇ ਬਰਾਬਰ ਮਾਰ ਜਾਂਦੇ। ਤੇ ਮੈਂ ਹੁਣ ਇਹ ਚਾਹੁੰਦਾ ਵੀ ਮੇਰਾ ਕੋਚਿੰਗ ਦਾ ਕੰਮ ਜੇ ਚੱਲ ਪਏ, ਮੇਰੇ ਕੈਂਪ ਲਵਾਏ ਜਾਣ ਪਿੰਡਾਂ 'ਚ, ਠੀਕ ਆ। ਤੇ ਨਾਲੇ ਤਾਂ ਮੇਰਾ ਰੁਜ਼ਗਾਰ ਆ, ਨਾਲੇ ਨਵੇਂ ਮੁੰਡਿਆਂ ਨੂੰ ਮੈਂ ਕੁਝ ਦੱਸਾਂ ਆਪਦੇ ਤਜਰਬੇ 'ਚੋਂ, ਕਿਉਂਕਿ ਐਕਸਪੀਰੀਅੰਸ ਬਹੁਤ ਲੰਮਾ ਹੋ ਗਿਆ, 20-25 ਸਾਲ ਦਾ ਐਕਸਪੀਰੀਅੰਸ ਆ ਪ੍ਰੈਕਟਿਸ ਦਾ, ਨਾਲ ਸਰੀਰ ਦੀ ਦਾ ਪਤਾ। ਤੇ ਬਾਕੀ ਸਰੀਰ ਦੇ ਮੈਨੂੰ ਮਤਲਬ ਤਕਰੀਬਨ ਸਟੀਰੋਇਡ ਮੈਂ ਮਤਲਬ ਕਰਨ ਦੇ ਹੱਕ 'ਚ ਨਹੀਂ, ਮੈਂ ਬਿਨਾਂ ਸਟੀਰੋਇਡ ਤੋਂ ਬੰਦਾ ਇੰਨਾ ਵਧੀਆ ਤਿਆਰ ਕਰ ਸਕਦਾ। ਮੈਥੋਂ ਅੱਧੀ ਪ੍ਰੈਕਟਿਸ, ਚੌਥਾ ਹਿੱਸਾ, ਤੀਜਾ ਹਿੱਸਾ ਵੀ ਮੁੰਡੇ ਨਵੇਂ ਪ੍ਰੈਕਟਿਸ ਕਰ ਲੈਣ, ਮੁੰਡੇ ਪਲੇਅਰ ਤਿਆਰ ਹੋ ਜਾਣਗੇ। ਸਰੀਰ ਦੇ ਬਾਰੇ ਤਾਂ ਮਤਲਬ ਮੈਂ ਪੜ੍ਹ ਵੀ ਚੁੱਕਿਆ ਤੇ ਸਰੀਰ ਨੂੰ ਮਤਲਬ ਕੱਢ ਵੀ ਚੁੱਕਿਆ, ਗੱਲ ਮੁਕਾ ਦਿਓ ਤੁਸੀਂ, ਤਾਂ ਹੀ ਸਰੀਰ ਬਣਿਆ ਮੇਰਾ। ਬਈ ਇੱਕ ਹੋਰ ਪੁੱਛਣਾ ਸੀ, ਜਿਵੇਂ ਅੱਜ ਤੁਸੀਂ ਤਾਂ ਲੰਮੀ ਮਿਹਨਤ ਕੀਤੀ ਆ, ਜਿਵੇਂ ਡੀਪੀ ਸਾਹਿਬ ਨੇ ਮਿਹਨਤ ਕਰਾਈ, ਅੱਜ ਇੱਕ ਹੋਰ ਨਵਾਂ ਜਨੂਨ ਵੀ ਆ ਵੀ ਯਾਰ ਦਿਨਾਂ 'ਚ 2 ਪ੍ਰੈਕਟਿਸ ਕਰੋ ਤੇ ਆ ਸਪਲੀਮੈਂਟ ਖਾਓ ਤੇ ਜਿਮ ਜਾਓ ਤੇ ਡੋਲੇ ਬਣਾਓ ਤੇ ਖੇਡਣਾ ਸ਼ੁਰੂ ਕਰ ਦਿਓ ਭਾਜੀ। ਰਾਤੋਂ ਰਾਤ ਸਟਾਰ ਬਣਾ ਲਈ। ਹਾਂ, ਜਿਹੜਾ ਰਾਤੋਂ ਰਾਤ ਸਟਾਰ ਬਣਿਆ ਹੋਵੇ ਉਹ ਟਿਕਦਾ ਨਹੀਂ ਜ਼ਿਆਦਾ ਲੰਮਾ ਟਾਈਮ। ਹੁਣ ਤੁਸੀਂ ਮਿਹਨਤ ਵਾਲੇ ਬੰਦੇ ਵੇਖ ਲਓ, ਡੀਪੀ ਸਾਹਿਬ ਵੇਖ ਲਓ, ਪੁਰਾਣੇ ਪਲੇਅਰ ਵੇਖ ਲਓ, 25-25 ਸਾਲ ਖੇਡਿਆ। ਪੱਪੂ ਚੂੜਚੱਕ ਕਰਕੇ ਵੇਖ ਲਓ, ਮੇਰਾ ਚੰਗਾ ਮਿੱਤਰ ਆ ਪੱਪੂ ਚੂੜਚੱਕ, ਬਹੁਤ ਵਧੀਆ ਬੰਦਾ। ਸੀਰਾ ਪਿੱਥੋਂ ਵਾਲਾ ਵੇਖ ਲਓ, 20-20 ਸਾਲ ਖੇਡ ਗਏ ਬੰਦੇ। ਤੇ ਜੇ ਸਟੀਰੋਇਡ ਆਪਾਂ ਸਪਲੀਮੈਂਟ ਖਾਓ, ਤੁਸੀਂ ਰੀਜਨਲ ਖਾਓ, ਉਹਦਾ ਕੋਈ ਡਰ ਨਹੀਂਗਾ, ਕਿਉਂਕਿ ISO ਵੱਲੋਂ ਪ੍ਰਮਾਣਤਾ ਜਿਹੜੀ ਚੀਜ਼, ਉਹਦਾ ਨਹੀਂ ਡਰ ਕੋਈ ਹੈਗਾ। ਜਿਹੜੇ ਤੁਸੀਂ ਸਟੀਰੋਇਡ ਲੈਂਦੇ ਆ, ਉਹ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਤੁਹਾਡੇ ਗਾਂਹ ਜਾ ਕੇ ਪ੍ਰੋਬਲਮ ਕ੍ਰੀਏਟ ਕਰਨਗੇ, ਬੱਚਾ ਵੀ ਨਹੀਂ ਹੁੰਦਾ ਕਈਆਂ ਦੇ। ਜੇ ਭਾਜੀ ਆਪਣੇ ਨਾਲ ਕੋਈ ਸੈਲੀਬ੍ਰੇਟ ਖੁਸ਼ੀ ਕਰਨ ਵਾਲਾ ਹੀ ਹੈ ਨਹੀਂ, ਫਿਰ ਆਪਾਂ ਉਹਦੀ ਖੁਸ਼ੀ ਵੀ ਕੀ ਕਰਨੀ ਆ? ਆਪਣੇ ਬੱਚਾ ਨਹੀਂ ਹੋਇਆ, ਆਪਣਾ ਵੰਸ਼ ਨਹੀਂ ਗਾਂਹ ਵਧਿਆ, ਜਾਂ ਆਪਾਂ ਹਾਰਟ ਅਟੈਕ ਨਾਲ ਮਰ ਗਏ, ਲੰਮੀ ਜ਼ਿੰਦਗੀ ਨਹੀਂ ਜਿਉਂ ਸਕੇ, ਫਿਰ ਤਾਂ ਸਮਝ ਲਾ ਮੈਂ ਉਹਨਾਂ ਨੂੰ ਕਬੱਡੀ ਦੇ ਗੈਂਗਸਟਰ ਹੀ ਮੰਨੂਗਾ, ਜਿਹੜੇ ਸਟੀਰੋਇਡ ਕਰਕੇ ਛੇਤੀ ਚੜ੍ਹ ਜਾਂਦੇ ਤੇ ਛੇਤੀ ਮਰ ਜਾਂਦੇ, ਠੀਕ ਆ। ਇਸ ਕਰਕੇ ਤੁਸੀਂ ਥੋੜ੍ਹਾ ਇਹਨੂੰ ਲੰਮਾ ਚੱਲੋ, ਸਰੀਰ ਨੂੰ ਇੱਥੇ ਗਰਾਊਂਡ ਦੇ ਉੱਤੇ ਦੇਸੀ ਖੁਰਾਕਾਂ ਖਾਓ ਜਿੰਨੀਆਂ ਹੋ ਸਕੇ। ਸਟੀਰੋਇਡ ਤਾਂ ਬਈ ਵੱਡੀ ਉਮਰ 'ਚ ਜਾ ਕੇ ਹੁੰਦਾ, ਜਿਵੇਂ ਮੇਰੀ ਉਮਰ ਆ ਹੁਣ 40-42 ਸਾਲ, ਮੈਂ ਬੱਚੇ ਨਹੀਂ ਕੋਈ ਮੇਰੇ ਹੈਗੇ ਆਲਰੇਡੀ, ਉਦੋਂ ਵੀ ਥੋੜ੍ਹਾ ਬਹੁਤ ਧੂਆਂ ਜਿਹਾ ਹੀ ਦਿਓ। ਇਹ ਨਹੀਂ ਵੀ ਤੁਸੀਂ ਗੱਡ ਕੇ ਟੀਕਾ ਫੇਰ ਗਰਾਊਂਡ 'ਚ ਵੜੋ, ਇਹਨਾਂ ਗੱਲਾਂ ਦੇ ਮੈਂ ਉਲਟਾ। ਇਹ ਗੱਲਾਂ ਨਾਲ ਬੰਦਾ ਲੰਮਾ ਟਾਈਮ ਨਹੀਂ ਚੱਲਦਾ, ਸਾਲ ਖੰਡ ਖੇਡ ਜੂਗਾ, ਜੁਆਇੰਟ ਖਰਾਬ ਹੋ ਜਾਂਦੇ, ਸੁੱਕ ਜਾਂਦਾ ਸਾਰਾ ਕੁਝ ਇਹਨਾਂ ਨਾਲ। ਹੁਣ ਸਟੈਨਾਜੋਲ ਆ ਜਾਂ ਡੈਗੇਸਿਸਟ ਆ, ਸਭ ਤੋਂ ਵੱਡੀ ਗੱਲ ਇਹ ਗੁਰਦਿਆਂ ਦੀਆਂ ਜਾਲੀਆਂ ਮਿੰਟ ਹੀ ਚੋਕ ਕਰ ਦਿੰਦੇ ਆ। ਜਦੋਂ ਤੁਹਾਡੀਆਂ ਕਿਡਨੀਆਂ ਹੀ ਖਰਾਬ ਹੋਊਗਾ, ਫਿਰ ਉਹੋ ਜੀ ਬਾਈ ਪ੍ਰਸਿੱਧੀ ਕਰਨੀ ਕੀ ਆ। ਬੋਡੀ ਤਾਂ ਆਪਾਂ ਐਕਸਰਸਾਈਜ਼ ਤਾਂ ਬੋਡੀ ਦੀ ਤੰਦਰੁਸਤੀ ਲਈ ਕਰਦੇ ਹਾਂ, ਤੇ ਆਪਾਂ ਥੋੜ੍ਹੇ ਜਿਹੇ ਸਮੇਂ ਦੀ ਸ਼ੋਹਰਤ ਲਈ ਮਤਲਬ ਆਪਾਂ ਬਿਮਾਰੀ ਖੱਟ ਲਈ ਜਾਂ ਹਾਰਟ ਅਟੈਕ ਹੋ ਗਿਆ। ਬਾਈ ਚਲੋ ਡੈਥ ਜਿਹੜੀ ਹੁੰਦੀ ਨਸ਼ੇ ਨਾਲ ਤਾਂ ਉਹ ਤਾਂ ਹਰ ਇੱਕ ਚੀਜ਼ ਹੁੰਦੀ ਆ, ਜਾਂ ਨਹੀਂ ਖੇਡਦਾ ਕਬੱਡੀ ਉਹਦੀ ਵੀ ਕਿਤੇ ਹੋ ਸਕਦੀ ਆ, ਪਰ ਜਦੋਂ ਕਬੱਡੀ ਪਲੇਅਰ ਦੀ ਕਿਸੇ ਡੈਥ ਹੁੰਦੀ ਤਾਂ ਉਹ ਨਸ਼ੇ ਨਾਲ ਹੀ ਕਿਉਂ ਜੁੜਿਆ ਜਾਂਦਾ? ਜ਼ਰੂਰੀ ਤਾਂ ਨਹੀਂ ਕਿ ਉਹ ਮਤਲਬ ਨਸ਼ਾ ਹੀ ਕਰਕੇ ਡੈਥ ਹੋਈ ਉਹਦੀ। ਆਮ ਤੌਰ 'ਤੇ ਇਹੀ ਭਾਸ਼ਾ ਵੀ ਕਬੱਡੀ ਪਲੇਅਰ ਜਿਹੜਾ ਹੈਗਾ ਨਸ਼ਾ ਕਰਕੇ ਖੇਡਦੇ ਆ, ਜਦ ਕਿ ਇੱਦਾਂ ਨਹੀਂ ਹੈਗਾ ਗਾ। ਕੋਈ ਹੋਊਗਾ ਜਾਂ ਲਾਉਂਦਾ ਵੱਖਰੀ ਗੱਲ ਹੈ ਨਾ। ਤੁਸੀਂ ਕਿਵੇਂ ਸੋਚਦੇ ਹੋ ਬਾਰੇ? ਭਾਜੀ ਮੇਰਾ ਮੰਨਣਾ ਇਹ ਵੀ ਕਬੱਡੀ ਦੇ ਵਿੱਚ 10% ਮੁੰਡੇ ਇਹ ਨਸ਼ਾ ਕਰਦੇ ਵੀ ਆ। ਪਿਛਲੇ ਤੁਸੀਂ RTI ਦਾ ਖੁਲਾਸਾ ਕੱਢ ਲਓ, ਚੈਨਲਾਂ ਤੋਂ ਕੱਢ ਕੇ ਵੇਖ ਲਓ ਰਿਪੋਰਟਾਂ, ਪਿਛਲੇ 7 ਸਾਲਾਂ ਦੇ ਵਿੱਚ 17-18 ਹਜ਼ਾਰ ਮੁੰਡੇ ਦੀ ਚਿੱਟੇ ਨਾਲ ਡੈਥ ਹੋ ਚੁੱਕੀ ਆ। ਜੇ ਮੰਨ ਕੇ ਚੱਲੋ ਉਹਦੇ 'ਚ 5-10 ਕਬੱਡੀ ਵਾਲੇ ਵੀ ਮਰ ਗਏ, ਉਹ ਵੀ ਤਾਂ ਮੁੰਡੇ ਹੀ ਆ ਬਾਈ। ਹੈਂ, ਮੰਡੀਰ ਸਾਰੀ ਖਰਾਬ ਹੋਈ ਪਈ, ਤੁਹਾਨੂੰ ਪਤਾ। ਇਹ ਮੇਰਾ ਮਤਲਬ ਤੁਸੀਂ ਵੀ ਚਲੋ ਤੁਹਾਡੇ ਵੀ ਜਰੀਏ ਮਾਧਿਅਮ ਦੇ ਮੇਰੀ ਹੱਥ ਬੰਨ੍ਹ ਕੇ ਪੱਤਰਕਾਰਾਂ ਨੂੰ ਵੀ ਬੇਨਤੀ ਆ ਵੀ ਕਬੱਡੀ ਨੂੰ ਹੀ ਬਦਨਾਮ ਨਾ ਕਰਿਆ ਕਰੋ। ਕਬੱਡੀ ਮੈਨੂੰ ਐਂ ਜੇ ਲੱਗਦਾ ਵੀ ਜਿਵੇਂ ਕਿਸੇ ਦੀ ਸਿਆਸਤ ਹੁੰਦੀ ਕਬੱਡੀ ਨੂੰ ਟਾਰਗੇਟ ਕਰਨਾ, ਕਿਉਂਕਿ ਜਿਹੜੀ ਸੱਭਿਅਤਾ ਨੂੰ ਖਤਮ ਕਰਨਾ ਹੋਵੇ ਉਹਦੇ ਧਰਮ 'ਚ ਘੁਸ ਜਾਓ, ਉਹਨੂੰ ਰਵਾਇਤੀ ਖੇਡਾਂ ਨਾਲੋਂ ਤੋੜ ਦਿਓ, ਫਿਰ ਆਟੋਮੈਟਿਕ ਹੀ ਕੌਮਾਂ ਖਤਮ ਹੋ ਜਾਂਦੀਆਂ। ਸਾਡੀ ਇਹ ਮਾਂ ਖੇਡ ਕਬੱਡੀ ਆ। ਇਹ ਮੈਂ ਹੁਣ ਤੁਹਾਡੇ ਸਾਹਮਣੇ ਮਿਸਾਲ ਖੜਾ, ਮੈਨੂੰ ਕਬੱਡੀ ਨੇ ਫੇਰ ਬਚਾਇਆ। ਮੈਂ ਪਹਿਲਾਂ ਵੀ ਕਬੱਡੀ 'ਚ ਨਸ਼ਾ ਨਹੀਂ ਕਰਦਾ ਸੀ, ਠੀਕ ਆ, ਕਬੱਡੀ ਤੋਂ ਦੂਰ ਹੋ ਕੇ ਲੱਗ ਗਿਆ ਸੀ। ਪਰ ਇਹ ਤੁਸੀਂ ਨਾ ਇਹਦਾ ਮੁੱਦਾ ਉਠਾਓ ਵੀ ਜਿਹੜਾ ਨਸ਼ਾ ਹੈ ਚਿੱਟਾ ਬੰਦ ਹੀ ਹੋ ਜੇ ਕਿਸ ਹਿਸਾਬ ਨਾਲ, ਸਰਕਾਰ ਸਭ ਕੁਝ ਕਰ ਸਕਦੀ ਹੈ, ਠੀਕ ਆ ਜੀ। ਤੇ ਬਾਕੀ ਮੇਰੀ ਇੱਕ ਬੇਨਤੀ ਹੋਰ ਆ ਵੀ ਕਬੱਡੀ ਪਲੇਅਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਰਸ ਦੇ ਆਧਾਰ ਤੇ, ਜਿਵੇਂ ਅੱਜ ਕੱਲ੍ਹ ਤਰਸ ਦਾ ਟਰੈਂਡ ਚੱਲਦਾ, ਠੀਕ ਆ। ਮਿਲੀ ਜਾਂਦੀ ਹੈ। ਹਾਂ, ਜਿਵੇਂ ਸਾਡੇ ਵਰਗੇ 3-4 ਕਿੱਲੇ ਤੋਂ ਘੱਟ ਵਾਲੇ ਜਾਂ ਬਗੈਰ ਜ਼ਿਮੀਂਦਾਰਾਂ ਦੇ ਮੁੰਡੇ ਖੇਡਦੇ ਆ, ਕਈ ਵਾਰੀ ਸੱਟ ਫੇੜ ਹੋ ਜਾਂਦੀ ਆ, ਤੇ ਉਹਨਾਂ ਦੇ ਵੀ ਤਰਸ ਦੇ ਆਧਾਰ ਤੇ ਨੌਕਰੀਆਂ ਦਿਓ ਯਾਰ। ਭਾਈ ਭਤੀਜਾ ਵਾਸਤੇ MLA ਦੇ ਜਵਾਕਾਂ ਨੂੰ ਤਾਂ ਮਿਲ ਹੀ ਜਾਂਦੀਆਂ, ਮਾੜੇ ਬੰਦੇ ਨੂੰ ਨਹੀਂ ਕੋਈ ਪੁੱਛਦਾ। ਤਰਸ ਦਾ ਪਾਤਰ ਜਦੋਂ ਕੋਈ ਮਾੜਾ ਬੰਦਾ ਹੁੰਦਾ। ਮੈਂ ਤੁਹਾਨੂੰ ਮਾੜੇ ਜ਼ਿਮੀਂਦਾਰ ਦੀ ਗੱਲ ਇਉਂ ਕੀਤੀ ਹੈ, ਮਾੜਾ ਜ਼ਿਮੀਂਦਾਰ ਨਾ ਤਾਂ ਬਈ ਮੰਗਣ ਜੋਗਾ। ਹੁਣ ਘਰੇ ਜਵਾਕ ਭੁੱਖੇ ਹੋਏ ਮੇਰੇ ਵਰਗੇ ਨੂੰ ਮੰਗਿਆ ਮਿਲੇ ਨਾ, ਕੁਛ ਨਾ ਕੁਛ ਪੁੱਠਾ ਸਿੱਧਾ ਹੀ ਕਰੂ, ਕ੍ਰਾਈਮ ਵੀ ਠੱਲ ਪਊਗੀ ਇਹ ਚੀਜ਼ ਨਾਲ। ਕੋਈ ਸਪੈਸ਼ਲ ਪਾਲਿਸੀ ਬਣਾਈ ਜਾਵੇ ਵੀ ਜਿਹੜੇ ਘੱਟ ਜ਼ਮੀਨ ਦੇ ਮਾਲਕ ਜਾਂ ਮੇਰੇ ਵਰਗੇ ਬੇਜ਼ਮੀਨੇ ਆ, ਜ਼ਿਮੀਂਦਾਰ ਆ ਜਾਂ ਪਲੇਅਰ ਆ, ਪਲੇਅਰਾਂ ਨੂੰ ਨੌਕਰੀਆਂ ਅੱਗੇ ਬਹੁਤ ਵਧੀਆ ਮਿਲਦੀਆਂ ਹੁੰਦੀਆਂ ਸੀ, ਉਹ ਦਿੱਤੀਆਂ ਜਾਣ ਕਿਸੇ ਨਾ ਕਿਸੇ ਹਿਸਾਬ ਨਾਲ। ਮੰਡੀਕਰਨ ਬੋਰਡ 'ਚ ਦਿੱਤੀਆਂ ਜਾਣ, ਸਕੂਲਾਂ 'ਚ ਪੀਆਂ ਦੀਆਂ ਨੌਕਰੀਆਂ ਹੀ ਦੇ ਦੇਣ। ਹੋਰ ਨਹੀਂ ਤਾਂ ਬੰਦਾ 4-5 ਘੰਟੇ ਕੰਮ ਕਰਕੇ ਆਪਦੀ ਐਕਸਰਸਾਈਜ਼ ਤਾਂ ਕਰ ਸਕਦਾ। ਬਸ ਮੇਰਾ ਤਾਂ ਇਹੀ ਕਹਿਣਾ ਵੀ ਕਬੱਡੀ ਨੂੰ ਨਸ਼ੇ ਨਾਲ ਨਾ ਜੋੜਿਆ ਜਾਵੇ। ਕਬੱਡੀ ਦੇ ਵਿੱਚ 10% ਜਾਂ 20% ਪਲੇਅਰ ਕਰਦੇ ਆ ਨਸ਼ਾ, ਪਿੰਡਾਂ 'ਚ ਕਿੰਨੇ ਕਰੀ ਜਾਂਦੇ ਆ ਉਹ ਵੀ ਮੁੰਡੇ। ਹੁਣ ਜੇ ਆਪਾਂ ਆਖੀਏ ਬਾਲੇ ਟੌਪ ਦੇ ਪਲੇਅਰਾਂ ਦੇ ਕਈ ਨਾਂ ਲੈ ਸਕਦੇ ਆ, ਮੈਂ ਨਹੀਂ ਮੰਨਦਾ ਵੀ ਪਾਲੇ ਖੁਸ਼ੀ ਵਰਗੇ ਏਡੀਆਂ ਤਗੜੀਆਂ ਵੱਡੀਆਂ ਰਹਿ ਜਾਣ ਜੇ ਨਸ਼ਾ ਕਰਨ। ਚਿੱਟਾ ਮੇਰੇ 'ਚ ਝੋਟੇ ਜਿੰਨੀ ਜਾਨ ਸੀ, 3 ਮਹੀਨਿਆਂ 'ਚ ਮੈਨੂੰ ਸਾੜ ਕੇ ਸੁਆਹ ਕਰਤਾ ਸੀ। ਤੇ ਪਲੇਅਰ ਕਿਵੇਂ ਕਬੱਡੀ ਖੇਡ ਸਕਦਾ? ਨਾਲੇ ਇਹਨਾਂ ਸਾਰਿਆਂ ਨੂੰ ਮੇਰੇ 'ਚ ਪਾਵਰ ਜ਼ਿਆਦਾ ਸੀ। ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਚਾਹਣਾ, ਪਿੰਡ 'ਚ ਵੀ ਤੁਸੀਂ ਪੁੱਛ ਲਓ, ਮੈਂ ਨਾੜਗਰਾਂ ਟਰੈਕਟਰ ਦੇ ਬਾਈ ਜੀ ਢੂਈ ਲਾ ਕੇ ਸਲਿੱਪ ਕਢਾਉਣ ਦਿੰਦੇ ਜਦੋਂ ਮੈਂ ਉੱਠਿਆ ਸੀ। ਇੰਨੀ ਜਾਨ ਸੀ। ਫਿਰ ਆ ਪਿੰਡ ਦੇ ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ, ਇੱਥੇ ਮਾਰ ਨਖੰਡਾ ਢੱਟਾ ਪੈ ਗਿਆ, ਮੈਂ ਸਿੰਘਾਂ ਤੋਂ ਫੜ ਕੇ ਗੋਡੀ ਲਵਾਤੀ ਬਾਈ ਉਹਦੀ।
ਇਹ ਗੱਲ ਮਤਲਬ ਆਹ ਮੁੰਡੇ ਫਿਰਦੇ ਮੇਰੇ ਪਿੰਡ ਦੇ ਤੀਰ ਸੁਣੀ, ਇਹਨਾਂ ਨੂੰ ਵੀ ਪੁੱਛ ਸਕਦੇ ਔਨ ਰਿਕਾਰਡ ਆ ਇਹ ਗੱਲ। ਤੇ ਫਿਰ ਇੱਥੇ ਕੋਈ ਮੱਲ ਝੰਡੀ ਕਰਦਾ ਹੁੰਦਾ ਜੀ, ਮੇਰੇ 'ਚ ਚਿੱਟੇ ਨੇ ਡੱਕਾ ਨਹੀਂ ਛੱਡਿਆ ਸੀ ਬਈ, ਹਵਾ ਨਾਲ ਹਿੱਲਣ ਲੱਗਦਾ ਲੈ ਕਬੱਡੀ ਕਿਹੜੇ ਵੱਡੇ ਪਲੇਅਰ ਕਬੱਡੀ ਦੇ ਜਾਂ ਇੰਨਾ ਨਸ਼ਾ ਕਰਕੇ ਖੇਡਣ ਮਤਲਬ ਵੀ ਕੋਈ ਨਹੀਂ ਖੇਡ ਜਾਣਾ। ਨਾਲੇ ਫਿਰ ਤਾਂ ਸਾਰੇ ਖੇਡ ਲੈਣਗੇ। ਉਹੀ ਤਾਂ ਗੱਲ ਆ, ਨਾਲੇ ਕਬੱਡੀ ਨਸ਼ੇ ਨਾਲ ਨਹੀਂ ਖੇਡੀ ਜਾਂਦੀ, ਕਬੱਡੀ ਤਾਂ ਗਰਾਊਂਡ ਤੇ ਗੜ ਕੇ ਹੀ ਖੇਡੀ ਜਾਂਦੀ ਬਾਈ ਜੀ, ਇੱਥੇ ਹੀ ਕੱਢਣਾ ਪੈਂਦਾ। ਜੇ ਐ ਨਸ਼ਿਆਂ ਨਾਲ ਕਬੱਡੀ ਖੇਡੀ ਜਾਂਦੀ ਹੋਵੇ ਤਾਂ ਜਿਹੜੇ ਨਸ਼ੇ ਦੇ ਵੱਡੇ ਵੱਡੇ ਸੌਦਾਗਰ ਆ ਉਹ ਤਾਂ ਫਿਰ ਮੁੜਦੀ ਨਾ ਕਿਸੇ ਨੂੰ ਦੇਣ ਜਾਂ ਸਟੀਰੋਇਡ ਵਾਲੇ ਆ। ਕਬੱਡੀ 'ਚ ਤਾਂ ਮਿਹਨਤ ਕਰਨੀ ਪੈਣੀ, ਉਸਤਾਦ ਧਾਰਨਾ ਪੈਣਾ। ਹੁਣ ਸਾਡੇ ਡੀਵੀ ਸਾਹਿਬ ਸੀਗੇ, ਤੁਸੀਂ ਫੇਰ ਕਹਿਣਾ ਗੱਲ ਉੱਥੇ, ਉਹਨਾਂ ਨੇ ਮੈਨੂੰ ਸਟਰੋਂਗ ਬਣਾਇਆ, ਮੈਂ ਉਹਨਾਂ ਨੂੰ ਨਹੀਂ ਕਹਿ ਸਕਦਾ, ਭੁੱਲ ਨਹੀਂ ਸਕਦਾ, ਹਰ ਗੱਲ 'ਚ ਮੈਂ ਉਹਨਾਂ ਨੂੰ ਮੂਹਰੇ ਰੱਖਣਾ ਹੀ ਰੱਖਣਾ। ਬਬਲੀ ਸਾਡਾ ਚੀਨ ਦੀ ਕੰਧ ਕਿਵੇਂ ਬਣਿਆ ਸੀ ਪਤਾ ਤੁਹਾਨੂੰ? 80 ਕਬੱਡੀਆਂ ਮੇਰੇ ਵਹਿੰਦਿਆਂ ਡੀਪੀ ਸਾਹਿਬ, ਹਰ ਕਬੱਡੀ ਦੇ ਚਪੇੜੋ ਚਪੇੜੀ ਹੋ ਕੇ ਪਾਲੇ ਵੇਦੀ ਕੱਢਣਾ। ਐਵੇਂ ਨਹੀਂ ਬਬਲੀ ਚੀਨ ਦੀ ਕੰਧ ਬਣ ਗਿਆ ਸੀ, ਡੀਪੀ ਸਾਹਿਬ ਦੀ ਬਦੌਲਤੀ ਸੀ। ਤੇ ਉਹਨਾਂ ਨੇ ਸਾਡੇ ਜਜ਼ਬਾ ਇੰਨਾ ਭਰਿਆ, ਮੈਂ ਹੁਣ 42 ਸਾਲ ਦੀ ਉਮਰ, ਮੈਨੂੰ ਤੁਸੀਂ ਹੁਣ ਛੱਡ ਦਿਓ, ਤੁਹਾਨੂੰ ਆਪ ਹੀ ਪਤਾ ਲੱਗ ਜੂਗਾ। ਯਾਨੀ 500-700 ਡੰਡ ਤਾਂ ਮੈਂ ਹਾਸੇ ਜੀ ਮਾਰ ਜਾਂਦਾ, ਇੰਜੋਏ ਕਰਦਾ ਮੈਂ, ਮਤਲਬ ਕਿ ਮੈਂ ਕਿਤੇ ਮਰੂ ਨਹੀਂ ਕੀਤਾ। ਹੁਣ ਤਾਂ ਜਿੱਤਿਆ ਕੀ ਕੁਛ ਆ ਕਬੱਡੀ 'ਚ ਤੁਸੀਂ? ਜਿੱਤਿਆ ਬਾਈ ਇੱਕ ਵਾਰੀ ਤਾਂ ਮੇਰਾ ਇੱਥੇ ਮਤਲਬ ਮਾਨ ਸਨਮਾਨ 2014 ਦੇ ਵਿੱਚ ਆਲਟੋ ਗੱਡੀ ਨਾਲ ਕੀਤਾ ਸੀ, ਜਗਜੀਤ ਚੱਕਰਾ ਮੰਦਰ ਲਵਾਰਾ ਉਹਨਾਂ ਨੇ। ਤੇ ਬਾਕੀ ਬਾਈ ਜੀ ਉਹਨਾਂ ਵੇਲੇ ਜਦੋਂ ਸਾਡੇ ਜਿੱਤਣ 'ਚ ਤੁਹਾਨੂੰ ਕੁਛ ਨਹੀਂ ਹੁੰਦਾ ਜੀ, ਵੱਧ ਤੋਂ ਵੱਧ 5500 ਰੁਪਇਆ ਹੁੰਦਾ ਸੀ, ਬੈਟ ਰੇਡਰ ਨੂੰ ਕਿਤੇ 2100 ਰੁਪਇਆ, ਇੱਥੇ ਮੈਂ ਸਾਨੂੰ ਹੁਣ 5500 ਰੁਪਏ ਦਿੱਤਾ ਹੀ ਫੁੱਲੇ ਵਾਲੇ। ਉਹਨਾਂ ਦਿਨਾਂ 'ਚ ਮੋਟਰਸਾਈਕਲ ਬੁਲਟ ਨਹੀਂ ਸੀ, ਮੀਡੀਆ ਦਾ ਜ਼ਮਾਨਾ ਹੈ ਨਹੀਂ ਸੀ, ਤੇ ਜਿਹੜੇ ਵੱਡੇ ਤਕੜੇ ਪਲੇਅਰ ਸੀ, ਹੁਣ ਗੁਰਜੀਤ ਤੂਤਣਾ ਦਾ ਵੀ ਲੋਕਾਂ ਨੂੰ ਹੁਣ ਪਤਾ ਲੱਗਾ ਵੀ ਏਡੇ ਤਕੜੇ ਪਲੇਅਰ ਸੀ। ਹੁਣ ਕਿਉਂਕਿ ਸੋਸ਼ਲ ਮੀਡੀਆ ਦਿਨਾਂ 'ਚ ਬੰਦਾ ਛਾ ਜਾਂਦਾ, ਉਦੋਂ ਜਿਹੜੇ ਕਬੱਡੀ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਪਤਾ ਸੀ ਵੀ ਆਹ ਬੰਦਾ ਤਕੜਾ। ਜ਼ਿਆਦਾਤਰ ਪਿੰਡਾਂ 'ਚ ਹੁਣ ਤਾਂ ਹਰੇਕ ਨੂੰ ਪਤਾ ਵੀ ਖੁਸ਼ੀ ਦੁੱਗਾ ਕੌਣ ਆ, ਸੁਲਤਾਨ ਕੌਣ ਆ, ਦੁੱਲਾ ਕੌਣ ਆ। ਤੇ ਉਹਨਾਂ ਦਿਨਾਂ 'ਚ ਮਤਲਬ ਕਿ ਜਿਹੜੇ ਬਾਹਲੇ ਤਕੜੇ ਪਲੇਅਰ ਵੀ ਹੁੰਦੇ ਸੀ। ਹੁਣ ਡੀਪੀ ਸਾਹਿਬ ਨੇ 7 ਸਾਲ ਕਪਤਾਨੀ ਕੀਤੀ ਹੈ, ਤੇ ਬਾਹਲੇ ਬੰਦਿਆਂ ਨੂੰ ਸਾਡੇ ਪਿੰਡ 'ਚ ਨਹੀਂ ਪਤਾ ਸੀ। ਜਦੋਂ ਹੁਣ ਦੱਸਦੇ ਆ, ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਹੀਂ ਸੀ, ਤੇ ਇਸੇ ਕਰਕੇ ਉਹ ਜਿਵੇਂ ਕਹਿੰਦੇ ਹੁੰਦੇ ਆ ਅਣਗੋਲੇ ਸੂਰਮੇ ਹੀ ਰਹਿ ਗਏ। ਬਾਈ ਬੜੀ ਸੋਹਣੀ ਜ਼ਿੰਦਗੀ ਜਿਉਈ ਆ, ਬਤੀਤ ਕੀਤੀ ਆ, ਬੜਾ ਵਧੀਆ ਖੇਡੇ ਵੀ ਆ ਤੁਸੀਂ, ਵੱਖ-ਵੱਖ ਕਲੱਬਾਂ ਦੇ ਵਿੱਚ ਖੇਡੇ ਹੋ ਨਾ, ਗੱਡੀਆਂ ਬੁਲਟ ਤੁਹਾਡੇ ਘਰੇ ਹੁੰਦੇ ਆ ਜੀ। ਤੇ ਅੱਜ ਵੀ ਕੀ ਮਹਿਸੂਸ ਕਰਦੇ ਵੀ ਹੈ ਨਹੀਂ ਕੋਲੇ ਕੁਛ ਵੀ ਹੈ ਨਾ, ਲੋਕਾਂ ਦੇ ਸਹਿਯੋਗ ਦੇ ਨਾਲ ਹੀ ਘਰ ਦਾ ਖਰਚਾ ਚੱਲਦਾ ਹੈ ਨਾ, ਕੀ ਇਹ ਮਹਿਸੂਸ ਕਰਦੇ ਅੱਜ? ਬਾਈ ਮੈਂ ਇਹ ਮਹਿਸੂਸ ਕਰਦਾ ਵੀ ਇਹਦਾ ਮੈਂ ਆਪ ਜ਼ਿੰਮੇਵਾਰ ਹਾਂ, ਮੈਥੋਂ ਹੀ ਗਲਤੀ ਹੋਈ ਆ ਕਿਤੇ। ਮੈਂ ਉਦੋਂ ਆਪਦੇ ਆਪ ਨੂੰ ਸੰਭਲ ਗਿਆ ਹੁੰਦਾ, ਮੈਂ ਨਾ ਇਹ ਦਲਦਲ 'ਚ ਧੱਸਦਾ ਤੇ ਮੇਰੇ ਕੋਲੇ ਵੀ ਸਾਰਾ ਕੁਝ ਹੁੰਦਾ। ਫਿਰ ਵੀ ਮੈਂ ਕਹਿੰਦਾ ਵੀ ਕਬੱਡੀ ਦਾ ਮੈਂ ਬੜਾ ਹੀ ਧੰਨਵਾਦ ਕਰਦਾ ਕਬੱਡੀ ਵਾਲਿਆਂ ਦਾ, ਕਬੱਡੀ ਨੇ ਮੈਨੂੰ ਨਾਂ ਦਿੱਤਾ। ਕਬੱਡੀ ਕਰਕੇ ਲੋਕਾਂ ਨੇ ਮੈਨੂੰ ਇੰਨੇ ਚਿਰ ਦਾ ਸਾਂਭਿਆ ਹੋਇਆ, ਪਿਛਲੇ 8 ਸਾਲ ਤੋਂ ਮੈਂ ਕੋਈ ਕੰਮ ਨਹੀਂ ਕੀਤਾ। ਤੁਸੀਂ ਵੱਖ-ਵੱਖ ਕਲੱਬਾਂ ਨਾਲ ਖੇਡਦੇ? ਹਾਂਜੀ, ਲੋਕਾਂ ਨੂੰ ਮੈਂ ਕਿਸੇ ਨੂੰ ਮੈਂ ਐਵੇਂ ਦੋਸ਼ ਨਹੀਂ ਦਿੰਦਾ। ਕਈ ਪਲੇਅਰ ਮੈਨੂੰ ਫਲਾਣੇ ਨੇ ਲਾਤਾ, ਧੌਂਕੇ ਨੇ, ਕੌਣ ਕਿਸੇ ਨੂੰ ਲਾਉਂਦਾ ਬਾਈ, ਕੋਈ ਕਿਸੇ ਦੇ ਮੂੰਹ 'ਚ ਪਾਉਂਦਾ, ਆਪ ਜ਼ਿੰਮੇਵਾਰ ਆ ਬੰਦਾ। ਮੈਂ ਇਹ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਣੀ ਚਾਹੁੰਦਾ, ਜਿਵੇਂ ਮਤਲਬ ਗੱਡੀਆਂ ਮੇਰੇ ਕੋਲ ਲਗਜ਼ਰੀ ਗੱਡੀਆਂ ਰਹੀਆਂ, ਬੁਲਟ ਮੈਂ 6 ਮਹੀਨੇ ਬਦਲ ਦਿੰਦਾ ਸੀ, ਅੱਜ ਮੈਂ ਹੁਣ ਸਾਈਕਲ ਤੇ ਆ, ਮੈਂ ਫਿਰ ਵੀ ਸੰਤੁਸ਼ਟ ਹਾਂ। ਉਹਨਾਂ ਵੇਲਿਆਂ 'ਚ ਵੀ ਮੈਂ ਪੈਰ ਨਹੀਂ ਛੱਡੇ ਦੀ, ਹੁਣ ਬਾਈ ਦਿਲ ਨਹੀਂ ਛੱਡਿਆ। ਲੋਕੀ ਕਿਉਂਕਿ ਮੇਰੇ ਨਾਲ ਆ, ਲੋਕ ਹੀ ਰੱਬ ਦਾ ਰੂਪ ਹੁੰਦੇ ਆ। ਤੁਹਾਡੇ ਵਰਗੇ ਸੱਜਣ ਮਿੱਤਰਾਂ ਦੇ ਸਹਿਯੋਗ ਨਾਲ ਮੇਰਾ ਪੂਰਾ ਦਿਲ ਖੜਾ ਆਪਦੀ ਥਾਂ ਤੇ, ਮੈਂ ਆਪਦੀ ਫੁੱਲ ਪ੍ਰੈਕਟਿਸ ਕਰ ਰਿਹਾ 10 ਘੰਟੇ। ਬਾਕੀ ਮੈਂ ਨਵੇਂ ਮੁੰਡਿਆਂ ਨੂੰ ਇੱਕ ਬੇਨਤੀ ਵੀ ਕਰਨੀ ਚਾਹੁੰਦਾ, ਸੰਦੇਸ਼ ਵੀ, ਮੰਨ ਲਓ ਵੱਡਾ ਭਰਾ ਮੈਂ ਉਹਨਾਂ ਦਾ, ਵੀ ਤੁਸੀਂ ਨਾ ਇਹ ਗੱਲ ਸੋਚੋ ਹੀ ਨਾ ਵੀ ਤੁਸੀਂ ਨਿਕਲ ਨਹੀਂ ਸਕਦੇ ਦਲਦਲ 'ਚ, ਬਹੁਤ ਸੌਖਾ ਨਿਕਲਣਾ ਜੇ ਤੁਸੀਂ ਮਨ ਬਣਾ ਲਓ। ਦੂਜੀ ਰਹੀ ਗੱਲ, ਤੁਸੀਂ ਮੇਰੇ ਕੋਲੇ ਆਓ, ਮੈਂ ਤੁਹਾਡੀ ਫ੍ਰੀ ਪ੍ਰੈਕਟਿਸ ਕਰਾਉਣ ਨੂੰ ਵੀ ਤਿਆਰ ਹਾਂ, ਮੈਂ ਕੋਈ ਪੈਸਾ ਨਹੀਂ ਤੁਹਾਡੇ ਤੋਂ ਲੈਂਦਾ। ਮੈਂ ਤੁਹਾਨੂੰ ਦੱਸੂਗਾ ਕਲਾ ਕਿਵੇਂ ਤੁਸੀਂ ਨਿਕਲ ਸਕਦੇ ਆ ਆਪਦੇ। ਮੈਂ ਬਾਹਲਾ ਸਿਆਣਾ ਨਹੀਂ ਕਹਿੰਦਾ ਆਪਦੇ ਆਪ ਨੂੰ, ਯਾਨੀ ਜਿਹੜਾ ਕੋ ਮੈਂ ਹੰਡਾਇਆ ਆਪਦੇ ਪਿੰਡੇ ਤੇ। ਕੁਝ ਕੁ ਪੁਆਇੰਟ ਦੱਸ ਦਿਓ ਨਾ। ਹਾਂਜੀ, ਜਿਵੇਂ ਕੁਝ ਪੁਆਇੰਟ ਇਹ ਆ ਵੀ ਜਿਵੇਂ ਮੰਨ ਲਾ ਤੁਸੀਂ ਸੁਸਾਇਟੀ ਛੱਡ ਦਿਓ, ਬਿਲਕੁਲ ਬੰਦਾ ਕਦੋਂ ਵਿਗੜਦਾ, ਜਦੋਂ ਸਾਰੀ ਨਸ਼ੇ ਵਾਲੀ ਸੁਸਾਇਟੀ ਹੋ ਜਾਂਦੀ ਆ। ਕੋਈ ਵੀ ਗੱਲ ਸੁਸਾਇਟੀ ਤੇ ਡਿਪੈਂਡ ਕਰਦੀ ਆ, ਠੀਕ ਆ ਨਾ ਜੀ। ਜਿਵੇਂ ਮਤਲਬ ਕਿ ਸਿਆਣੇ ਬੰਦੇ ਦੀ ਕਹਾਵਤ ਆ, ਜੈਸੀ ਬੈਠਤ ਤੇ ਤੈਸੀ ਸੋਭਤ। ਤੁਸੀਂ ਬੈਠਦੀ ਆਪਦੀ ਇਸ ਤਰ੍ਹਾਂ ਦੇ ਬੰਦਿਆਂ ਨਾਲ ਕਰੋ ਜਿਹੜੇ ਤੁਹਾਨੂੰ ਵਧੀਆ ਵਿਚਾਰ ਰੱਖਣ। ਗੁਰਦੁਆਰੇ ਜਾਓ, ਸੁਬਾਹ ਸ਼ਾਮ ਮੱਥਾ ਟੇਕਣ, ਪਰਮਾਤਮਾ ਦਾ ਨਾਂ ਲਓ, ਉਹਦੀ ਰਜ਼ਾ 'ਚ ਰਹੋ, ਤੁਹਾਨੂੰ ਆਪੇ ਉਹ ਮਤਲਬ ਕਿ ਦੂਜਾ ਰਾਹ ਵਿਖਾਊਗਾ। ਜੇ ਤੁਸੀਂ ਅੰਦਰੋਂ ਮਨ ਬਣਾ ਚੁੱਕੇ ਆ ਵੀ ਤੁਹਾਨੂੰ ਕੋਈ ਲਾਉਣ ਵਾਲਾ ਨਹੀਂ ਨਸ਼ੇ ਤੇ। ਮੇਰੇ ਕੋਲ 3-4 ਮੁੰਡੇ ਪ੍ਰੈਕਟਿਸ ਕਰਦੇ ਜਿਨ੍ਹਾਂ ਦਾ ਮੈਂ ਨਸ਼ਾ ਛਡਾਇਆ। ਆਉਣ ਵਾਲੇ ਦਿਨਾਂ 'ਚ ਜੇ ਉਹ ਪਰਮਾਤਮਾ ਨੇ ਕਿਰਪਾ ਕੀਤੀ, ਮੈਨੂੰ ਉਮੀਦ ਆ ਤਕੜੇ ਹੋ ਗਏ, ਮੈਂ ਤੁਹਾਡੇ ਸਾਹਮਣੇ ਲਿਆਉਂਗਾ। ਬਾਕੀ ਤੁਸੀਂ ਆਪਦਾ ਫੋਨ ਨੰਬਰ ਬਦਲ ਦਿਓ ਯਾਰ, ਚਿੱਟੇ ਵਾਲੇ ਦੇ ਕਿਹੜੇ ਬਿਜ਼ਨਸ ਚੱਲਦੇ ਹੁੰਦੇ ਵੀ ਉਹ ਫੋਨ ਜ਼ਰੂਰੀ ਆ। ਰਿਸ਼ਤੇਦਾਰਾਂ ਨੂੰ ਤੁਸੀਂ ਨਵਾਂ ਨੰਬਰ ਵੀ ਦੇ ਸਕਦੇ ਆ। ਦੂਜਾ, ਘਰਦਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਮੁੰਡਿਆਂ ਦੇ ਵੀ ਜੇ ਕੋਈ ਤੁਹਾਨੂੰ ਲੱਗਦਾ ਉਹ ਸੁਸਾਇਟੀ ਦਾ ਬੰਦਾ, ਉਹਨਾਂ ਨੂੰ ਬਾਹਰ 'ਚੋਂ ਹੀ ਮੋੜ ਦਿਓ, ਸਾਡਾ ਮੁੰਡਾ ਘਰੇ ਹੈ ਨਹੀਂਗਾ, ਠੀਕ ਆ। ਜਿਵੇਂ ਬਾਈ ਗੁਰਜੀਤ ਨੇ ਵੀ ਉਦੋਂ ਤੁਹਾਨੂੰ ਕਿਹਾ, ਆਮ ਮੁੰਡਿਆਂ ਨੂੰ ਦੇ ਵੀ ਜਿਹੜਾ ਤੁਹਾਨੂੰ ਚਿੱਟੇ ਦਾ ਸਵਾਦ ਵੀ ਵਿਖਾਉਂਦਾ ਉਹ ਤੁਹਾਡਾ ਦੁਸ਼ਮਣ ਆ, ਬਿਲਕੁਲ ਦੁਸ਼ਮਣ ਆ ਬਾਈ। ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਇਹਨੂੰ ਸਾਂਭ ਲਓ। ਹਲੇ ਵੀ ਕੁਛ ਨਹੀਂ ਵਿਗੜਿਆ। ਮੈਂ ਕਿੰਨੇ ਮਰਜ਼ੀ ਬੰਦੇ ਮਰੇ, ਕਿੰਨੇ ਮਰਜ਼ੀ ਟੀਕੇ ਲਾਉਂਦੇ ਆ, ਜੇ ਤੁਸੀਂ ਡਾਈਟ ਲੈਣ ਲੱਗੇ ਆਪਾਂ ਯਾਰ ਪੰਜਾਬੀ ਆਪਣਾ ਮਾਹੌਲ ਕਿਹੋ ਜਿਹਾ, ਪੌਣ ਪਾਣੀ ਬਾਈ ਭਗਵਾਨ ਸਿੰਘ ਭਾਨੇ ਦੇ ਕਹਿਣ ਨੂੰ, ਆਪਾਂ ਹਰੀ ਸਿੰਘ ਨਲੂਏ ਦੇ ਵਾਰਸ ਹਾਂ, ਆਪਾਂ ਸ਼ੇਰ ਦੇ ਜਵਾੜੇ ਪਾਣ ਦੀ ਹਿੰਮਤ ਰੱਖਦੇ। ਚਿੱਟਾ ਤਾਂ ਗੱਲ ਜੀ ਕੁਛ ਨਹੀਂ ਗਾ, ਇਹ ਕੀ ਚੀਜ਼ ਆਪਾਂ ਨੂੰ ਮਾਰ ਨਹੀਂ ਸਕਦਾ ਇਹ ਜੇ ਆਪਾਂ ਚਾਹੀਏ ਤਾਂ, ਪਰ ਆਪਣੀਆਂ ਹੀ ਕਮਜ਼ੋਰੀਆਂ। ਬਾਕੀ ਮੈਂ ਇੱਕ ਜਿਹੜੇ ਲੱਗ ਵੀ ਚੁੱਕੇ ਉਹ ਕਿਸੇ ਨੂੰ ਦੋਸ਼ ਨਾ ਦਿਓ। ਆਪ ਦਾ ਇੱਕ ਗੁਰਬਾਣੀ ਬਹੁਤ ਵਧੀਆ ਤੁਕ ਕਹਿੰਦੀ ਆ, ਬਾਬਾ ਫਰੀਦ ਜੀ ਕਹਿੰਦੇ ਆ ਦਾ ਫਰੀਦਾ ਬੁੜੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਏ। ਇਹ ਬਹੁਤ ਵੱਡਾ ਦੇਹੀ ਦਾ ਰੋਗ ਆ, ਜੇ ਤੁਸੀਂ ਇਹਨੂੰ ਦੂਰ ਕਰਤਾ ਨਾ। ਪੈਸੇ ਪੂਸੇ ਮੇਰੇ ਅੱਜ ਕੋਲੇ ਭਲਾ ਪੈਸੇ ਹੈ ਨਹੀਂ, ਪਰ ਮੈਂ ਬਹੁਤ ਸੰਤੁਸ਼ਟ ਹਾਂ ਕਿਉਂਕਿ ਮੈਂ ਕਮਾਉਣ ਜੋਗਾ ਹੋ ਗਿਆ ਬਾਈ। ਪੂਰੀ ਸਰੀਰ 'ਚ ਜਾਨ ਆ,
ਜਦੋਂ ਜਾਨ ਆ ਗਈ ਤੁਹਾਡੇ ਤਾਂ ਜਾਨ ਆ ਗਿਆ ਸਮਝ ਲਓ। ਫਿਰ ਇੱਕ ਦੂਜੇ ਤੇ ਨੌਸ਼ ਕੱਢਣੇ ਬੰਦ ਕਰੋ। ਜਿਵੇਂ ਗੁਰਬਾਣੀ ਇੱਕ ਗੱਲ ਬਹੁਤ ਵੱਡੀ ਕਹਿੰਦੀ ਆ, ਫਰੀਦਾ ਕਾਲਾ ਮੈਂਡਾ ਕੱਪੜਾ ਕਾਲੇ ਮੈਂਡੇ ਵੇਖ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਆਪਣੇ ਹੀ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖ। ਜਦੋਂ ਉਹਦਾ ਕਹਿਣ ਦਾ ਮਤਲਬ ਇਹ ਬੰਦਾ ਆਪਦੇ ਔਗਣ ਫੜਨ ਲੱਗ ਜਾਂਦਾ ਨਾ, ਫਿਰ ਉਹ ਕਿਸੇ 'ਚ ਔਗਣ ਲੱਭਣਾ ਨਹੀਂ, ਫਿਰ ਉਹ ਸਿਆਣਾ ਹੋਣਾ ਸ਼ੁਰੂ ਹੋ ਜਾਂਦਾ, ਮਹਾਰਾਜ ਦੀ ਕਿਰਪਾ ਹੋਈ। ਆਪਾਂ ਮੈਂ ਹੁਣ ਚਿੱਟਾ ਮੈਂ ਪੀਂਦਾ ਸੀ, ਮੈਂ ਦੋਸ਼ ਦੇਈ ਜਾਵਾਂ ਐਵੇਂ ਵੱਡੇ ਪਲੇਅਰਾਂ ਨੂੰ ਇਹਨਾਂ ਨੇ ਮੇਰੀ ਐਂ ਨਹੀਂ ਕੀਤਾ। ਬਾਈ ਕਰਨਾ ਆਪ ਨੂੰ ਵੀ ਪੈਂਦਾ, ਗੁਰਬਾਣੀ ਕਹਿੰਦੀ ਆਪਣੇ ਹੱਥੀਂ ਆਪਣਾ ਆਪੇ ਹੀ ਕਾਇ ਸਵਾਰ। ਹਾਂ ਉਹ ਤੁਹਾਨੂੰ ਸਹਿਯੋਗ ਮਿਲ ਸਕਦਾ ਹੁੰਦਾ ਸੱਜਣਾ ਮਿੱਤਰਾਂ ਦਾ, ਉਹ ਮੈਨੂੰ ਪੂਰਾ ਮਿਲਿਆ, ਮੈਂ ਤਾਂ ਹੀ ਛੱਡ ਕੇ ਬੈਠਾ। ਮੈਂ ਐਵੇਂ ਕਹਿ ਦਿਆਂ ਵੀ ਡੀਪੀ ਸਾਹਿਬ ਆਪਦੀ ਜਾਇਦਾਦ ਮੇਰੇ ਨਾਂ ਕਰਾ ਦੇ, ਬਬਲੀ ਆਪਦਾ ਹੋਟਲ ਮੇਰੇ ਐਂ ਕਿਵੇਂ ਕਰਾ ਦੇਣ, ਉਹਨਾਂ ਨੇ ਮਿਹਨਤਾਂ ਕੀਤੀਆਂ ਪਰ ਉਹਨਾਂ ਨੇ ਮੇਰਾ ਸਾਥ ਦਿੱਤਾ ਯਾਰ। ਮੈਂ ਇੰਨਾ ਹੀ ਬੜਾ ਧੰਨਵਾਦ ਆ ਵੀ ਮੈਨੂੰ ਉਹਨਾਂ ਨੇ, ਮੈਂ ਆਪਦੇ ਪੈਰਾਂ 'ਤੇ ਹੁਣ ਖੜਾ ਹੋ ਜਾਊਂਗਾ। ਕੋਈ ਨਹੀਂ, ਤੁਹਾਡੇ ਵਰਗੇ ਸੱਜਣਾ ਮਿੱਤਰਾਂ ਦਾ ਸਹਿਯੋਗ ਚਾਹੀਦਾ। ਮੈਂ ਕੈਂਪ ਮੇਰੇ ਜਿਵੇਂ ਪਹਿਲਾਂ ਵੀ ਦੱਸ ਕਹਿਣਾ ਪਿੰਡਾਂ 'ਚ ਲਵਾ ਦਿਓ, ਮੈਂ ਕਰਕੇ ਹੀ ਖਾਣਾ ਚਾਹੁੰਦਾ, ਮੈਂ ਕਿਸੇ ਤੋਂ ਮੰਗਣਾ ਤਾਂ ਚਾਹੁੰਦਾ ਨਹੀਂ। ਫਿਰ ਵੀ ਪਲੇਅਰਾਂ ਨੂੰ ਲੋਕ ਮਾਣ ਸਨਮਾਨ ਜ਼ਰੂਰ ਦਿੰਦੇ ਆ। ਪਲੇਅਰ ਨੂੰ ਦੇਣਾ ਤੇ ਇੱਕ ਕਿਸੇ ਨੂੰ ਦੇਣਾ ਵੱਡੀ ਗੱਲ ਆ। ਪਲੇਅਰਾਂ ਨਾਲ ਲੋਕ ਖੜੇ ਹੁੰਦੇ ਆ, ਕਿਉਂਕਿ ਪਲੇਅਰ ਕਿਹਦਾ, ਪਿੰਡ ਦਾ। ਨਹੀਂ ਇਹ ਤਾਂ ਅਸੀਂ ਵੀ ਕਲੱਬਾਂ ਨੂੰ ਬੇਨਤੀ ਕਰਦੇ ਹਾਂ ਵੀ ਬਾਈ ਹੁਣੀ ਮਤਲਬ ਨਸ਼ਿਆਂ ਤੋਂ ਉੱਭਰ ਕੇ ਸਾਹਮਣੇ ਆਏ ਹੈ ਨਾ, ਵੀ ਤੁਹਾਡਾ ਵੀ ਮਾਣ ਸਨਮਾਨ ਕਰਨ ਤੇ ਤਾਂ ਕਿ ਹੋਰਾਂ ਨੂੰ ਵੀ ਪ੍ਰੇਰਨਾ ਮਿਲ ਸਕੇ ਇਹ ਚੀਜ਼ ਤੋਂ, ਵੀ ਉੱਭਰ ਕੇ ਸਾਹਮਣੇ ਆਉਣ, ਉਹ ਨਸ਼ਿਆਂ ਦੇ ਦਲਦਲ ਨਿਕਲ ਕੇ ਬਾਹਰ ਆਉਣ। ਉਹ ਹਾਂਜੀ ਬਾਈ ਇਹ ਜ਼ਰੂਰ ਹੈਗਾ ਵੀ ਜੇ ਮੇਰੇ ਕੋ ਹੱਥ ਪੱਲੇ ਨਾਲ ਲੱਗਾ, ਨਵੇਂ ਮੁੰਡੇ ਕਹਿਣਗੇ ਵੀ ਇਹਨੂੰ 10 ਸਾਲ ਹੋ ਗਏ ਖਾਪਦੇ ਨੂੰ, ਸਾਈਕਲ ਤੇ ਸਾਰਾ ਪੰਜਾਬ ਗਾਤਾ, ਮਸਲ ਵੀ ਕੱਲਾ ਕੱਢ ਕੇ ਵਿਖਾਤਾ, ਕੌਡੀ ਵੀ ਚਲੋ ਖੇਡ ਲਾਂਗੇ ਜੇ ਪ੍ਰਮਾਤਮਾ ਦੀ ਕਿਰਪਾ ਹੋਊਗੀ। ਵੀ ਇਹਨੇ ਕੀ ਕਰ ਲਿਆ, ਸੋਚ ਕੇ ਦੇਖੋ। ਜੇ ਇਹ ਚੀਜ਼ ਉਹ ਵੇਂਦੇ ਆ ਵੀ ਇਹਨੇ ਕੀ ਕਰ ਲਿਆ, ਤਾਂ ਉਵੇਂ ਫਿਰ ਸਾਈਕਲ ਤੇ ਹੀ ਫਿਰਦਾ ਯਾਰ ਇੰਨਾ ਕੋ ਕਰਕੇ ਵੀ, ਫਿਰ ਇਹ ਚੀਜ਼ ਦਾ ਉਹਨਾਂ ਨੂੰ ਵੀ ਧੱਕਾ ਲੱਗੂਗਾ। ਆ ਸਾਡੇ ਨਾਲ ਨੇ ਭਲਵਾਨ ਜੀ ਦੇ ਮਾਸਟਰ ਜੀ, ਜਿਨ੍ਹਾਂ ਕੋਲੇ ਭਲਵਾਨ ਜੀ ਪੜ੍ਹਦੇ ਰਹੇ ਨੇ, ਤੇ ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਚੜਕ ਵਿੱਚ ਆਉਣ 'ਤੇ ਬਹੁਤ ਬਹੁਤ ਧੰਨਵਾਦ। ਤਾਂ ਅੱਜ ਤੁਸੀਂ ਕਰਨੈਲ ਸਿੰਘ ਜੀ ਦੇ ਬਾਰੇ 'ਚ ਇੱਥੇ ਪਹੁੰਚੇ ਹੋਏ ਆ। ਇਹਨਾਂ ਨੂੰ ਪਿਛਲੇ 10 ਸਾਲ ਤੋਂ ਸਖਤ ਮਿਹਨਤ ਕਰਦੇ ਇੱਥੇ ਦੇਖ ਰਹੇ ਆ। ਪਹਿਲਾਂ ਦਾ ਤਾਂ ਮਤਲਬ ਕਹਿ ਨਹੀਂ ਸਕਦੇ ਕੋਈ ਨਸ਼ੇ ਪੱਤੇ ਵਾਲਿਆਂ ਦੇ ਨੇੜ ਤੇੜ ਗਿਆ ਹੋਵੇ, ਪਰ 10 ਸਾਲ ਤੋਂ ਮੈਂ ਖੁਦ ਗਰਾਊਂਡ ਦੇ ਵਿੱਚ ਹੁੰਦਾ ਤਾਂ ਕਦੇ ਵੀ ਇਹਨਾਂ ਨੂੰ ਇੱਥੇ ਸਖਤ ਮਿਹਨਤ ਕਰਦੇ ਦੇਖਿਆ ਜਾਂਦਾ। ਤਾਂ ਅੱਜ ਵੀ ਇਹਨਾਂ ਦਾ ਸਰੀਰ ਆ ਜਿਹੜਾ, ਜਦੋਂ ਜਿਸ ਤਰ੍ਹਾਂ ਦੀ ਇਹਨਾਂ ਦੀ ਉਮਰ ਆ 40 ਸਾਲ ਤੋਂ ਉੱਪਰ ਹੋ ਗਈ, ਤਾਂ ਕੋਈ ਕਹਿ ਨਹੀਂ ਸਕਦਾ ਵੀ ਇਹ ਕੋਈ 40 ਸਾਲ ਦੇ ਹੋਣਗੇ। ਤਾਂ ਇਸ ਕਰਕੇ ਸਾਡੀ ਕਲੱਬਾਂ ਵਾਲੇ ਵੀਰਾਂ ਨੂੰ ਪੁਰਜੋਰ ਮੰਗ ਆ ਕਿ ਇਹਨਾਂ ਦੀ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ, ਸਪੋਰਟਸ ਖੇਤਰ ਦੇ ਵਿੱਚ ਇਹਨਾਂ ਨੂੰ ਅੱਗੇ ਲਿਆਂਦਾ ਜਾਵੇ। ਤੇ ਸਰਕਾਰ ਤੋਂ ਵੀ ਪੁਰਜੋਰ ਮੰਗ ਕਰਦੇ ਆ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਐਡਜਸਟ ਕੀਤਾ ਜਾਵੇ ਨੌਕਰੀ ਦੇ ਕੇ। ਇੰਨਾ ਹੀ ਕਹਿੰਦੇ ਹੋਏ ਧੰਨਵਾਦ, ਮਿਹਰਬਾਨੀ ਜੀ। ਸਾਡੇ ਨਾਲ ਨੇ ਬਾਈ ਹੁਣੇ ਦੋਸਤ। ਭਾਈ ਕੀ ਨਾਮ ਆਪਣੇ? ਮੇਰਾ ਨਾਮ ਤੀਰਥ ਚੜਿੱਕਾ ਜੀ। ਕੀ ਕਹਿਣਾ ਚਾਹੋਗੇ ਭਲਵਾਨ ਬਾਰੇ? ਬਾਈ ਜੀ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਜੀ ਵੀ ਜਿਹੜੇ ਅਸਲ ਜਿਹੜੇ ਭਲਵਾਨ ਹੁੰਦੇ ਆ ਜੀ, ਉਹ ਪਿੰਡ ਦਾ ਸ਼ਿੰਗਾਰ ਹੁੰਦੇ ਆ। ਮੈਂ ਬਾਈ ਜੀ ਹੋਰਾਂ ਨੂੰ ਬਹੁਤ ਛੋਟਾ ਹੁੰਦਾ ਮਤਲਬ ਕਿ ਘੁਲਦੇ ਦੇਖਦਾ ਰਿਹਾ, ਵੀ ਕਹਿ ਲਓ 5ਵੀਂ 6ਵੀਂ 'ਚ ਹੁੰਦੇ ਸੀਗੇ ਜਦੋਂ ਬਾਹਰੋਂ ਭਲਵਾਨ ਆ ਕੇ ਕੋਈ ਝੰਡੀ ਕਰਦਾ ਹੁੰਦਾ ਸੀ ਤੇ ਬਾਈ ਝੰਡੀ ਫੜਦੇ ਹੁੰਦੇ ਸੀਗੇ। ਤੇ ਪਰ ਕਿਤੇ ਨਾ ਕਿਤੇ ਜਾ ਕੇ ਇਸ ਮਾਮਲੇ 'ਚ ਗੇਮਾਂ ਵਾਲੇ ਪੱਖੋਂ, ਹਾਲਾਂਕਿ ਸਾਡੇ ਪਿੰਡ ਦੇ ਵਿੱਚ ਬਹੁਤ ਉੱਚ ਪੱਧਰ ਦੇ ਪਲੇਅਰ ਪੈਦਾ ਹੋਏ ਆ ਵੀ ਜਿਹੜੇ ਇੰਟਰਨੈਸ਼ਨਲ ਖੇਡੇ ਆ, ਬਾਹਰ ਅੰਦਰ ਸਾਰੇ ਖੇਡੇ ਆ, ਪਰ ਸਾਡੇ ਲਈ ਨਿਰਾਸ਼ਾ ਇਸ ਗੱਲ ਦੀ ਹੈ ਕਿ ਸਾਡਾ ਜਿਹੜਾ ਪਿੰਡ ਆ ਉਹ ਵਰਲਡ ਨੂੰ ਹਰਾਉਣ ਦਾ ਰੁਤਬਾ ਰੱਖਦਾ ਸੀ। ਅੱਜ ਪਲੇਅਰ ਕਿੱਥੇ ਆ? ਅੱਜ ਪਲੇਅਰ ਗਾਇਬ ਕਾਹਤੋਂ ਹੋ ਗਏ? ਮੈਨੂੰ ਐਂ ਜਿਹਾ ਲੱਗਦਾ ਵੀ ਪੁਰਾਣਿਆਂ ਨੂੰ ਵੀ ਤੇ ਨਵਿਆਂ ਨੂੰ ਵੀ ਆਪਦੇ ਆਪ 'ਚੋਂ ਈਰਖਾ ਨੂੰ ਕੱਢਣਾ ਚਾਹੀਦਾ। ਬਾਈ ਹੋਰੀ ਜਿੰਮ ਵੀ ਲਵਾਉਂਦੇ ਆ, ਅਸੀਂ ਵੀ ਬਾਈ ਹੋਰਾਂ ਨਾਲ ਐਕਸਰਸਾਈਜ਼ ਕਰਦੇ ਆ, ਨਿਰਸਵਾਰਥ ਹੋ ਕੇ ਕੰਮ ਕਰਾਉਂਦੇ ਆ। ਕਿਤੇ ਬਾਈ ਹੋਰੀ ਐਂ ਨਹੀਂ ਕਹਿੰਦੇ ਵੀ ਹਾਂ ਵੀ ਪੈਸੇ ਲਿਆਓ, ਐਂ ਕਰੋ, ਜਿਉਂ ਕਰੋ। ਮੈਨੂੰ ਐਂ ਜਿਹਾ ਲੱਗਦਾ ਵੀ ਜਿਹੜਾ ਬੰਦਾ ਨਿਰਸਵਾਰਥ ਕੰਮ ਕਰਦਾ, ਲੋਕਾਂ ਲਈ ਕੰਮ ਕਰਦਾ, ਤੇ ਮੈਨੂੰ ਐਂ ਲੱਗਦਾ ਵੀ ਜਿਹੜੇ ਬਾਹਰਲੇ ਅੰਦਰਲੇ ਆ ਲੋਕ, ਉਹਨਾਂ ਨੂੰ ਵੀ ਜਿਹੜਾ ਬੰਦਾ ਨਿਰਸਵਾਰਥ ਕੰਮ ਕਰ ਰਿਹਾ, ਜਿਹਦੇ ਕੋਲੇ ਜ਼ਮੀਨ ਹੈ ਨਹੀਂ, ਜਿਹੜਾ ਗਰਾਊਂਡ ਨੂੰ ਸਮਰਪਿਤ ਹੋ ਕੇ ਕੰਮ ਕਰਦਾ, ਜਿਹੜਾ ਬਾਹਰ ਮਜ਼ਦੂਰਾਂ ਕਿਸਾਨਾਂ ਦੇ ਜਵਾਕਾਂ ਨੂੰ ਇਹ ਕਹਿੰਦਾ ਵੀ ਤੁਸੀਂ ਮੇਰੇ ਕੋਲ ਐਕਸਰਸਾਈਜ਼ ਕਰੋ, ਤੁਸੀਂ ਭਰਤੀ ਹੋਵੋ, ਨਸ਼ੇ ਤੋਂ ਦੂਰ ਰਹੋ, ਉਹਦੇ ਲਈ ਪਿੰਡ ਨੂੰ ਕੋਈ ਵਧੀਆ ਸਕੀਮ ਤਹਿਤ ਸਰਕਾਰ ਨੂੰ ਜਾਂ ਬਾਹਰਲਿਆਂ ਨੂੰ ਕੁਝ ਨਾ ਕੁਝ ਸੋਚਣਾ ਜ਼ਰੂਰ ਚਾਹੀਦਾ, ਤਾਂ ਕਿ ਜਿਹੜਾ ਬੰਦਾ ਅੱਜ ਦਲਦਲ ਦੇ ਵਿੱਚੋਂ ਨਿਕਲ ਕੇ ਅੱਜ ਇੱਕ ਚਿਹਰਾ ਬਣ ਰਿਹਾ ਲੋਕਾਂ ਲਈ, ਇੱਕ ਪ੍ਰੇਰਨਾ ਸਰੋਤ ਬਣ ਰਿਹਾ, ਜੇ ਉਹਦੇ ਲਈ ਉਹਨਾਂ ਨੇ ਨਾ ਕੁਝ ਕੀਤਾ ਤੇ ਦਲਦਲ ਦੇ ਵਿੱਚ ਦੁਬਾਰਾ ਨਾ ਡਿੱਗ ਜੇ, ਫਿਰ ਇਹ ਸਮਾਜ ਦੇ ਲਈ ਬਹੁਤ ਘਾਤਕ ਸਿੱਧ। ਪਿੰਡ ਦੇ ਪਲੇਅਰ ਗਿਲਾ ਤੁਹਾਡਾ, ਪਿੰਡ ਦੇ ਪਲੇਅਰਾਂ ਵਾਸਤੇ? ਹਾਂ, ਪਿੰਡ ਵਾਲਿਆਂ ਵਾਸਤੇ ਮੇਰਾ ਹੈਗਾ, ਜਿਹੜੇ ਪਹਿਲਾਂ ਖੇਡ ਗਏ ਆ ਜਾਂ ਇੰਟਰਨੈਸ਼ਨਲ ਵੀ ਖੇਡ ਗਏ ਆ, ਉਹਨਾਂ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਵੀ ਜਿਹੜਾ ਅੱਗੇ ਆਉਣਾ ਆਵੇ। ਤੇ ਸਾਡੇ ਲਈ ਫਿਕਰਮੰਦੀ ਇਹੀ ਹੈ, ਮੈਂ ਵਾਰ-ਵਾਰ ਕਹਿ ਰਿਹਾ ਵੀ ਸਾਡੇ ਪਿੰਡ ਦੀ ਟੀਮ ਕਬੱਡੀ ਦੀ ਹਾਲੇ ਤੱਕ ਜਿੱਥੋਂ ਤੱਕ ਸਾਡੇ ਸੀਨੀਅਰ ਪਲੇਅਰ ਪਹੁੰਚੇ ਉੱਥੋਂ ਤੱਕ ਕਿਉਂ ਨਹੀਂ ਪਹੁੰਚੀ? ਕੀ ਉਹਨਾਂ ਨੇ ਵਾਹ ਨਹੀਂ ਲਾਈ? ਕੀ ਉਹਨਾਂ ਨੇ ਜ਼ੋਰ ਨਹੀਂ ਲਾਇਆ? ਉਹਨਾਂ ਲਈ ਇਹ ਬਹੁਤ ਵੱਡਾ ਸਵਾਲ ਆ। ਦੋਸਤੋ ਸਾਡੇ ਨਾਲ ਨੇ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਤੇ ਕਬੱਡੀ ਕੋਚ ਮੱਖਣ ਸਿੰਘ ਡੀਪੀ, ਜਿਨ੍ਹਾਂ ਦੇ ਅਨੇਕਾਂ ਹੀ ਸ਼ਾਗਿਰਦ
ਖੇਡ ਦੇ ਮੈਦਾਨਾਂ ਵਿੱਚ ਧੁੰਮਾਂ ਪਾਉਂਦੇ ਹਨ। ਪਰ ਅੱਜ ਅਸੀਂ ਗੱਲ ਕਰਾਂਗੇ ਕਰਨੈਲ ਸਿੰਘ ਕੈਲਾ ਜੋ ਇਹਨਾਂ ਦਾ ਸ਼ਾਗਿਰਦ ਆ ਉਹਨਾਂ ਦੇ ਬਾਰੇ। ਡੀਪੀ ਸਾਹਿਬ, ਤੁਹਾਡੇ ਸ਼ਾਗਿਰਦ ਨੇ ਕਰਨੈਲ ਸਿੰਘ ਕੈਲਾ, ਤੁਹਾਡੇ ਪਿੰਡੂ ਹੀ ਨੇ ਮੁੰਡੇ, ਬੱਚੇ ਤੁਹਾਡੇ ਬਾਲਕੇ ਨੇ। ਜਦੋਂ ਖੇਡਦੇ ਰਹੇ ਹੋ ਤੁਸੀਂ ਸਿਖਾਇਆ ਵੀ ਖੇਡਣ ਉਹਨਾਂ ਨੂੰ, ਤੇ ਉਹ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਖੇਡਦੇ ਸੀ ਉਹ? ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਤਰ੍ਹਾਂ ਦੇ ਛੁਪ ਕੇ ਦੁਬਾਰਾ ਉੱਭਰ ਰਹੇ ਖਿਡਾਰੀਆਂ ਦੀ ਬਾਬਤ ਸੋਚ ਰਹੇ ਹੈ। ਤੇ ਦਰਸ਼ਕਾਂ ਦਾ ਵੀ ਧੰਨਵਾਦ ਜੋ ਤੁਹਾਡੇ ਚੈਨਲ ਨੂੰ ਇੰਨਾ ਮਾਣ ਸਤਿਕਾਰ ਦਿੰਦੇ ਆ ਤੇ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਤੁਹਾਡੀਆਂ ਕੀਤੀਆਂ ਇੰਟਰਵਿਊਆਂ, ਤੁਹਾਡੇ ਦਿਖਾਏ ਮੈਚ ਦੇਖਦੇ ਆ। ਹਾਂ, ਗੱਲ ਰਹੇਗੀ ਕੁਐਸਚਨ ਜਿਹੜਾ ਤੁਸੀਂ ਕੀਤਾ ਵੀ ਕੋਚ ਨੂੰ ਤਾਂ ਹਮੇਸ਼ਾ ਹੀ ਆਪਦੇ ਖਿਡਾਰੀਆਂ ਤੇ ਮਾਣ ਹੁੰਦਾ ਹੈ, ਹਮੇਸ਼ਾ ਹੀ, ਕਿਉਂਕਿ ਖੇਡ ਦੇ ਵਿੱਚ ਕੋਚ ਤੇ ਖਿਡਾਰੀ ਦੇ ਵਿੱਚ ਇੱਕ ਮਾਣ ਸਨਮਾਨ ਹੀ ਇਹੋ ਜਿਹੀ ਚੀਜ਼ ਹੈ ਜਿਹਦੇ ਤੇ ਖੇਡ ਖੜੀ ਹੈ। ਤੇ ਹਰੇਕ ਕੋਚ ਨੂੰ, ਮੈਨੂੰ ਕਿ ਹਰੇਕ ਕੋਚ ਨੂੰ ਮਾਣ ਹੁੰਦਾ ਹੈ ਕਿ ਉਹਦੇ ਜਿਹੜੇ ਸ਼ਾਗਿਰਦ ਹੈ ਦੁਨੀਆ ਦੇ ਉੱਤੇ ਨਾਂ ਕਮਾਉਣ, ਵਧੀਆ ਕੰਮ ਕਰਨ। ਜਿੱਥੋਂ ਤੱਕ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਕੋਲ ਬਹੁਤ ਤਕੜੇ ਸਟਾਰ ਖਿਡਾਰੀ ਜਿਵੇਂ ਗੁਰਜੀਤ ਤੂਤ, ਏਕ ਮਠੂਰ, ਬਲਜੀਤ ਸਿੱਧੂ, ਮੱਖਣ ਸਿੱਧੂ, ਨੀਲਾ ਸਿੱਧੂ, ਇਸ ਤਰ੍ਹਾਂ ਵਿਜੇ ਭਿੰਡਰ, ਜੱਸ, ਸੀਰਾ, ਗੋਰਾ ਗੋਲੇ ਵਾਲੀਆ, ਠੀਕ ਹੈ, ਬਿਰੀ ਚੜਕ, ਬਬਲੀ ਚੜਕ, ਮੇਜਰ ਚੜਕ, ਬੜੇ ਤਕੜੇ ਤਕੜੇ ਖਿਡਾਰੀ। ਇੱਥੋਂ ਤੱਕ ਕਿ ਜਿਵੇਂ ਬਿੱਲਾ ਭਿੰਡਰ, ਠੀਕ ਹੈ, ਹਰਜੀਤ ਬਾਜਾਖਾਨਾ, ਉਹ ਵੀ ਮੇਰੇ ਕੋਲ ਪ੍ਰੈਕਟਿਸ ਕਰਦੇ ਨੇ, ਕਾਲਾ ਗਾਜੀਆਣੇ ਵਾਲਾ। ਇਹ ਸਾਰੇ ਗੁਰੂ ਨਾਨਕ ਕਾਲਜ ਦੇ ਵਿੱਚ ਜਦੋਂ ਟੀਮ ਤਿਆਰ ਕੀਤੀ, ਜਾਂ ਮੈਂ ਇਹ ਵੀ ਕਹਿ ਸਕਦਾ ਕਿ ਆਪਦੇ ਟਾਈਮ ਦੇ ਉੱਤੇ ਹੀ ਮੈਨੂੰ ਸ਼ੌਕ ਸੀਗਾ ਕਿ ਉਸ ਟਾਈਮ ਦੇ ਉੱਤੇ ਜੇ ਕੋਈ ਮੇਰਾ ਬਾਹਲਾ ਲਾਡਲਾ ਸ਼ਾਗਿਰਦ ਸੀ ਤਾਂ ਉਹ ਸੀਗਾ ਸੀਰਾ ਭਿੰਡਰ। ਗੁਰੂ ਨਾਨਕ ਕਾਲਜ 'ਚ ਪੜ੍ਹਦਾ ਸੀ, ਚੰਗਾ ਸਰੀਰ, ਤੰਦਰੁਸਤ ਸੀ, ਖੇਡਣ ਦਾ ਸ਼ੌਕ ਸੀ, ਗੇਮ ਨਹੀਂ ਸੀ ਆਉਂਦੀ, ਖੜੇ ਪੈਰ ਉਹਦੇ ਪਿੰਡ ਜਾ ਕੇ ਕੈਂਪ ਲਾਇਆ ਮੈਂ, ਗੇਮ ਸਿਖਾ ਕੇ ਨਾਲ ਤਿਆਰ ਕੀਤੀ ਔਰ ਮੇਰੇ ਨਾਲੋਂ ਵੀ ਤਕੜਾ ਖੇਡਿਆ। ਇਹ ਨਹੀਂ ਕਿ ਮਾੜਾ ਮੋਟਾ ਰਿਹਾ, ਦੁਨੀਆ ਜਾਣਦੀ ਆ ਸੀਰੇ। ਜਦ ਸੀਰਾ ਗਰਾਊਂਡ 'ਚ ਡਾਂਸ ਕਰਦਾ ਸੀ ਤੇ ਦੁਨੀਆ ਵਹਿੰਦੀ ਸੀ। ਅਸੀਂ ਤਾਂ ਗੇਮ ਖੇਡਦੇ ਸੀ ਧੱਕੇ ਨਾਲ, ਸਾਨੂੰ ਤਾਂ ਵਾਵਲ ਜੀ ਬੜੇ ਆਉਂਦੇ ਨਹੀਂ ਸੀ, ਪਰ ਨਵਿਆਂ ਮੁੰਡਿਆਂ 'ਚ ਹੁੰਦਾ। ਤੇ ਉਸ ਟਾਈਮ ਮੰਦਰ ਸੀਗਾ ਮੇਰੇ ਨਾਲ ਲੰਡਿਆਂ ਵਾਲਾ, ਪੂਰਨ ਸੀਗਾ ਲੰਡਿਆਂ ਵਾਲਾ, ਬੜੇ ਤਗੜੇ ਤਗੜੇ ਖਿਡਾਰੀ ਪੈਦਾ ਹੋਏ ਆ। ਇੱਥੋਂ ਤੱਕ ਕਿ ਕਿਸੇ ਟਾਈਮ ਅਰਜਨ ਕੌਂਕਿਆਂ ਵਾਲੇ ਦਾ ਬਿੰਦੀ ਦਾ ਨਾਂ ਸੀਗਾ ਤੇ ਮੈਂ ਪੱਤੋ ਸਕੂਲ ਦੀ ਟੀਮ, ਸਕੂਲ ਦੇ 11ਵੀਂ ਦੇ ਜਵਾਕ ਲੈ ਕੇ ਬੁਰਜ ਹਮੀਰੇ ਮੈਚ ਹੋਇਆ ਸੀ, ਇਹਨਾਂ ਦੇ ਉਲਟ ਪਾਤਾ ਸੀ। ਦਾਰਾ ਪਹਿਲਵਾਨ ਸੈਦੋ ਟੂਰਨਾਮੈਂਟ ਦੇ ਬੈਠਾ ਵੇਖ ਰਿਹਾ ਸੀਗਾ ਮੈਚ ਬਾਹਰ, ਤੇ ਅਰਜਨ ਕੌਂਕਿਆਂ ਵਾਲੇ ਦੇ ਤੇਲ ਲੱਗਿਆ ਸੀ ਤੇ ਤੇਲ ਪੂੰਝਣ ਲੱਗੇ। ਮੈਨੂੰ ਕਹਿੰਦਾ ਡੀਪੀ ਸਾਹਿਬ ਗੁੱਟ ਕਿਸੇ ਨੇ ਫੜਨੀ ਹੈ। ਪਤਾ ਉਦੋਂ ਹੀ ਲੱਗਾ ਕਿ ਭਣਸਾ ਗਾਜੀਆਣੇ ਦਾ ਜਾਂ 11ਵੀਂ 'ਚ ਪੜ੍ਹਦਾ ਸੀ, ਗੁੱਟੋਂ ਫੜ ਕੇ ਤੇ ਫੜ ਕੇ ਅਰਜਨ ਨੂੰ ਲੋਕਾਂ 'ਚ ਮਾਰਿਆ ਕਰੇ। ਇਹਦੇ 'ਚ ਕੋਈ ਪਤਾ ਨਹੀਂ ਲੱਗਦਾ ਗਾ ਕਦੋਂ ਉਤਲ ਪਤਲ ਹੋ ਜਾਂਦੀ ਹੈ, ਹੇਠਲੀ ਉੱਤੇ ਹੋ ਜਾਂਦੀ ਹੈ, ਕੋਈ ਪਤਾ ਨਹੀਂ ਲੱਗਦਾ, ਕਿਉਂਕਿ ਤਿਲਕਣਬਾਜੀ ਨਹੀਂ, ਖਿਡਾਰੀਆਂ ਦੀ ਮਿਹਨਤ, ਖਿਡਾਰੀਆਂ ਦੀ ਕਲਾ। ਕੀ ਪਤਾ ਕਿਹੜੇ ਖਿਡਾਰੀ 'ਚ ਕਿਹੜੀ ਕਲਾ ਛੁਪੀ ਪਈ ਹੈ। ਹੁਣ ਇੱਕ ਕੋਚ ਨੇ ਤਾਂ ਸਾਰੀ ਪਲੇਅਰਾਂ ਨੂੰ ਸਿਖਾਇਆ ਨਹੀਂ ਹੁੰਦਾ, ਸਾਨੂੰ ਕਿਸੇ ਨੇ ਗੇਮ ਨਹੀਂ ਸਿਖਾਈ, ਅਸੀਂ ਦਾਰੇ ਦੀਆਂ ਫਿਲਮਾਂ ਵੇਖ ਵੇਖ ਕੇ ਇਸ ਪਾਸੇ ਲੱਗੇ ਹਾਂ, ਠੀਕ ਹੈ। ਇਸੇ ਤਰ੍ਹਾਂ ਅੱਜ ਦੇ ਟਾਈਮ 'ਚ ਸਟਾਰ ਜਿਵੇਂ ਮੰਗੀ ਵਰਗੇ ਜਾਫੀ ਆ, ਦੁੱਲੇ ਵਰਗੇ ਰੇਡਰ ਆ, ਉਹਨਾਂ ਨੂੰ ਸਿਖਾਉਣ ਵਾਲਾ ਕੋਈ ਹੋਰ ਆ, ਗੁਰਜੀਤ ਉਹਨਾਂ ਨੂੰ ਸਿਖਾਉਣ ਵਾਲਾ ਹੋਰ ਆ, ਏਕਮ ਠੂਰ ਵਰਗਿਆਂ ਨੂੰ ਸਿਖਾਉਣ ਵਾਲਾ ਕੋਈ ਹੋਰ ਸੀਗਾ। ਪਰ ਜਦੋਂ ਸੰਘਰਸ਼ ਸਾਹਮਣੇ ਹੁੰਦਾ ਉਦੋਂ ਕੋਚਾਂ ਦੀ ਟੈਕਨੀਕ ਦੀ ਵੀ ਲੜਾਈ ਹੁੰਦੀ ਹੈ, ਤੇ ਫਿਰ ਕੋਚ ਨੂੰ ਉਹਦਾ ਮਾਣ ਹੁੰਦਾ ਹੀ ਹੈ ਨਾ। ਜਦੋਂ ਉਹਦਾ ਕੋਚ ਫੜਦਾ, ਜਦੋਂ ਟੋਰਾਂਟੋ ਦੇ ਕੱਪ ਦੇ ਵਿੱਚ 2007 'ਚ ਗੁਰਜੀਤ ਬੈਸਟ ਰੇਡਰ ਨਿਕਲਦਾ ਤੇ ਮੇਰਾ ਮਾਣ ਨਾਲ ਸੀਨਾ ਚੌੜਾ ਹੁੰਦਾ, ਕਿਉਂਕਿ ਮੇਰੇ ਕੋਲ ਕੁਐਸਚਨ ਕੀਤਾ ਜਾਂਦਾ ਸੀ। ਮੈਂ ਥੋੜ੍ਹੀ ਜਿਹੀ ਬੈਕਗਰਾਊਂਡ 'ਤੇ ਜਾਊਂਗਾ ਕਿ ਹਰਜੀਤ ਦੀ ਡੈਥ ਤੋਂ ਬਾਅਦ ਸਾਡੀ ਇੱਕ ਮੰਗ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਇੱਕ ਕਬੱਡੀ ਅਕੈਡਮੀ ਚਾਲੂ ਕਰ ਦਿਓ। ਉਹ ਬਾਦਲ ਸਾਹਿਬ ਕਹਿੰਦੇ ਵੀ ਸਾਨੂੰ ਏਜੰਡਾ ਦਿਓ ਬਣਾ ਕੇ, ਕੀ ਹੁੰਦੀ ਅਕੈਡਮੀ। ਜਦ ਹਰਜੀਤ ਦੀ ਡੈਥ ਹੋਈ ਆ, ਕੋਈ ਅਕੈਡਮੀ ਦਾ ਨਾਂ ਨਹੀਂ ਸੀ ਜਾਣਦਾ, ਤੇ ਅਸੀਂ ਹਰਜੀਤ ਨੂੰ ਤਾਂ ਜਿਉਂਦਾ ਨਹੀਂ ਕਰ ਸਕਦੇ ਸੀ, ਪਰ ਅਸੀਂ ਚਾਹੁੰਦੇ ਸੀ ਕਿ ਹਰਜੀਤ ਦੇ ਵਾਰਸ, ਹਰਜੀਤ ਵਰਗੇ ਖਿਡਾਰੀ ਪੈਦਾ ਕੀਤੇ ਜਾਣ। ਸਰਕਾਰ ਨੇ ਲਾਰੇ ਦਿੱਤੇ ਤੇ ਫਿਰ ਅਸੀਂ ਆਪ ਹੀ ਸੰਕਲਪ ਕੀਤਾ, ਕਿਉਂਕਿ ਹਰਜੀਤ ਦੀ ਡੈਥ ਸ਼ਮਸ਼ਾਂ ਉਹਦੇ ਭੋਗ ਤੇ ਮੈਂ ਬੋਲਿਆ ਸੀ ਕਿ ਹਰਜੀਤ ਨਹੀਂ ਪਰ ਹਰਜੀਤ ਵਰਗੇ ਖਿਡਾਰੀ ਪੈਦਾ ਕਰਾਂਗੇ। ਤੇ ਅਸੀਂ ਅਕੈਡਮੀ ਸਿਸਟਮ ਸ਼ੁਰੂ ਕੀਤਾ ਤੇ ਮੇਰੇ ਤੇ ਕੁਐਸਚਨ ਕੀਤਾ ਗਿਆ ਵੀ ਕੀ ਤੁਸੀਂ ਹਰਜੀਤ ਬਰਾੜ ਦਾ ਬਦਲ ਲੱਭ ਲਿਆ, ਕੀ ਗੁਰਜੀਤ ਤੂਤ ਹਰਜੀਤ ਬਰਾੜ ਦਾ ਬਦਲ ਹੈ। ਮੇਰੇ ਪਿੰਡ ਸਾਡਾ ਸਰਪੰਚ ਗੁਰਜੰਟ ਸਿੰਘ ਸੀ ਤੇ ਉਹਦਾ ਲੜਕਾ ਵਾ ਵਕੀਲ ਦੇ ਐਡਵੋਕੇਟ, ਅੱਜ ਕੱਲ੍ਹ ਕੈਨੇਡਾ 'ਚ ਹੈ।
ਬੜਾ ਤਗੜਾ ਪਲੇਅਰਾਂ ਦੀ ਮਦਦ ਕਰਦਾ ਅੱਜ ਵੀ, ਬੜਾ ਸ਼ੌਕ ਆ ਉਹਨੂੰ, ਚੰਗਾ ਖਾਂਦਾ ਪੀਂਦਾ। ਬਹੁਤ ਪਲੇਅਰ ਉਹਨੇ ਪੱਕੇ ਕਰਵਾਏ ਆ, ਬਹੁਤ ਪਿੰਡਾਂ ਦੇ ਲੋਕਾਂ ਨੂੰ ਵਰਕ ਪਰਮਿਟ ਦਿੱਤਾ, ਅੱਜ ਵੀ ਦੇ ਰਿਹਾ। ਅੱਜ ਵੀ ਕੋਈ ਉਹਦੀ ਨਿਗਾਹ 'ਚ ਪੈ ਜਾਵੇ ਤੇ ਅੱਜ ਵੀ ਉਹ ਬੰਦਾ ਮਦਦ ਕਰਦਾ। ਹਾਲਾਂਕਿ ਵਕੀਲ ਹੁੰਦੇ ਹੋਏ ਉਹਨੂੰ ਕਬੱਡੀ ਦਾ ਇੰਨਾ ਸ਼ੌਕ ਹੈ, ਪਰ ਉਹਦਾ ਕੁਐਸਚਨ ਬੜਾ ਵਾਜਬ ਸੀ। ਮੈਂ ਕਿਹਾ ਵੀ ਹਰਜੀਤ ਦੇ ਬਰਾਬਰ ਤਾਂ ਨਹੀਂ ਗਿਆ ਗਾ ਗੁਰਜੀਤ ਤੂਤ, ਕਿਉਂਕਿ ਹਰਜੀਤ ਟੋਰਾਂਟੋ ਕੱਪ ਦਾ ਲਗਾਤਾਰ 3 ਵਾਰ ਬੈਸਟ ਰੇਡਰ ਨਿਕਲਿਆ। 3 ਵਾਰ ਬੈਸਟ ਰੇਡਰ ਤੇ ਬਰਾਬਰ ਹੋ ਹੀ ਜਾਊਗਾ ਜਦ 3 ਵਾਰ ਲਗਾਤਾਰ ਬੈਸਟ ਰੇਡਰ ਹੋਊਗਾ। ਪਰ ਗੁਰਜੀਤ ਨੇ ਮੁੱਢ ਬੰਨ੍ਹ ਲਿਆ ਵੀ 1 ਵਾਰ ਬੈਸਟ ਰੇਡਰ ਨਿਕਲ। ਪਰ ਹਰੇਕ ਪਲੇਅਰ ਦੀਆਂ ਸਿਚੁਏਸ਼ਨਾਂ ਵੱਖ-ਵੱਖ ਹੁੰਦੀਆਂ। ਹਰਜੀਤ ਦੀਆਂ ਸਿਚੁਏਸ਼ਨਾਂ ਹੋਰ ਸੀ, ਗੁਰਜੀਤ ਤੂਤ ਦੀਆਂ ਹੋਰ ਸੀ, ਜਾਂ ਮਾਹੌਲ ਬਦਲ ਗਿਆ ਜਾਂ ਸਮਾਂ ਬਦਲ ਗਿਆ। ਉਸ ਟਾਈਮ ਦੇ ਉੱਤੇ ਹਰਜੀਤ ਹੋਣਾ ਵੇਲੇ ਇੰਨੀ ਲਗਜ਼ਰੀ ਸਪੋਰਟਸ ਦੇ ਵਿੱਚ ਹੈ ਨਹੀਂ ਸੀ। ਗੁਰਜੀਤ ਨੂੰ ਮੈਂ ਸ਼ੁਰੂ ਦੇ ਵਿੱਚ ਕਿਹਾ ਤੂੰ ਨਾ ਲੈ ਸਕਾਰਪੀਓ ਗੱਡੀ, ਕਿਉਂਕਿ ਜਦ ਲਗਜ਼ਰੀ ਆ ਗਈ ਜਾਂ ਮੋਟਰਸਾਈਕਲ ਆ ਗਏ, ਉਹ ਪਲੇਅਰਾਂ ਦੇ ਨਾ ਚਾਹੁੰਦੇ ਹੋਏ ਵੀ ਬੈਕ ਗੇਅਰ ਲੱਗ ਜਾਂਦਾ, ਨਾ ਚਾਹੁੰਦੇ ਹੋਏ ਵੀ। ਕਿਉਂਕਿ ਹਰਜੀਤ ਹੋਣਾ ਵੇਲੇ ਚੀਜ਼ਾਂ ਹੈ ਨਹੀਂ ਸੀਗੀਆਂ, ਅਤੇ ਸਾਡੇ ਵੇਲੇ ਤਾਂ ਬਿਲਕੁਲ ਹੀ ਹੈ ਨਹੀਂ ਸੀ, ਕੱਛੇ ਬਣੇ ਨਹੀਂ ਸੀ। ਸਾਡੇ ਵੇਲੇ ਤਾਂ ਇੱਕ ਇਕੱਲਾ ਨਾਂ ਵਾਸਤੇ ਹੀ ਖੇਡਦੇ ਸੀ। ਹਰਜੀਤ ਹੋਣਾ ਵੇਲੇ ਥੋੜ੍ਹਾ ਜਿਹਾ ਲਗਜ਼ਰੀ ਵੀ ਸੀ, ਬਾਹਰ ਜਾਣ ਦਾ ਲਾਲਚ ਵੀ ਸੀ। ਪਰ ਹੁਣ ਅੱਜ ਕਬੱਡੀ ਦੇ ਵਿੱਚ ਜਦੋਂ ਪੁੱਛਦੇ ਜੀ ਕਬੱਡੀ ਡਾਊਨ ਜਾ ਰਹੀ, ਕਬੱਡੀ ਡਾਊਨ ਤਾਂ ਖੈਰ ਨਹੀਂ ਗਈ, ਕਬੱਡੀ ਗਈ ਤਾਂ ਅੱਪ ਹੈ, ਪਰ ਪਲੇਅਰਾਂ ਦਾ ਸਪੈਨ ਜਿਹੜਾ ਖੇਡਣ ਦਾ ਉਹ ਘਟਦਾ ਜਾਂਦਾ। ਜਿਵੇਂ ਮੈਥੋਂ ਪਹਿਲਾਂ ਦੇਵੀ ਦਿਆਲ 35 ਸਾਲ ਕਬੱਡੀ ਖੇਡੀ ਹੈ, ਮੈਂ 28-29 ਸਾਲ ਕਬੱਡੀ ਖੇਡੀ ਹੈ। ਮੈਥੋਂ ਬਾਅਦ ਦੁੱਲੇ ਵਾਲੇ ਆ ਗਏ, ਉਹ 15-15 18-18 ਸਾਲ 'ਤੇ ਆ ਗਏ। ਪ੍ਰੀਤਾ 18 ਸਾਲ 'ਤੇ ਆ ਗਿਆ, ਹੁਣ ਮੰਗੀ 15-15 18 ਸਾਲ 'ਤੇ। ਅੱਜ ਸਪੈਨ 15-18 ਸਾਲ 'ਤੇ ਆ ਗਿਆ ਜਾਂ 25 ਸਾਲ 'ਤੇ ਸੀ। ਇਹ ਲਗਜ਼ਰੀ ਦੀ ਘਾਟ ਹੈ ਜਾਂ ਈਜ਼ੀ ਅਪਰੋਚ ਕਬੱਡੀ ਦੇ ਵਿੱਚ ਜਿਹੜੀ ਆਉਣ ਲੱਗ ਗਈ, ਜਾਂ ਜਿਹੜਾ ਕੁਛ ਤੁਸੀਂ ਜਾਣਦੇ ਹੀ ਹੈ ਵੀ ਸ਼ਾਰਟਕੱਟ ਦੇ ਨਾਲ। ਸ਼ਾਰਟਕੱਟ ਕਿਉਂਕਿ ਮਿਹਨਤ ਦਾ ਕੋਈ ਸ਼ਾਰਟਕੱਟ ਤਾਂ ਹੁੰਦਾ ਨਹੀਂ, ਠੀਕ ਹੈ। ਅਤੇ ਜੇ ਕੋਈ ਬੰਦਾ ਸਖਤ ਮਿਹਨਤ ਕਰਕੇ ਪਲੇਅਰ ਬਣਦਾ ਤਾਂ ਉਹ 25 28 30 ਸਾਲ ਗੇਮ ਖੇਡ ਸਕਦਾ। ਜਿਹੜੇ ਸ਼ਾਰਟਕੱਟ ਕਰਕੇ ਜਾਂ ਸ਼ਾਰਟ ਤਰੀਕਿਆਂ ਨਾਲ ਚੱਲਦੇ ਆ ਜਾਂ ਜ਼ਮਾਨਾ ਤੇਜ਼ ਚੱਲ ਰਿਹਾ, ਉਹ 15 ਸਾਲ ਤੱਕ। ਅਤੇ ਜਿਹੜੇ ਪਲੇਅਰ ਗਮਰਾਹ ਹੋ ਜਾਂਦੇ ਆ ਉਹ 2-3 ਸਾਲ 'ਚ ਖਤਮ ਹੋ ਜਾਂਦੇ। ਅਤੇ ਜਿੱਥੋਂ ਤੱਕ ਗੱਲ ਕੀਤੀ, ਕਰਨੈਲ ਸਿੰਘ ਦਾ ਸਰੀਰ ਬਹੁਤ ਹੀ ਜ਼ਿਆਦਾ ਸੋਹਣਾ। ਖੇਡ ਜਗਤ ਦੇ ਵਿੱਚ ਜਾਂ ਤਾਂ ਮੈਨੂੰ ਦੇਵੀ ਦਿਆਲ ਦਾ ਸਰੀਰ ਸੋਹਣਾ ਲੱਗਾ ਸੀ, ਅਤੇ ਜਾਂ ਉਸ ਤੋਂ ਬਾਅਦ ਮੈਨੂੰ ਮੇਰੇ ਪਿੰਡ ਦਾ ਕਰਕੇ ਕੈਲੇ ਦਾ ਸਰੀਰ ਮੈਨੂੰ ਲੱਗਦਾ ਹੁੰਦਾ ਸੀ ਵੀ ਦੂਜਾ ਦੇਵੀ ਦਿਆਲ ਆ। ਬੜਾ ਸੋਹਣਾ ਸਰੀਰ, ਗੋਰਾ ਚਿੱਟਾ ਨਸ਼ੋ, ਬੜੀ ਸੋਹਣੀ ਗੇਮ ਉੱਠੀ, ਬੜਾ ਸੋਹਣਾ ਉੱਠਿਆ, ਬਹੁਤ ਸੋਹਣੀ ਪ੍ਰੈਕਟਿਸ ਕੀਤੀ। ਮੈਂ ਇਹਨਾਂ ਦੀ ਇੱਕ ਟੀਮ ਹੀ ਵੱਡ ਬਣਾਤੀ ਸੀ। ਮੈਂ ਕਿਹਾ ਵੀ ਇਹ ਨਿੱਕੇ ਪਲੇਅਰ ਆ, ਵੱਡਿਆਂ 'ਚ ਮਾਰ ਖਾ ਜਾਣਗੇ। ਚੜਕ ਵੀ ਬਣਾਤੀ, ਚੜਕ ਦੀ B ਟੀਮ ਬਣਾਤੀ। ਉਹ ਮੈਂ ਕੁਛ ਟਾਈਮ ਬਾਹਰ ਚਲਾ ਗਿਆ, ਇਹ ਚੰਗੇ ਸੋਹਣੇ ਮੈਚ ਜਿੱਤਣ ਲੱਗ ਗਏ ਸੀ। ਇੱਕ ਇਹ ਸੀਗਾ, ਇੱਕ ਮੁੰਡਾ ਇਹਦੇ ਨਾਲ ਗੁਰਪ੍ਰੀਤ ਸੀਗਾ ਸਾਡੇ ਪਿੰਡ ਦਾ, ਇੱਕ ਬਾਂਹ ਉਹਦੀ ਹੱਥ ਕੱਟਿਆ ਸੀ, ਪਰ ਉਹ ਵੀ ਬੜਾ ਸੋਹਣਾ ਰੇਡਰ। ਦੋਨਾਂ ਦੀ ਜੋੜੀ ਬੜੀ ਫੱਬਦੀ, ਕਿਉਂਕਿ ਜੋੜੀ ਕਿਵੇਂ ਫੱਬਗੀ, ਇਹ ਮਿਹਨਤ ਕਰਨ ਨੂੰ ਬਹੁਤ ਹੀ ਜ਼ਿਆਦਾ ਤਕੜੀ। ਹੁਣ ਮਿਹਨਤ ਦੀ ਗੱਲ ਕਈ ਮੈਨੂੰ ਪੁੱਛਦੇ ਆ ਵੀ ਮਿਹਨਤ ਕਿੰਨੀ ਕੁ। ਮੈਂ ਕਿਹਾ ਜੀ ਮੇਰੀ ਮਿਹਨਤ ਤਾਂ ਛੱਡੋ, ਬਬਲੀ ਨੂੰ ਚੀਨ ਦੀ ਕੰਧ ਕਹਿਣਾ, ਚੀਨ ਦੀ ਕੰਧ ਘੁਮਾਉਣ ਵਾਸਤੇ, ਜਾਂ ਮੇਜਰ ਨੂੰ ਲੱਤ ਦਾ ਫੜਾਵਾ ਕਰਨ ਵਾਸਤੇ, ਜਾਂ ਬਿਰੀ ਚੜਕ ਜਿਹੜਾ ਸਾਡਾ ਕਹੇ ਬਿਨੀ ਪੈਕ ਬੈਠਾ, ਇਹਨਾਂ ਪਲੇਅਰਾਂ ਦੇ ਉੱਤੇ ਮੈਂ ਕਿੰਨੀ ਨਿੱਜੀ ਤੌਰ 'ਤੇ ਮਿਹਨਤ ਕੀਤੀ। ਬਬਲੀ 'ਤੇ 80 ਰੇਡਾਂ ਲਗਾਤਾਰ ਪਾਉਣੀਆਂ, 80 ਵਾਰ। ਇਹਨੇ 2-4 ਰੇਡਾਂ ਝੱਲ ਕੇ ਡਿੱਗ ਪੈਣਾ, ਚੱਲ ਫੇਰ ਪਾਣੀ ਪਿਆ ਕੇ ਮੂਹਰੇ ਵੀ ਜਦ ਮੈਂ ਨਹੀਂ ਹੰਭਿਆ ਮੈਂ ਤਾਂ ਸੋ ਵੱਡਾ। ਇੰਨੇ ਧੱਕੇ ਖਾ ਕੇ, ਇੰਨੀ ਕੁੱਟ ਖਾ ਕੇ ਮੇਜਰ ਨੂੰ ਗਰਾਊਂਡ ਦੇ ਵਿੱਚ ਲੱਤ ਫੜਾ ਕੇ 400 ਮੀਟਰ ਤੱਕ ਧੂਈ ਫਿਰਨਾ। ਮਿਹਨਤ ਕਰਨੀ ਪੈਂਦੀ ਹੈ। ਅੱਜ ਵੀ ਪਲੇਅਰ ਮਿਹਨਤ ਕਰਦੇ ਆ, ਬਹੁਤ ਮਿਹਨਤਾਂ ਕਰਦੇ। ਹੁਣ ਮੱਖਣ ਮੱਖੀ ਆ, ਮਿਹਨਤ ਨਾਲ ਚੜਿਆ। ਜਦ ਮੇਰੇ ਕੋਲ ਆ ਵਿਚਾਰਾ ਕੁਛ ਵੀ ਨਹੀਂ ਸੀ, ਬੜੀ ਮਿਹਨਤ ਕੀਤੀ ਆ ਬੰਦੇ ਨੇ। ਅੱਜ ਉਹ ਨਾਂ ਹੈ ਮੰਗਲ ਮੰਗੀ ਆ, ਮੰਗੀ ਦੁਨੀਆ ਅਸਮਾਨ 'ਤੇ ਝੜਦੀ ਕਬੱਡੀ, ਬੜੀ ਮਿਹਨਤ ਕਰਦਾ, ਬੜਾ ਤਕੜਾ ਖਿਡਾਰੀ ਹੈ। ਦੁੱਲੇ ਹੋਣੀ ਆ, ਬਹੁਤ ਮਿਹਨਤ ਕੀਤੀ ਉਹਨਾਂ ਨੇ। ਸੰਦੀਪ ਵਰਗਿਆਂ ਨੇ ਬੜੀ ਮਿਹਨਤ ਕੀਤੀ ਆ। ਅੱਜ ਵੀ ਮਿਹਨਤੀ ਖਿਡਾਰੀ ਬੜੀ ਤਕੜੀ। ਅਤੇ ਬਹੁਤ ਸੋਹਣਾ ਉੱਠਿਆ ਸੀ ਕੈਲਾ, ਬਹੁਤ ਹੀ ਜ਼ਿਆਦਾ ਸੋਹਣਾ। ਦਿਲ ਖੁਸ਼ ਸੀਗਾ ਵੀ ਇਹ ਪਲੇਅਰ ਇੱਕ ਦਿਨ ਚੰਦ ਚਾੜੂਗਾ, ਮੇਰਾ ਨਾਂ ਖੁਸ਼ ਕਰੂਗਾ, ਰੋਸ਼ਨ ਕਰੂਗਾ। ਕਿਉਂਕਿ ਜਿੰਨਾ ਜ਼ੋਰ ਮੈਂ ਬਾਹਰ ਕਬੱਡੀ ਦੇ ਉੱਤੇ ਲਾਇਆ, ਉਹਨਾਂ ਮੈਂ ਪਿੰਡ 'ਤੇ ਵੀ ਲਾਇਆ। ਪਿੰਡ 'ਤੇ ਪਹਿਲਾਂ ਲਾਇਆ, ਬਾਹਰ ਮੈਂ ਬਾਅਦ ਲਾਉਣ ਲੱਗਾ। ਕਿਉਂਕਿ ਜਦੋਂ ਬਾਹਰਲੇ ਪਲੇਅਰ ਇਹ ਚੈਨੇ ਵਰਗੇ, ਬਿੱਲੇ ਵਰਗੇ ਆ ਗਏ ਵੀ ਭਾਜੀ ਗੁਰੂ ਨਾਨਕ ਕਾਲਜ ਦੀ ਟੀਮ ਬਣਾਉਣੀ, ਤੁਸੀਂ ਆਓ। ਉਸ ਤਰ੍ਹਾਂ 'ਤੇ ਮੇਰੀ ਨਵੀਂ ਨੌਕਰੀ ਸੀ। ਮੈਂ ਨੌਕਰੀ ਕਰਕੇ ਆ ਕੇ ਗੁਰੂ ਨਾਨਕ ਕਾਲਜ 'ਚ ਇਹਨਾਂ ਦੀਆਂ ਪ੍ਰੈਕਟਿਸਾਂ ਲਾਉਣੀਆਂ। ਅਤੇ ਇਹਨਾਂ ਦੀ ਪ੍ਰੈਕਟਿਸ ਪੱਪੀ ਸੀ, ਮੋਟਾ ਸੀ, ਅਤੇ ਸਵਰਨਾ ਸੀਗਾ ਬਾਰੇ ਵਾਲੀਆ ਜਾਂ ਗੁੱਟ ਦਾ ਫੜਾਵਾ ਸੀ, ਜਿਹਨੇ ਫਿੱਡੂ ਨੂੰ ਵੀ ਗੁੱਟੋਂ ਫੜ ਕੇ ਖੜਾ, ਮੰਗੀ ਨੂੰ ਵੀ ਗੁੱਟੋਂ ਫੜ ਕੇ ਖੜਾ। ਅਤੇ ਇਹ ਮੁੰਡੇ ਉੱਠੇ ਅਤੇ ਸਾਡਾ ਇਲਾਕੇ ਦਾ ਨਾਂ ਰੋਸ਼ਨ ਕੀਤਾ। ਉਸ ਟਾਈਮ ਜਾਣੀ ਸਭ ਤੋਂ ਪਹਿਲਾਂ ਤਾਂ 56 ਤੋਂ ਪੰਜਾਬ ਚੈਂਪੀਅਨਸ਼ਿਪ ਸ਼ੁਰੂ ਹੋਈ,
ਤੇ 79 ਤੱਕ ਮਾਲਵੇ ਨੇ ਕਦੇ ਪੰਜਾਬ ਚੈਂਪੀਅਨਸ਼ਿਪ ਨਹੀਂ ਸੀ ਜਿੱਤੀ। 79 'ਚ ਬੁੱਢੀ ਪਿੰਡ ਦੀ ਪੰਜਾਬ ਚੈਂਪੀਅਨਸ਼ਿਪ ਪਹਿਲੀ ਵਾਰ ਜਿੱਤੀ। ਫਾਈਨਲ ਮੈਚ ਬਲਵਿੰਦਰ ਫਿੱਡੂ ਰਿਸ਼ਪਾਲ ਨਾਲ ਸਾਡਾ ਮੰਦਰ ਸੀਰਾ ਤੇ ਮੇਰਾ ਗੁਰਪਿਆਰ, ਮੇਰੇ ਨਾਲ ਵੀਰੂ ਹੋਣੀ ਸੀਗੇ ਸਾਰੇ। ਤੇ ਪਹਿਲੀ ਵਾਰ 79 ਦੇ ਵਿੱਚ ਬੁੱਢੀ ਪਿੰਡ ਚੈਂਪੀਅਨਸ਼ਿਪ ਮਾਲਵੇ ਨੇ ਜਿੱਤੀ। ਸਭ ਤੋਂ ਪਹਿਲਾਂ ਦੇਵੀ ਦਿਆਲ ਹੋਣੀ, ਬਿੱਲੂ ਨੱਜੀ ਹੋਣੀ, ਕਿੱਡੇ ਤਕੜੇ ਪਲੇਅਰ ਹੋਏ ਆ, ਪਰ ਪੰਜਾਬ ਚੈਂਪੀਅਨਸ਼ਿਪ ਨਹੀਂ ਸੀ ਜਿੱਤੀ। ਤੇ ਉਦੋਂ ਬਾਅਦ ਇਹ ਗੁਰੂ ਨਾਨਕ ਆਲੀ ਦੀ ਜਿਹੜੀ ਟੀਮ ਬਣੀ, ਇਹਨਾਂ ਨੇ ਪੰਜਾਬ ਚੈਂਪੀਅਨਸ਼ਿਪ 3-4 ਸਾਲ ਲਗਾਤਾਰ ਜਿੱਤੀ। ਦੁਬਾਰਾ ਮਾਲਵੇ 'ਚ ਕਬੱਡੀ ਲੈਂਦੀ। ਉਦੋਂ ਬਾਅਦ ਹਰਜੀਤ ਬਰਾੜ ਉੱਠਿਆ, ਕਬੱਡੀ ਸਾਰੀ ਮਾਲਵੇ 'ਚ ਆ ਗਈ। ਹਰਜੀਤ ਜੇ ਆਪਾਂ ਕਰਨੈਲ ਦੀ ਗੱਲ ਵੀ ਕਰਦੇ ਹਾਂ, ਜੇ ਮੰਨ ਲਓ ਉਸ ਤੋਂ ਬਾਅਦ ਦੂਜਾ ਪੱਖ ਉਹਦਾ ਵੇਖਿਆ ਜਾਵੇ ਤਾਂ ਮੁੜ ਕੇ ਨਸ਼ੇ ਦੀ ਦਲਦਲ ਧਸ ਗਿਆ। ਤੁਸੀਂ ਬੜੀ ਮਿਹਨਤ ਕੀਤੀ, ਉਹ ਮੁੰਡੇ ਨੇ ਮਿਹਨਤ ਕੀਤੀ, ਦੁਬਾਰਾ ਉੱਠਿਆ, ਫਿਰ ਦੁਬਾਰਾ ਮਿਹਨਤ ਕਰ ਮੈਂ ਰਿਹਾ। ਗੱਲ ਦੱਸਦਾ ਨਾ ਵੀ ਇਹ ਉੱਠਿਆ, ਬੜਾ ਸੋਹਣਾ ਉੱਠਿਆ, ਪਰ ਕਈ ਵਾਰ ਪਲੇਅਰ ਜਦੋਂ ਗਾਈਡ ਘਟ ਜਾਂਦੇ ਆ ਨਾ, ਗਾਈਡੈਂਸ, ਮੈਂ ਕਦੇ ਬਾਹਰ ਚਲਾ ਗਿਆ ਤੇ ਇਹ ਜ਼ਿਆਦਾ ਤਕੜੇ ਹੋ ਗਏ, ਇਹ ਵੱਡਿਆਂ ਪਲੇਅਰਾਂ ਨਾਲ ਪੰਗੇ ਲੈਣ ਲੱਗ ਗਏ। ਉਹ ਵੱਡੇ ਪਲੇਅਰ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ, ਕੋਈ ਈਰਖਾ ਵਾਲਾ ਵੀ ਹੁੰਦਾ। ਉਸ ਟਾਈਮ ਤੇ ਦੇ ਨੋਇੰਗਲੀ ਕਿਸੇ ਪਲੇਅਰ ਨੇ ਸੱਟ ਮਾਰਤੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ ਉਹ ਵਿਚਾਰੇ ਨੂੰ ਬਹੁਤ ਸੈੱਟ ਬੈਕ ਪਈ। ਉਹ ਸੈੱਟ ਬੈਕ ਬਗੀ, ਕਬੱਡੀ ਤੋਂ ਪਿੱਛੇ ਹਟ ਗਿਆ, ਗਲਤ ਰਾਹ ਤੁਰ ਗਿਆ, ਗਲਤ ਰਾਹ ਤੁਰ ਗਿਆ। ਬੜੀ ਇੱਜ਼ਤ ਮਾਣ ਸਨਮਾਨ ਕਰਨ ਵਾਲਾ ਮਿੱਠ ਬੁੱਲੜਾ, ਗਲਤ ਰਾਹ ਦੇ 2-4 ਸਾਲ ਪਿਆ ਰਿਹਾ। ਮੈਂ ਰੋਕਣ ਦੀ ਕੋਸ਼ਿਸ਼ ਕੀਤੀ, ਪਿੰਡ ਦੇ ਮੁੰਡਿਆਂ ਨੇ ਵੀ ਇਕੱਠੇ ਹੋ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਉਦੋਂ ਨਹੀਂ ਰੁਕਿਆ। ਉਸ ਤੋਂ ਬਾਅਦ ਪਿਛਲੇ 4 ਕੁ ਸਾਲਾਂ ਤੋਂ ਮੈਨੂੰ ਸ਼ਿਕਾਇਤ ਆਈ ਵੀ ਜੀ ਦੁਬਾਰਾ ਤੁਸੀਂ ਕੋਸ਼ਿਸ਼ ਕਰੋ ਚੜਕ ਦੇ ਵਿੱਚ। 5-4 ਮੁੰਡੇ ਹੋਰ ਵੀ ਸੀਗੇ। ਫਿਰ ਮੈਂ ਸਾਰੇ ਇਕੱਠੇ ਕਰਕੇ ਗੁਰਦੁਆਰੇ ਲਿਜਾ ਕੇ ਨਾ ਸਹੁੰ ਪਵਾਈ, ਝੜਕਾਂ ਵੀ ਦਿੱਤੀਆਂ। ਇਹ ਕਹਿੰਦੇ ਜੀ ਅਸੀਂ ਛੱਡ ਦਿੰਦੇ ਸਾਰਾ ਕੁਝ। ਇੱਥੋਂ ਤੱਕ ਇਹ ਬੜੀ ਖੁਸ਼ੀ ਹੋਈ, ਚਲੋ ਮੰਨ ਗਿਆ ਵੀ ਮੈਂ ਚਿੱਟਾ ਕਰਦਾ। ਨਾ ਮੰਨਦੇ ਹੀ ਨਹੀਂ ਪਲੇਅਰ, ਪਹਿਲਾਂ ਮੰਨਦੇ ਨਹੀਂ, ਮੰਨਦੇ ਹੀ ਨਹੀਂ, ਕੋਈ ਨਹੀਂ ਮੰਨਦਾ ਨਸ਼ਾ ਕਰਦਾ। ਮੰਨ ਗਿਆ। ਮੈਂ ਕਿਹਾ ਵੀ ਜੇ ਤੁਸੀਂ ਮੰਨਦੇ ਆ ਤੇ ਕਮਿਟਮੈਂਟ ਕਰਦੇ ਆ, ਬਾਬਾ ਸ਼ਾਸਤਰੀ ਸਹੁੰ ਖਾਂਦੇ ਆ, ਤੇ ਮੈਂ ਤੁਹਾਡੀ ਪ੍ਰੈਕਟਿਸ ਕਰਨ ਨੂੰ ਤਿਆਰ ਹਾਂ। ਤੇ ਮੈਂ ਇਹਨਾਂ ਦੀ 3-4 ਸਾਲ ਜਾ ਕੇ ਪ੍ਰੈਕਟਿਸ ਕਰਵਾਈ, ਤੇ ਇਹ 2-3 ਸਾਲ ਦਾ ਉਦੋਂ ਦਾ ਲੱਗਿਆ ਹੋਇਆ ਹੈ। ਅੱਜ ਹੁਣ ਇਹ ਤਿਆਰ ਹੈ, ਪੂਰਾ ਤਿਆਰ ਹੈ। 1-2 ਮੈਚ ਲਵਾਏ ਆ ਤੇ ਹੁਣ ਪੂਰਾ ਤਿਆਰ ਹੈ। ਤੇ ਮੈਨੂੰ ਫੋਨ ਕਰਕੇ ਦੱਸਿਆ, ਕਿਉਂਕਿ ਗਾਈਡੈਂਸ ਵੀ ਜੋ ਫੋਨ ਕਰਕੇ ਪੁੱਛ ਲੈਂਦਾ ਜੀ ਮੈਂ ਆਹ ਸ਼ਡਿਊਲ ਲਾ ਲਿਆ, ਉਹਨੂੰ ਸ਼ਡਿਊਲ ਦੇ ਦੇਈਦਾ। ਪਰ ਜਿੰਨਾ ਸਿਦਕ ਕਰਨੈਲ ਨੇ ਦਿਖਾਇਆ, ਜਿੰਨਾ ਸਿਦਕ ਕੈਲੇ ਨੇ ਦਿਖਾਇਆ, ਤੇ ਜਾਂ ਜਿਸ ਕੈਲੀਬਰ ਦਾ ਸੀ, ਇਹ ਕੋਈ ਜਿਹੜੇ ਮੈਂ ਪਲੇਅਰ ਤਕੜੇ ਗੰਢਿਆ, ਜੋ ਮੇਰੇ ਕੋਲ ਗੁਰਜੀਤ ਹੋਣੀ ਤਕੜੇ ਸੀ, ਉਹਨਾਂ ਦੀ ਲਾਈਨ 'ਚ ਜਾ ਕੇ ਖੜਨ ਵਾਲਾ ਪਲੇਅਰ, ਠੀਕ ਹੈ, ਐਡਾ ਮਿਹਨਤੀ ਹੈ, ਠੀਕ ਹੈ, ਲਗਨ ਵਾਲਾ ਹੈ। ਪਰ ਜੇ ਹੁਣ ਜਿਵੇਂ ਹਟਿਆ ਵਿਆ ਹੈ, ਜੇ ਹਟਿਆ ਰਿਹਾ ਤੇ ਉਹ ਦਿਨ ਦੂਰ ਨਹੀਂ, ਕਰਨੈਲ ਦੇ ਦਿਨ ਫੇਰ ਆਉਣਗੇ। ਇਹ ਵੀ ਕਿਉਂ ਆਉਣਗੇ? ਕਿਉਂ ਆਉਣਗੇ? ਤੁਸੀਂ ਕੁਐਸਚਨ ਕਰੋਗੇ, ਮੈਂ ਪਹਿਲੇ ਬੁੱਝ ਲੈਣਾ ਵੀ ਕਬੱਡੀ ਇੱਕ ਉਮਰ ਹੁੰਦੀ ਆ ਖੇਡਣ ਦੀ। ਕਬੱਡੀ ਇੱਕ ਉਮਰ ਹੁੰਦੀ ਹੈ, ਤੇ ਕਈ ਵਾਰ ਮਗਰਲੀ ਉਮਰ ਔਖਾ ਹੈ। ਉਹਦੀ ਉਦਾਹਰਨ ਇਹਨਾਂ ਦੇ ਸਾਹਮਣੇ ਮੈਂ ਹੈ। ਮੈਂ ਤੁਹਾਨੂੰ ਅੱਜ ਇੱਕ ਕੈਸਟ ਵੀ ਦੇ ਰਿਹਾ ਜਿਹਦੇ 'ਚ ਮੇਰੀ ਉਮਰ 42 ਸਾਲ ਦੀ ਹੈ। ਮੇਰਾ ਲਾਸਟ ਇੰਟਰਨੈਸ਼ਨਲ ਮੈਚ ਹੈ। ਜੇ ਨਾ 42 ਸਾਲ ਤੱਕ ਮੈਂ ਅੰਤਰਰਾਸ਼ਟਰੀ ਮੈਚ ਖੇਡ ਸਕਦਾ ਹੈ, ਲੋਕਲ ਮੈਚ ਤਾਂ ਮੈਂ 49 ਸਾਲ ਤੱਕ ਖੇਡੇ, 52 ਸਾਲ ਤੱਕ ਖੇਡਣਾ ਸੀ, ਪਰ ਕਿਸੇ ਪ੍ਰੋਬਲਮ ਕਰਕੇ 2-3 ਸਾਲ ਪਹਿਲਾਂ ਕਬੱਡੀ ਛੱਡਣੀ ਪੈ ਗਈ। ਤੇ ਮੇਰਾ ਇਹਨਾਂ ਦੇ ਵਿੱਚ ਇੰਨੀ ਸਪਿਰਿਟ ਭਰੀ ਵੀ ਹੈ ਕਿ ਤੁਹਾਡੀ ਵੈਲ ਪਾਵਰ ਤਕੜੀ ਚਾਹੀਦੀ ਹੈ, ਤੁਹਾਡੀ ਮਿਹਨਤ ਤਕੜੀ ਚਾਹੀਦੀ, ਗੇਮ ਨਾਲ ਪਿਆਰ ਚਾਹੀਦਾ, ਉਮਰਾਂ ਨਹੀਂ ਮੈਨੇ ਰੱਖਦੀ। ਫਿਰ ਉਹੀ ਗੱਲ ਆ ਬੱਚਾ ਜੀ, ਵੀ ਤੁਹਾਡੀ ਵੀ ਟੀਮ ਬਣਾਈ ਵੀ ਹੈ ਜੀ, ਤੁਸੀਂ ਉਹਨੂੰ ਆਪਣੀ ਟੀਮ 'ਚ ਖੜਾਓਗੇ ਜਾਂ ਕਿਸੇ ਹੋਰ ਟੀਮ 'ਚ ਸੈੱਟ ਕਰੋਗੇ? ਵੇਖੋ ਜੀ, ਮੇਰੀ ਟੀਮ ਤਾਂ ਸਮਝ ਲਓ ਜਿਵੇਂ ਉਹਨਾਂ ਦੀ ਘਰ ਦੀ ਟੀਮ ਹੈ, ਪਹਿਲ ਹੈ, ਉਹਨਾਂ ਦਾ ਹੱਕ ਹੈ, ਠੀਕ ਹੈ। ਤੇ ਮੈਂ ਆਪਦੀ ਟੀਮ 'ਚ ਤਾਂ ਉਹਨੂੰ ਮੌਕਾ ਦੇਵਾਂਗਾ ਹੀ ਦੇਵਾਂਗਾ, ਹਰ ਹਾਲ ਮੌਕਾ ਦੇਵਾਂਗਾ। ਪਰ ਕੱਲ੍ਹ ਨੂੰ ਜੇ ਕੈਲਾ ਹੁੰਦੀ ਹੈ, ਤੇ ਜੇ ਕੋਈ ਬੈਟਰ ਫਿਊਚਰ ਹੋਰ ਕਿਤੋਂ ਮਿਲੇ, ਕਿਉਂਕਿ ਪਲੇਅਰਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਕਈ ਵਾਰ ਕਲੱਬਾਂ ਵਾਲੇ ਹੱਥ ਪਾ ਲੈਂਦੇ ਆ, ਕੋਈ ਮਾਇਕ ਹੈਲਪ ਹੋ ਜੇ, ਜਿਵੇਂ ਅੱਜ ਵੀ ਕਰਨੈਲ ਨੂੰ ਲੋੜ ਹੈ, ਇਹਦੀ ਜੇ ਥੋੜ੍ਹੀ ਜਿਹੀ ਮੈਗ ਹੈਲਪ ਹੋ ਜੇ ਤੇ 1-2 ਸਾਲਾਂ ਦੇ ਵਿੱਚ ਹੀ ਰੰਗ ਬਦਲ ਦੂਗਾ, ਠੀਕ ਹੈ। ਕਿਉਂਕਿ ਪਲੇਅਰਾਂ ਦਾ ਜਿਨ੍ਹਾਂ ਦੇ ਖਾਸ ਕਰ ਟੁੱਟੇ ਹੋਣ, ਜਿਹੜੇ ਪਲੇਅਰ ਨਸ਼ੇ ਦੀ ਦਲਦਲ 'ਚੋਂ ਵਾਪਸ ਆਏ ਹੋਣ, ਉਹਨਾਂ ਨੂੰ ਹੈਲਪ ਦੀ ਵੱਧ ਲੋੜ ਪੈਂਦੀ। ਜ਼ਰੂਰੀ ਵੀ ਹੈ ਜੀ ਇਹ, ਕਿਉਂਕਿ ਇੱਕ ਸੰਦੇਸ਼ ਆ ਹੋਰ ਨੌਜਵਾਨ ਵਾਸਤੇ। ਉਹ ਇੱਕ ਦੂਜਿਆਂ ਪਲੇਅਰਾਂ ਵਾਸਤੇ ਇੱਕ ਸੰਦੇਸ਼ ਆ, ਆਈਕਨ ਹੈ ਵੀ ਜੇ ਆਹ ਪਲੇਅਰ ਆ ਸਕਦਾ ਯਾਰ ਇਸ ਉਮਰ ਦੇ ਵਿੱਚ, ਤੇ ਦੂਜੇ ਪਲੇਅਰ ਕਿਉਂ ਨਹੀਂ ਨਸ਼ਾ ਛੱਡੇ? ਕਿਉਂਕਿ ਅੱਜ ਸਭ ਤੋਂ ਵੱਡਾ ਚੈਲੰਜ ਜਿਹੜਾ ਨਸ਼ਾ ਹੈ ਕਬੱਡੀ। ਤੇ ਹੁਣ ਜਿਹੜੀ ਵਰਲਡ ਲੈਵਲ ਤੇ ਅਸੀਂ ਐਂਟੀ ਡੋਪਿੰਗ ਵਰਲਡ ਬਾਡੀ ਬਣਾਈ ਹੈ, ਉਹਦਾ ਮੇਨ ਮਕਸਦ ਹੀ ਇਹ ਹੈ ਬਈ ਅਸੀਂ ਕਬੱਡੀ ਦੇ ਵਿੱਚੋਂ ਨਸ਼ਾ ਖਤਮ ਕਰਨਾ, ਡੋਪ ਖਤਮ ਕਰਨੀ ਹੈ। ਆਉਣ ਵਾਲਾ ਟਾਈਮ ਡੋਪਲੈਸ ਪਲੇਅਰਾਂ ਦਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਨਸ਼ੇ ਵਾਲੇ ਖਿਡਾਰੀਆਂ ਦਾ ਕੋਈ ਵੀ ਜਿਹੜਾ ਭਵਿੱਖ ਨਹੀਂ ਗਾ, ਕਿਉਂਕਿ ਲੋਕਾਂ ਕੋਲੇ ਵੀ ਹੋ ਗਏ ਤੇ ਦਰਸ਼ਕ, ਤੈਨੂੰ ਪਤਾ ਦਰਸ਼ਕ ਜਾਣਦੇ, ਜਿਸ ਗੱਲ ਦੇ ਮਗਰ ਦਰਸ਼ਕ ਪੈ ਜਾਣ, ਦਰਸ਼ਕਾਂ ਨੂੰ ਤੁਸੀਂ ਲੱਦ ਨਹੀਂ ਸਕਦੇ। ਜਿਵੇਂ ਦਰਸ਼ਕ ਚਾਹੁੰਦੇ ਆ ਤੁਹਾਨੂੰ ਉਵੇਂ ਖੇਡਣਾ ਪੈਣਾ, ਤੇ ਦਰਸ਼ਕ ਚਾਹੁੰਦੇ ਆ ਕਿ ਖਿਡਾਰੀ ਬਿਨਾਂ ਨਸ਼ੇ ਤੋਂ ਖੇਡੇ।
ਇਸ ਕਰਕੇ ਖਿਡਾਰੀਆਂ ਨੂੰ ਬਿਨਾਂ ਨਸ਼ੇ ਤੋਂ ਖੇਡਣਾ ਪੈਣਾ ਹੈ ਤੇ ਬਿਨਾਂ ਨਸ਼ੇ ਤੋਂ ਖੇਡਣ ਵਾਸਤੇ ਖੁਰਾਕ ਦੀ ਤੇ ਪ੍ਰੈਕਟਿਸ ਦੀ ਲੋੜ ਹੈ ਤੇ ਖੁਰਾਕ ਵਾਸਤੇ ਪੈਸਿਆਂ ਦੀ ਵੀ ਲੋੜ ਹੈ। ਅਸੀਂ ਵੀ ਮਦਦ ਕਰਦੇ ਹਾਂ ਕਰਨੈਲ ਦੀ ਜਿੰਨੀ ਕਰ ਸਕਦੇ ਹਾਂ। ਮੈਂ ਹੋਰਾਂ ਨੂੰ ਵੀ ਅਪੀਲ ਕਰਦਾ ਵੀ ਬਾਈ ਇਹੋ ਜਿਹੀ ਕੋਈ ਗੱਲ ਨਹੀਂ, ਕੈਲੇ ਦੀ ਉਮਰ ਅਜੇ ਐਡੀ ਵੱਡੀ ਨਹੀਂ ਹੋਈਗੀ, ਉਹ ਵਾਪਸੀ ਕਰੂਗਾ, ਹਰ ਹਾਲਤ ਕਰੂਗਾ। ਸਾਡਾ ਉੱਤੇ ਪੂਰਾ ਜ਼ੋਰ ਲਾਇਆ ਹੈ ਤੇ ਉਹ ਆਪਦੀ ਧੁਨ ਦਾ ਪੱਕਾ ਵੀ ਆ, ਮਿਹਨਤ ਵੀ ਕਰਦਾ। ਹੁਣ ਵੀ 4-4 5-5 ਘੰਟੇ ਗਰਾਊਂਡ 'ਤੇ ਉਹਦੀ ਜੇ ਹੈਲਪ ਹੋ ਜੇ ਤਾਂ ਉਹ ਬੰਦਾ ਵਾਪਸ ਮੁੜ ਸਕਦਾ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸੋ ਦੋਸਤੋ, ਇਹ ਸੀ ਭਲਵਾਨ ਕਰਨੈਲ ਸਿੰਘ ਕੈਲਾ ਚੜੈਕ ਵਾਲਾ। ਤੁਸੀਂ ਦੇਖਿਆ ਬਾਈ ਦੀਆਂ ਗੱਲਾਂ ਸੁਣੀਆਂ ਨੇ, ਬਾਈ ਕਿਵੇਂ ਨਸ਼ਿਆਂ ਦੇ ਵਿੱਚੋਂ ਬਾਹਰ ਆਇਆ। ਅੱਜ ਬਾਈ ਦੀ ਇੰਨੀ ਮਿਹਨਤ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਬੱਡੀ ਦੇ ਵਿੱਚ ਧਮਾਲਾਂ ਪਾਉਂਦਾ ਨਜ਼ਰੀ ਆਵੇਗਾ।